ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ। ਦੋਹਰਾ ਬੰਦੋ ਸੰਤ ਸੰਦੋਹੇ ਪਦ ਜਿਨ ਤੇ ਹੋ ਤੇ ਉਧਾਰ। ਜਮ ਤਮ ਸਮ ਤਹ ਤਰਨ ਸੇ ਭ੍ਰਮ ਘਨ ਬਾਤ ਵਿਚਾਰ। ਬੰਦੋ ਸੰਤ ਸੰਦੋਹੇ ਪਦ ਜਿਨ ਤੇ ਹੋ ਤੇ ਉਧਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੇ ਪਹਿਲਾਂ ਆਪ ਜੀ ਕੀਰਤਨ ਦਾ ਰਸ ਲੈ ਰਹੇ ਸੀਗੇ। ਰਸਮਈ ਕਲਗੀਧਰ ਪਾਤਸ਼ਾਹ ਦੇ ਜੋਤੀ ਜੋਤ ਦਿਹਾੜੇ ਦੇ ਸੰਬੰਧ ਵਿੱਚ ਗੁਰਮੁਖ ਪਿਆਰਿਆਂ ਨੇ ਸੂਰਜ ਕਿਰਨ ਮਿਲੀ, ਜਲ ਕਾ ਜਲ ਹੁਆ ਰਾਮ ਅਤੇ ਆਦਿਕ ਸ਼ਬਦ ਪੜ੍ਹੇ ਨੇ। ਉਧਰ ਹੁਣ 550 ਸਾਲ ਜਿਹਦੇ ਸੰਬੰਧ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰੇਮ ਦੀ ਕਥਾ ਚੱਲ ਰਹੀ ਹੈ, ਜਿਹਦੇ ਵਿੱਚੋਂ ਆਪ ਜੀ ਨੇ ਵਾਹਿਗੁਰੂ ਜੀ ਦੀ ਵਡਿਆਈ, ਕਲਯੁਗ ਦਾ ਪ੍ਰਸੰਗ ਅਤੇ ਅੱਜ ਜਿਸ ਸਮੇਂ ਧੰਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਖੰਡੂਰ ਸਾਹਿਬ ਚਲੇ ਗਏ ਨੇ, ਜਿੱਥੇ ਬਹੁਤ ਵਿਰਾਗ ਵਿੱਚ ਰਹਿੰਦੇ ਨੇ। ਇੱਕ ਵਾਰ ਚੌਕੜਾ ਲਾਇਆ ਤੇ 6 ਮਹੀਨੇ ਅਤੇ 6 ਦਿਨ ਤਕਰੀਬਨ ਬੰਦਗੀ ਵਿੱਚ ਰਹੇ। ਸਰੀਰ ਭਾਵੇਂ ਦੀ ਕਮਜ਼ੋਰ ਹੋ ਗਿਆ, ਪਰ ਮੁਖ ਤੇ ਬਹੁਤ ਨੂਰ ਹੈ। ਸੰਗਤਾਂ ਬੇਬਲ ਨੇ, ਬਾਬਾ ਬੁੱਢਾ ਜੀ ਰਾਹੀਂ ਉੱਥੇ ਪਹੁੰਚੇ। ਉਸ ਤੋਂ ਬਾਅਦ ਜਦੋਂ ਵੀ ਮਹਾਰਾਜ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਪ੍ਰੇਮ ਆਉਂਦਾ, ਮਨ ਇਹੋ ਜਿਹਾ ਜੁੜਦਾ, ਮਨ ਐਂ ਵਿਰਾਗ ਵਿੱਚ ਵੀ ਜਾਂਦਾ ਕਿ ਨੇਤਰ ਵਗਦੇ ਰਹਿੰਦੇ। ਇੱਕ ਦਿਨ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਦੂਜੇ ਪਾਤਸ਼ਾਹ ਦੇ ਮਨ ਨੂੰ ਬਹੁਤ ਖਿੱਚ ਪਈ। ਧਿਆਨ ਲੱਗਿਆ
ਅੱਖਾਂ ਜਰਾ ਜਰ ਵਗਣ ਲੱਗੀਆਂ ਨੇਤਰ ਪਾਤਸ਼ਾਹ ਦੇ। ਉਸ ਸਮੇਂ ਜਦੋਂ ਧਿਆਨ ਲੱਗਿਆ ਸੀ ਤੇ ਧਿਆਨ ਦੌਰਾਨ ਯਾਦ ਕੀਤਾ ਕਿ ਮੇਰੇ ਗੁਰੂ ਨਾਨਕ ਦਾ ਇੰਨਾ ਆਨੰਦਮਈ ਵਿਰਾਗਮਈ, ਕਿੰਨੇ ਪਾਪੀਆਂ ਦੇ ਪਾਪ ਕੱਟੇ ਨੇ, ਕਿੰਨੇ ਪਖੰਡੀਆਂ ਨੂੰ ਪਖੰਡ ਤੋਂ ਰੋਕਿਆ, ਕਿੰਨਿਆਂ ਨੂੰ ਜਿਹੜੇ ਕੁਕਰਮ ਕਰਦੇ ਸਨ, ਕਰਮ ਕਾਂਡ ਕਰਦੇ ਸਨ, ਉਹਨਾਂ ਨੂੰ ਰੋਕਿਆ। ਕਿਤੇ ਸਮਾਂ ਬਣੇ ਕਿ ਮੈਨੂੰ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਸੁਣਨ ਨੂੰ ਮਿਲੇ, ਮੈਂ ਉਹਨਾਂ ਨੂੰ ਲਿਖਵਾਵਾਂ ਇਤਿਹਾਸ ਨੂੰ, ਸੰਗਤਾਂ ਪੜ੍ਹਨ ਸੁਣਨ ਤੇ ਇਸ ਜੀ ਮਾਤਰ ਦਾ ਭਲਾ ਹੋਵੇ। ਮਹਾਰਾਜ ਇੱਧਰੋਂ ਯਾਦ ਕਰ ਰਹੇ, ਕਿਹੜਾ ਸਿੱਖ ਹੋਊਗਾ ਇਹੋ ਜਿਹਾ ਜਿਹੜਾ ਕਿ ਮੇਰੇ ਗੁਰੂ ਨਾਨਕ ਦੀਆਂ ਮੈਨੂੰ ਵਡਿਆਈਆਂ ਸੁਣਾਵੇ। ਭਾਈ ਮਰਦਾਨਾ ਜੀ ਚੋਲਾ ਬਦਲ ਚੁੱਕੇ ਨੇ, ਉਧਰੋਂ ਬਜ਼ੁਰਗ ਸਰੀਰ ਹੋ ਚੁੱਕਿਆ। ਗੁਰੂ ਨਾਨਕ ਪਾਤਸ਼ਾਹ ਤੋਂ 3 ਸਾਲ ਤਕਰੀਬਨ ਛੋਟੇ ਨੇ, ਗੁਰੂ ਨਾਨਕ ਪਾਤਸ਼ਾਹ ਵੱਡੇ ਨੇ। ਭਾਈ ਬਾਲਾ ਸੰਧੂ ਜੀ, ਉਹਨਾਂ ਦੇ ਮਨ ਨੂੰ ਖਿੱਚ ਪਈ, ਘਰੋਂ ਬਾਹਰ ਆਏ ਨੇ, ਪੁੱਛਣ ਲੱਗੇ ਵੀ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾ ਗਏ, ਉਹਨਾਂ ਤੋਂ ਬਾਅਦ ਗੁਰਤਾ ਗੱਦੀ ਕਿਹਨੂੰ ਮਿਲੀ, ਕੌਣ ਨੇ, ਕਿੱਥੋਂ ਨੇ, ਦੇ ਰਹਿਣ ਵਾਲੇ ਸੀ, ਕੁੱਲ ਕਿਹੜੀ ਹੈ ਇਤਿਆਦਿਕ। ਇਹ ਪ੍ਰਸੰਗ ਆ ਰਿਹਾ ਜਿੱਥੋਂ ਨਾਨਕ ਪ੍ਰਕਾਸ਼ ਦੀ ਆਰੰਭਤਾ ਹੋ ਰਹੀ ਹੈ। ਆਪ ਜੀ ਬਣਾਓ ਇਕਾਗਰਤਾ ਕਿ ਬੰਦ ਤਕਰੀਬਨ 80 ਨੇ। ਜਦੋਂ ਵੀ ਆਪਾਂ ਕਲਗੀਧਰ ਪਾਤਸ਼ਾਹ ਦੇ ਇਤਿਹਾਸ ਦੀ ਗੁਰੂ ਸਾਹਿਬ ਆਪ ਸਿਰ ਤੇ ਉੱਤੇ ਹੱਥ ਰੱਖ ਕੇ ਜਦੋਂ ਸੇਵਾ ਲੈਂਦੇ ਆ ਤੇ ਉਹ ਤਕਰੀਬਨ 40 ਤੋਂ 45 ਕੁ ਬੰਦ ਤਕਰੀਬਨ ਹੁੰਦੇ ਨੇ। ਇਹ 80 ਨੇ ਤੇ ਜਿੰਨਾ ਟਿਕਾ ਬਣੂਗਾ ਉਹਨੇ ਵਿਚਾਰ ਵਿੱਚ। ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਜਦੋਂ ਪਤਾ ਲੱਗਣਾ ਬਾਲਾ ਜੀ ਆਏ ਤੇ ਬਹੁਤ ਵਿਰਾਗ ਵਿੱਚ ਜਾਣਾ, ਬਹੁਤ ਮਤਲਬ ਆਨੰਦਮਈ ਇਤਿਹਾਸ ਹੈ। ਜਿਹੜੇ ਉਧਰੋਂ ਕਵੀ ਜੀ ਨੇ ਵੀ ਅਲੰਕਾਰ ਲਾਉਣੇ ਨੇ, ਇਉਂ ਵੀ ਜਿਵੇਂ ਮੂਹਰੇ ਬਿਲਕੁਲ ਐਨ ਫਿਲਮ ਚੱਲ ਰਹੀ ਹੈ। ਜਦੋਂ ਮਾਰੇ ਪੜ੍ਹਾ ਰਹੇ ਸਨ, ਇੰਨਾ ਪੁਨः ਇਤਿਹਾਸ ਲਿਖਿਆ ਕਿ ਐਂ ਲੱਗਦਾ ਵੀ ਜੇ ਸਾਹ ਲੈਂਦਿਆਂ ਵੀ ਜਾਂ ਕੋਈ ਇੱਧਰ ਉੱਧਰ ਥੋੜ੍ਹਾ ਜਿਹਾ ਖਿਆਲ ਗਿਆ ਤੇ ਕੋਈ ਕੁਛ ਖੁੰਝ ਨਾ ਜਾਵੇ ਵਿੱਚੋਂ। ਆਨੰਦਮਈ ਵਿਰਾਗਮਈ ਨਾਨਕ ਪ੍ਰਕਾਸ਼ ਦਾ ਦੂਜਾ ਇਹ ਪਦਾ ਆਰੰਭ ਹੋਣ ਲੱਗਿਆ। ਆਪ ਜੀ ਬਹੁਤ ਇਕਾਗਰਤਾ ਅਤੇ ਬੱਚਿਆਂ ਨੂੰ ਟਿਕਾ ਦੇ ਵਿੱਚ ਆਪ ਜੀ ਕਿਰਪਾ ਕਰਕੇ ਬਿਠਾਉਣਾ। ਸਿੰਘਾਂ ਦੇ ਜਿਹੜੇ ਕੜੇ ਕੋਸ਼ਿਸ਼ ਕਰਨ ਵੀ ਉਸ ਹਿਸਾਬ ਨਾਲ ਬੈਠਣ ਕੇ ਖੜਕਣ ਨਾ ਸਿਮਰਨੇ ਪਾਏ ਨੇ ਜਿਵੇਂ, ਕਿਉਂ ਜੋ ਥੋੜ੍ਹਾ ਜਿਹਾ ਖੜਕਾ ਹੁੰਦਾ ਧਿਆਨ ਇੱਧਰ ਉੱਧਰ ਜਾਂਦਾ। ਪ੍ਰਸੰਗ ਬਹੁਤ ਜਿਵੇਂ ਬਰੀਕੀ ਵਾਲੀ ਹੁੰਦੀ, ਜੇ ਥੋੜ੍ਹੀ ਜਿਹੀ ਕੋਈ ਚੀਜ਼ ਇੱਧਰ ਉੱਧਰ ਹੋ ਜਾਵੇ ਲੜੀ ਟੁੱਟ ਜਾਂਦੀ ਆ। ਸੁਣਨ ਵਾਲੇ ਜਗਿਆਸੂ ਦੀ ਬੇਰਸੀ ਬਹੁਤ ਹੁੰਦੀ ਹੈ। ਆਪ ਜੀ ਤਾਂ ਚਲੋ ਨਾਲ ਦੀ ਨਾਲ ਗ੍ਰੰਥ ਦੇ ਦਰਸ਼ਨ ਵੀ ਆਪ ਜੀ ਕਰ ਰਹੇ ਹੋ, ਪ੍ਰੋਜੈਕਟਰ ਉੱਪਰ ਗ੍ਰੰਥ ਆ ਰਿਹਾ, ਪਰ ਜਿਹੜੇ ਗੁਰਮੁਖ ਪਿਆਰੇ
ਦੂਰ ਦੂਜੇ ਸ਼ਹਿਰਾਂ ਵਿੱਚ, ਦੂਜੇ ਮੁਲਕਾਂ ਵਿੱਚ ਬੈਠੇ ਸੁਣਦੇ ਨੇ। ਉਹ ਜਿਵੇਂ ਅਸੀਂ ਇੱਥੇ ਡਿਸਟਰੈਕਟ ਹੁੰਦੇ, ਉਹ ਤੋਂ ਜ਼ਿਆਦਾ ਉਹ ਹੁੰਦੇ ਨੇ। ਤੇ ਆਪ ਜੀ ਬਣਾਓ ਇਕਾਗਰਤਾ। ਕਵੀ ਜੀ ਕਿਵੇਂ ਕਿਵੇਂ ਪਹਿਲਾਂ ਬੇਨਤੀ ਕਰਦੇ ਆ ਤੇ ਅੱਗੇ ਫਿਰ ਪ੍ਰਸੰਗ ਸ਼ੁਰੂ ਹੋਣਾ ਜੀ। ਦੋਹਰਾ ਬੰਦੋ ਸੰਤ ਸੰਦੋਹੇ ਪਦ, ਜਿਨ ਤੇ ਹੋ ਤੇ ਉਧਾਰ। ਕਹਿੰਦੇ ਮੈਂ ਉਹਨਾਂ ਸਾਧੂਆਂ ਦੇ ਜਿਹੜੇ ਬੰਦਗੀ ਵਾਲੇ ਨੇ। ਚੂੜਾਮਣੀ ਕਵੀ ਸੰਤੋਖ ਸਿੰਘ ਜੀ ਪਹਿਲਾਂ ਮੰਗਲਾਚਰਨ ਕਰ ਰਹੇ ਨੇ ਉਹਨਾਂ ਗੁਰਮੁਖ ਸਾਧੂਆਂ ਮਹਾਂਪੁਰਸ਼ ਬੰਦਗੀ ਵਾਲਿਆਂ ਦੇ, ਵੀ ਮੈਂ ਉਹਨਾਂ ਦੇ ਉਹਨੇ ਚਰਨ ਫੜ ਕੇ ਪਹਿਲਾਂ ਤਾਂ ਇਹ ਬੇਨਤੀ ਕਰਦਾ, ਜਿਨ੍ਹਾਂ ਦੇ ਗੁਰਮੁਖ ਸਾਧੂਆਂ ਦੇ ਬੰਦਗੀ ਵਾਲੇ ਸੰਤਾਂ ਦੇ ਨਾਂ ਲੈ ਕੇ ਜਾਂ ਉਹਨਾਂ ਦੇ ਸਪਰਸ਼ ਕੀਤਿਆਂ ਮੁਕਤੀ ਮਿਲਦੀ ਜੀ, ਉਧਾਰ ਹੋ ਜਾਂਦਾ ਜੀ। ਜਮ ਤਮ ਸਮਤ ਹੈ ਤਰਨ ਸੇ, ਭ੍ਰਮ ਕਨ ਬਾਤ ਵਿਚਾਰ। ਕਹਿੰਦੇ ਜਮ ਵਰਗੇ ਹਨੇਰੇ ਤੇ ਫਿਰ ਕਹਿੰਦੇ ਉਹ ਕਹੇ ਜੇ ਨੇ ਤਰਨ, ਭਾਵ ਸੂਰਜ ਵਰਗੇ ਨੇ ਉਹ ਸਾਧੂ। ਭਾਵ ਜਮ ਵਰਗੇ ਹਨੇਰੇ ਨੂੰ ਉਹ ਜਿਹੜੇ ਸਾਧੂ ਸੂਰਜ ਰੂਪੀ ਹੋ ਕੇ ਉਹਨਾਂ ਨੂੰ ਟਾਲ ਦਿੰਦੇ ਨੇ, ਡਰਾ ਦਿੰਦੇ ਨੇ, ਦੂਰ ਕਰ ਦਿੰਦੇ ਨੇ ਜੀ। ਚੌਪਈ ਮੋਰ ਮਨੋਰਥ ਭਇਓ ਜਹਾਜੂ, ਹਾਂਜੀ ਭ੍ਰਮ ਘਨ ਬਾਤ ਵਿਚਾਰ। ਤੇ ਉਹ ਜਿਹੜੇ ਭ੍ਰਮ ਦੇ ਚੜ ਕੇ ਆਏ ਬੱਦਲ ਤੇ ਫਿਰ ਹਵਾ ਹਨੇਰੀ ਬਣ ਕੇ ਤੇ ਉਹਨਾਂ ਨੂੰ ਵੀ ਪਰੇ ਕਰ ਦਿੰਦੇ ਨੇ। ਭਾਵ ਉਹ ਜਿਹੜੇ ਆਪ ਭਰਮਾਂ ਤੋਂ ਪਰੇ ਹੁੰਦੇ ਨੇ ਉਹਨਾਂ ਦੇ ਕੋਲੇ ਰਹਿਣਾ, ਸੰਗਤ ਕਰਨ ਸਦਕਾ ਜਗਿਆਸੂ ਦੇ ਵੀ ਹਿਰਦੇ ਵਿੱਚ ਭਰਮ ਦੂਰ ਕਰ ਦਿੰਦੇ ਨੇ। ਉਹਨਾਂ ਦੇ ਪਰਥਾਏ ਚੂੜਾਮਣੀ ਕਵੀ ਸੰਤੋਖ ਸਿੰਘ ਜੀ ਮੰਗਲਾਚਰਨ ਕਰ ਰਹੇ ਨੇ ਉਹਨਾਂ ਸਾਧੂ ਸੰਤਾਂ ਦਾ, ਬੰਦਗੀ ਵਾਲਿਆਂ ਦਾ, ਕਿ ਜਿਨ੍ਹਾਂ ਦੀ ਸੰਗਤ ਸਦਕਾ ਮੁਕਤੀ, ਜਿਨ੍ਹਾਂ ਦੀ ਸੰਗਤ ਸਦਕਾ ਕੀ ਹੁੰਦਾ, ਜਿਹੜੇ ਆ ਬਣ ਕੇ ਆਏ ਬੱਦਲ, ਹਨੇਰੀ ਤੂਫਾਨ, ਜਿਹੜੇ ਆ ਕਲੇਸ਼ ਭਰਮ ਦੂਰ ਹੋ ਜਾਂਦੇ ਨੇ ਜੀ। ਚੌਪਈ ਮੋਰ ਮਨੋਰਥ ਭਇਓ ਜਹਾਜੂ। ਕਹਿੰਦੇ ਮੇਰਾ ਮਨੋਰਥ ਆ, ਮੈਂ ਗ੍ਰੰਥ ਰਚਨਾ ਚਾਹੁੰਦਾ, ਉਹ ਗ੍ਰੰਥ ਤਾਂ ਰਚਿਆ ਜਾਊਗਾ ਤੇ ਪਹਿਲਾਂ ਤਾਂ ਤੁਹਾਡੀ ਕਿਰਪਾ ਹੋਵੇ ਤੁਹਾਡੇ ਚ, ਤੇ ਦੂਜੀ ਗੱਲ ਵੀ ਜਿਹੜਾ ਮਨੋਰਥ ਆ ਮੈਂ ਜਹਾਜ਼, ਉਹ ਇਹ ਇਤਿਹਾਸ ਲਿਖ ਕੇ ਬਣਾਉਣਾ ਚਾਹੁੰਦਾ ਜਿਹਦੇ ਵਿੱਚ ਜਗਿਆਸੂ ਚੜ੍ਹੇ, ਆਨੰਦ ਤੇ ਰਸ ਤਾਂ ਲੈਣਾ ਹੀ ਆ, ਉਹ ਮੁਕਤੀ ਨੂੰ ਵੀ ਪ੍ਰਾਪਤ ਹੋਵੇ। ਉਹਦੇ ਪਰਥਾਏ ਅਲੰਕਾਰ ਲਾਉਂਦੇ ਨੇ, ਕਰੋ ਫੇਰ ਸਰਵਣ ਜੀ। ਮੋਰ ਮਨੋਰਥ ਭਇਓ ਜਹਾਜੂ। ਕਹਿੰਦਾ ਮੇਰਾ ਮਨੋਰਥ ਆ ਇਹ ਗ੍ਰੰਥ ਰੂਪੀ ਜਹਾਜ਼ ਬਣਾਉਣ ਦਾ ਜੀ। ਸਿੰਧ ਜੇ ਬਿਗਨ ਅਥਾਹ ਸਮਾਜੂ। ਕਹਿੰਦੇ ਇਹ ਅਥਾਹ ਭਾਵ ਡੂੰਘਾ ਵੀ ਬਹੁਤ, ਸਮਾਜ ਦੇ ਵਿੱਚ ਪਤਾ ਆਪ ਜੀ ਨੂੰ ਕਿੰਨੇ ਕਲੇਸ਼ ਨੇ, ਰੋਕਣ ਵਾਲੇ ਕਿੰਨੇ ਨੇ ਚੰਗੇ ਕਰਮ ਤੋਂ। ਗ੍ਰੰਥ ਲਿਖਣਾ ਚਾਹੁੰਦੇ ਆ ਇਤਿਹਾਸ ਦਾ, ਤੇ ਇਤਿਹਾਸ ਤੇ ਸ਼ੰਕੇ ਵੀ, ਪਰ ਲਿਖਣ ਸਮੇਂ ਵੀ ਸਾਧ ਸੰਗਤ ਬਹੁਤ ਟਿਕਾ ਹੋਣਾ ਚਾਹੀਦਾ ਕਵੀ ਦਾ। ਉਹਦੇ ਪਰਥਾਏ ਫਿਰ ਅਲੰਕਾਰ ਲਾਉਂਦੇ ਨੇ ਜੀ। ਕਰਨ ਧਾਰ ਕਰ ਹੀ ਗੁਰ ਕਰਨਾ। ਕਹਿੰਦੇ ਮਹਾਰਾਜ ਇਹ ਤਾਂ ਹੋ ਸਕਦਾ ਜੇ ਤੁਹਾਡੀ ਕਿਰਪਾ ਹੋਵੇ ਤਾਂ ਇਹ ਉਚਾਰ ਸਕਦਾ ਜੀ। ਤਬ ਪਹੁੰਚੋ ਤਟ ਕਰ ਤਿਨ ਪਰਨਾ। ਕਹਿੰਦੇ ਤਾਂ ਤੁਹਾਡੀ ਕਿਰਪਾ ਨਾਲ ਮਹਾਰਾਜ ਇੱਕ ਸਿਰੇ ਤੋਂ ਦੂਜੇ ਸਿਰੇ, ਭਾਵ ਆਰੰਭਤਾ ਤੋਂ ਲੈ ਕੇ ਸਮਾਪਤੀ ਤੱਕ। ਆਰੰਭਤਾ ਗੁਰੂ ਨਾਨਕ ਪਾਤਸ਼ਾਹ ਤੋਂ ਹੋ ਰਹੀ ਹੈ ਤੇ ਸਮਾਪਤੀ 10ਵੇਂ ਪਾਤਸ਼ਾਹ ਦਾ ਸਾਰਾ ਇਤਿਹਾਸ, ਮਾਤਾ ਜੀ ਦਾ ਇਤਿਹਾਸ, ਤੇ ਫਿਰ ਮੂੰਹ ਬੋਲਿਆ ਪੁੱਤਰ ਅਜੀਤ ਸਿੰਘ ਜਿਹੜਾ ਗੋਦ ਲਿਆ ਸੀ ਦਿੱਲੀ ਵਿੱਚ, ਉਹਦਾ ਇਤਿਹਾਸ ਇਤਿਹਾਦਕ। ਉੱਥੇ ਤੱਕ ਪਹੁੰਚਣ ਤੱਕ ਤਾਂ ਹੋ ਸਕਦਾ ਮਹਾਰਾਜ, ਇਹ ਤਾਂ ਗ੍ਰੰਥ ਪੂਰੇ ਹੋਣੇ ਆ। ਉਹਦਾ ਹੁਣ ਅਗਲੇ ਮੰਗਲਾਂ ਵਿੱਚ ਹੋਰ ਭੇਤ ਖੋਲਦੇ ਨੇ ਜੀ। ਤੁਮਰੋ ਨਾਮ ਨਿਬਾਹੋ ਲਾਜਾ। ਕਹਿੰਦੇ ਮਹਾਰਾਜ ਤੁਹਾਡਾ ਨਾਂ ਹੀ ਆ ਜਿਹੜੇ ਲਾਜ ਰੱਖ ਸਕਦੇ ਆ, ਜਿਹਦੇ ਨਾਲ ਨਿਭ ਸਕਦੇ ਜੀ। ਕਰੋ ਗ੍ਰੰਥ ਪੂਰਨ ਸੁਭ ਕਾਜਾ। ਕਹਿੰਦੇ ਤਾਂ ਮਹਾਰਾਜ
ਮਹਾਰਾਜ ਇਹ ਤੁਹਾਡੀ ਕਿਰਪਾ ਨਾਲ ਗੁਰ ਪ੍ਰਸਾਦ ਹੋਵੇ ਤਾਂ ਇਹ ਗ੍ਰੰਥ ਪੂਰਾ ਹੋ ਸਕਦਾ, ਤਾਂ ਇਹ ਜਿਹੜਾ ਸ਼ੁਭ ਕਾਰਜ ਹੋ ਸਕਦਾ ਜੀ। ਤਬ ਕਰੁਣਾ ਬਿਨ ਅੱਖਰ ਏਕੂ। ਕਹਿੰਦੇ ਤੁਹਾਡੀ ਕਿਰਪਾ ਤੋਂ ਬਗੈਰ ਇੱਕ ਅੱਖਰ ਵੀ ਮੁਖ ਤੋਂ ਨਹੀਂ ਨਿਕਲ ਸਕਦਾ। ਤੇ ਜੇ ਹੋ ਜੇ ਉਹਦੀ ਕਿਰਪਾ ਤੇ ਗੂੰਗੇ ਲੱਗ ਜਾਂਦੇ ਆ। ਉਹਦੀ ਕਿਰਪਾ ਹੋ ਜੇ ਤੇ ਕੀ ਤੋਂ ਕੀ ਨਹੀਂ ਖੇਡ ਵਰਤ ਸਕਦੀ। ਜਿਹੜੇ ਆਪ ਜੀ ਕਈ ਗੁਰਮੁਖ ਪਿਆਰੇ ਬਾਬਾ ਕੇਰ ਸਿੰਘ ਜੀ ਜਿਹੜੇ ਸੂਰਦਾਸ ਸਨ, ਆਪ ਜੀ ਵਿੱਚੋਂ ਕਈ ਗੁਰਮੁਖ ਪਿਆਰੇ ਉਹਨਾਂ ਦਾ ਸ਼ਬਦ ਕੀਰਤਨ ਸੁਣਦੇ। ਲੋਪੋ ਨਗਰ ਪਹਿਲਾਂ ਫਿਰੋਜ਼ਪੁਰ ਜ਼ਿਲ੍ਹੇ, ਹੁਣ ਮੋਗੇ ਜ਼ਿਲ੍ਹੇ ਵਿੱਚ ਪੈਂਦਾ। ਜਿਸ ਟਾਈਮ ਆਏ ਸੀ ਬਾਬਾ ਨੰਦ ਸਿੰਘ ਕੋਲੇ, ਕੀਰਤਨ ਕੀਤਾ, ਭਾਈ ਗੁਰਦਾਸ ਜੀ ਦੀਆਂ ਵਾਰਾਂ ਗਾਈਆਂ, ਸਾਧ ਸੰਗਤ ਪ੍ਰਮਾਣ ਲਾਏ ਤੇ ਬੜਾ ਰਸ ਬਣਿਆ। ਰਸ ਬਣਿਆ ਤੇ ਬਾਬਾ ਨੰਦ ਸਿੰਘ ਖੁਸ਼ ਹੋਏ, ਕਹਿੰਦੇ ਮੰਗ ਵੀ ਪਿਆਰਿਆ। ਅੱਗੋਂ ਕੀਤੀ ਬੇਨਤੀ, ਜੀ ਮੇਰੀ ਮਨ ਦੀ ਚਾਹਨਾ ਬਹੁਤ ਆ, ਮੈਂ ਰਾਗ ਸਿੱਖਾਂ, ਰਾਗਾਂ ਵਿੱਚ ਕੀਰਤਨ ਕਰਾਂ। ਬਾਬਾ ਨੰਦ ਸਿੰਘ ਨੇ ਅੱਗੋਂ ਵਚਨ ਕੀਤਾ। 1430ਵਾਂ ਅੰਗ ਰਾਗਮਾਲਾ ਦਾ ਸੂਰਦਾਸ ਸਨ ਬਾਬਾ ਕੇਰ ਸਿੰਘ ਜੀ। ਬਾਬਾ ਕੇਹਰ ਸਿੰਘ ਸੂਰਦਾਸ ਤੇ ਕਿਹਾ, ਤੈਨੂੰ ਕੋਈ ਸੁਣਾਊਗਾ, ਤੈਨੂੰ ਕੰਠ ਹੋ ਜੂਗੀ ਰਾਗਮਾਲਾ ਬਾਣੀ ਤੇ ਤੂੰ ਉਹਦਾ ਅਭਿਆਸ ਕਰੀ। ਜੀ 40 ਦਿਨ ਕਰਨਾ ਤੇ ਰਾਗ ਤੇਰੇ ਵਿੱਚ ਆਪੇ ਚੱਲਣਗੇ, ਤੈਨੂੰ ਕਿਤੇ ਸਿੱਖਣ ਜਾਣ ਦੀ ਲੋੜ ਨਹੀਂ। 7 ਕਹਿ ਦਿੱਤਾ। ਗੁਰਦਿਆਲ ਸਿੰਘ ਹੋਣਾ ਦੇ ਨਾਲ ਕਲੇਰੀ ਪਿੰਡ ਭੇਜ ਦਿੱਤਾ ਬਾਬਾ ਕੇਰ ਸਿੰਘ ਨੂੰ। ਰਾਗੀ ਸਿੰਘ ਸਨ, ਅੱਖਾਂ ਤੋਂ ਮਨਾਖੇ, ਜਿਨ੍ਹਾਂ ਦੀਆਂ ਕਈ ਸਾਖੀਆਂ ਆਪ ਜੀ ਨਾਲ ਪਹਿਲਾਂ ਵੀ ਸਾਂਝੀਆਂ ਕੀਤੀਆਂ। ਅੱਖਾਂ ਪਾਉਂਦੀ ਆ ਦੁਨਿਆਵੀ ਬੰਦ ਸਨ, ਪਰ ਅੰਦਰਲੀਆਂ ਖੁੱਲੀਆਂ ਸਨ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਉਹਨਾਂ ਨੂੰ ਹਰ ਤਰ੍ਹਾਂ ਦੇ ਪ੍ਰਾਣੀ ਦਾ ਅਨੁਭਵ ਉਹਨਾਂ ਨੂੰ ਉਦੋਂ ਹੀ ਹੋ ਜਾਂਦਾ ਸੀ। ਕੌਣ ਆਇਆ, ਕਹੇ ਜਿਹੇ ਕੱਪੜੇ ਪਾਏ ਆ, ਕਹੇ ਜਿਹੀ ਦੇਖਾ। ਉੱਥੇ ਨਹੀਂ ਕੋਈ ਦੂਰ ਵੀ ਹੁੰਦਾ ਸੀ ਤਾਂ ਵੀ ਉਹਨਾਂ ਨੂੰ ਅਨੁਭਵ ਹੁੰਦਾ ਸੀ। ਏਡੀ ਖੇਡ ਤੱਕ ਪਹੁੰਚ ਗਏ ਸਨ। 7 ਕਹਿ ਕੇ ਕਲੇਰੀ ਚਲੇ ਗਏ ਤੇ ਆਉਣ ਵਾਲੇ ਦਿਨਾਂ 'ਚ ਬਾਬਾ ਨੰਦ ਸਿੰਘ ਜੀ ਉਡੀਕ ਰਹੇ ਨੇ, ਵੀ ਆਏ ਹੀ ਨਹੀਂ, ਕਿ ਉਹ ਕੀਰਤਨ ਦੇ ਬਹੁਤ ਆਸ਼ਕ ਸਨ। ਕੀਰਤਨ ਪਿੱਛੇ ਤਾਂ ਕਈ ਵਾਰ ਹੱਥ ਵੀ ਬੰਨ੍ਹ ਦਿਆ ਕਰਦੇ ਤੇ ਮਿਹਨਤ ਵੀ ਕਰ ਲਿਆ ਕਰਦੇ ਕੀਰਤਨੀਏ ਦੀ, ਵੀ ਸੁਣਾ ਬਈ ਸਾਨੂੰ ਬਹੁਤ ਭੁੱਖ ਲੱਗੀ ਆ ਕੀਰਤਨ ਦੀ। ਤੇ ਜਦੋਂ 2 ਦਿਨਾਂ ਬਾਅਦ ਸੁਨੇਹਾ ਭੇਜ ਕੇ ਬੁਲਾਇਆ, ਬਈ ਆਏ ਨਹੀਂ ਤੁਸੀਂ, ਕੀ ਗੱਲ ਬਈ 2 ਦਿਨ ਕੀਰਤਨ ਨਹੀਂ ਕੀਤਾ? ਤੇ ਦੱਸਿਆ ਬਈ ਗੁਰੂ ਨਾਨਕ ਦੀ ਕਿਰਪਾ ਨਾਲ 34 ਮਾਲਾ ਰੋਜ਼ ਦੀਆਂ ਮੈਂ ਫੇਰਦਾ ਰਾਗਮਾਲਾ ਦੀ, ਤੇ ਟਾਈਮ ਵੱਜਦਾ ਨਹੀਂ, ਸਮਾਂ ਰਹਿੰਦਾ ਨਹੀਂ ਮੇਰੇ ਕੋਲੇ। ਮਨ ਦੀ ਇੱਛਾ ਸੀ ਮੈਂ 36 ਫੇਰਾਂ। ਬਾਬਾ ਨੰਦ ਸਿੰਘ ਜੀ ਖੁਸ਼ ਹੋ ਗਏ। ਸਾਧ ਸੰਗਤ ਕਹਿੰਦੇ, ਕੇਰ ਸਿੰਘ ਤੇਰਾ ਕੰਮ ਫਤਿਹ ਹੈ, ਹੁਣ ਤੂੰ ਬਾਕੀ ਵੈਸੇ ਅਭਿਆਸ ਕਰ ਲਈ, ਬਾਜੇ ਤੇ ਹੱਥ ਰੱਖ, ਰਾਗ ਆ ਗਏ ਤੇਰੇ ਕੋਲੇ ਸਾਰੇ, ਤੂੰ ਗਾਉਣੇ ਸ਼ੁਰੂ ਕਰ। ਤੇ ਕਿਸੇ ਤੋਂ ਸਿੱਖੇ ਨਹੀਂ। ਤੇ ਜੇ ਕਿਤੇ ਉਹਨਾਂ ਦੇ ਸਾਧ ਸੰਗਤ ਕੀਰਤਨ ਸੁਣੋ, ਉਹਨਾਂ ਦੇ ਕਦੇ ਵਾਇਲਨ ਵੱਜਦੀ ਆ, ਉਦੋਂ ਵੀ ਸਿੰਘ ਸੁਣ ਰਹੇ ਸਨ ਪਿੱਛੇ ਲੰਗਰ ਹਾਲ 'ਚ, ਉਹ ਮੱਲੋ ਮੱਲੀ ਹੂਕ ਨਿਕਲਦੀ ਹੈ। ਬਹੁਤ ਵਿਰਾਗਮਈ ਕੀਰਤਨ ਕਰਿਆ ਕਰਦੇ। ਸੂਰਦਾਸ ਹੁੰਦਿਆਂ ਤੇ ਸਾਰੀਆਂ ਹੀ ਬਾਣੀਆਂ ਕੰਠ ਉਹਨਾਂ ਨੂੰ, ਜਿੰਨੀਆਂ ਇਤਿਹਾਸ ਕੰਠ, ਕਵਿਤਾ ਕੰਠ, ਆਏਂ ਗਾਈ ਜਾਂਦੇ ਸੀ। ਤੇ ਫਿਰ ਇੱਥੇ ਕੀ ਕਹਿੰਦੇ, ਕਰੋ ਫੇਰ ਸਰਵਣ ਜੀ। ਤਬ ਕਰੁਣਾ ਬਿਨ ਅੱਖਰ ਏਕੂ। ਕਹਿੰਦੇ ਤੁਹਾਡੀ ਕਿਰਪਾ ਤੋਂ ਬਗੈਰ, ਗੁਰ ਪ੍ਰਸਾਦ ਤੋਂ ਬਗੈਰ ਇੱਕ ਅੱਖਰ ਵੀ ਮੁਖ ਵਿੱਚ ਨਹੀਂ ਆ ਸਕਦਾ। ਇੱਕ ਬੰਦ ਦੋਹਰਾ ਸੋਈਏ ਨਹੀਂ ਬਣ ਸਕਦੇ ਜੀ। ਨਹਿ ਉਪਜਤ ਮੁਝ ਹਿਰਦੈ ਵਿਵੇਕੂ। ਮੇਰੇ ਹਿਰਦੇ ਵਿੱਚ ਜਿੰਨਾ ਚਿਰ ਤੁਸੀਂ ਕਿਰਪਾ ਨਾ ਕਰੋ, ਉਨਾ ਚਿਰ ਵਿਵੇਕ ਬੁੱਧ ਭਾਵ ਸ੍ਰੇਸ਼ਟ ਬੁੱਧੀ ਨਹੀਂ ਹੋ ਸਕਦੀ ਜੀ। ਦੋਹਰਾ ਗੁਰ ਪਗ ਪ੍ਰੇਮ ਸਮੁੰਦਰ ਸਮ। ਮਹਾਰਾਜ ਜਿਹੜੇ ਤੁਹਾਡੇ ਚਰਨ ਨੇ ਉਹ ਸਮੁੰਦਰ ਦੇ ਨਾਇਕ ਨੇ ਜੀ। ਸੁਦਾ ਪਰਦ ਕਵਿਤਾ ਸੋ। ਤੇ ਇਹਦੇ ਵਿੱਚੋਂ ਅੰਮ੍ਰਿਤ ਰੂਪੀ
ਅੜੀ ਕਵਤਾ ਮਹਾਰਾਜ ਆਉਂ ਕਰਕੇ ਇਹਦੇ ਵਿੱਚੋਂ ਸੋਮੇ ਆਉਣ ਛੱਲਾ ਰੂਪ ਜੀ। ਸਿੱਖ ਬਿੰਦਰਾਦਿਕ ਪੀਵਹੀ ਨਿਤ ਹੋਇ ਸੁਮਤ ਪ੍ਰਕਾਸ਼। ਤੇ ਇਹ ਜਿਹੜੇ ਮਹਾਰਾਜ ਜਿਹੜਾ ਤੁਸੀਂ ਅੰਮ੍ਰਿਤ ਰੂਪੀ ਸੋਮਾ ਆਪ ਜੀ ਦੇ ਆਉਣਾ ਚਰਨਾਂ ਵਿੱਚ ਸਮੁੰਦਰ ਰੂਪ ਚਰਨਾਂ ਵਿੱਚੋਂ ਮਹਾਰਾਜ ਇਹ ਸਿੱਖ ਪੀਣਗੇ ਤੇ ਪੀ ਕੇ ਕੀ ਹੋਣਗੇ? ਸਮੱਤ ਮਿਲੂਗੀ, ਧੀਰਜ ਮਿਲੂਗਾ, ਹੌਸਲਾ, ਤੇ ਇਹ ਮਹਾਰਾਜ ਉਹ ਰਸ ਨੂੰ ਪ੍ਰਾਪਤ ਹੋਣਗੇ ਜੀ। ਚੌਪਈ ਵਿੱਚ ਕਰਤਾਰਪੁਰੇ ਜਗ ਰਾਈ। ਹਾਂਜੀ, ਇੱਥੇ ਹੁਣ ਪਹਿਲਾਂ ਮੰਗਲਾਚਰਨ ਕੀਤੇ ਨੇ ਤੇ ਇੱਥੋਂ ਹੁਣ ਸਾਧ ਸੰਗਤ ਜੀ ਕਥਾ ਆਰੰਭ ਹੁੰਦੀ ਹੈ ਤੇ ਆਪ ਜੀ ਬੜੇ ਕਰੋ ਇਕਾਗਰਤਾ ਤੇ ਫੇਰ ਕਰੋ ਸਰਵਣ ਜੀ। ਵਿੱਚ ਕਰਤਾਰਪੁਰੇ ਜਗ ਰਾਈ। ਕਹਿੰਦੇ ਜਿਹੜੇ ਜੱਗ ਦੇ ਰਾਜੇ ਈਸ਼ ਰੂਪ ਕੌਣ ਨੇ ਉੱਥੇ ਕਰਤਾਰਪੁਰ ਵਿੱਚ? ਧੰਨ ਗੁਰੂ ਅੰਗਦ ਦੇਵ ਸਾਹਿਬ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨੇ, ਫਿਰ ਕਰਤਾਰਪੁਰ ਵਿੱਚ ਫਿਰ ਗੁਰਤਾ ਗੱਦੀ ਦਿੱਤੀ ਹੈ। ਸੰਸਾਰ ਨੂੰ ਤਾਰਿਆ ਮਹਾਰਾਜ ਨੇ ਇੱਥੇ ਖੇਤੀ ਕਰਕੇ ਦਿਖਾਈ। ਭਾਵੇਂ ਦੀ ਹੁਣ ਆਪ ਜੀ ਫੋਟੋਆਂ ਵਿੱਚ ਦੇਖ ਰਹੇ ਹੋ ਨਾ, ਬੜੇ ਵੱਡੇ ਫਰਸ਼ ਬੰਨੇ ਪਏ ਗੁਰੂ ਘਰ ਦੇ ਨਾਲ ਦੂਰ ਦੂਰ ਤੱਕ। ਪਰ ਜਦੋਂ ਆਪਾਂ ਖੂਹ ਵਾਲੇ ਪਾਸੋਂ, ਜਿੱਥੇ ਵੱਡਾ ਖੂਹ ਸੀ ਜਿੱਥੋਂ ਮਹਾਰਾਜ ਹਲਟੀਆਂ ਲੱਗੀਆਂ ਸਨ, ਅੱਜ ਵੀ ਖੂਹ ਉਵੇਂ ਹੀ ਆ ਸਾਧ ਸੰਗਤ, ਬਹੁਤ ਸਾਂਭਿਆ ਹੋਇਆ ਉਹਨਾਂ ਨੇ। ਜਿੱਥੇ ਮਹਾਰਾਜ ਰੱਸੀ ਬੰਨ੍ਹਿਆ ਕਰਦੇ ਬਲਦਾਂ ਦੀ, ਉਹ ਅੱਜ ਵੀ ਉਹਨਾਂ ਨੇ ਸ਼ੀਸ਼ੇ ਵਿੱਚ ਲਾ ਕੇ ਤੇ ਉਹਨੂੰ ਸੰਭਾਲ ਕੇ ਰੱਖਿਆ ਹੋਇਆ। ਪਾਕਿਸਤਾਨ ਵਾਲੇ ਗੁਰਮੁਖ ਪਿਆਰਿਆਂ ਨੇ ਗੁਰਦੁਆਰਾ ਸਾਹਿਬ ਉਵੇਂ ਹੀ ਸੰਭਾਲ ਕੇ ਰੱਖੇ ਨੇ ਪੁਰਾਣੇ ਸਾਰੇ। ਤੇ ਉੱਥੋਂ ਅੰਦਰ ਵੜੋ ਤੇ ਪਹਿਲੇ ਜਿਹੜੇ ਪੁਰਾਣਾ ਜਿਹੜੀ ਕੰਧ ਸੀ, ਅੱਜ ਤਾਂ ਹੁਣ ਨਹੀਂ ਦਿਸੀ ਫੋਟੋਆਂ ਵਿੱਚ, ਤੇ ਵੜਦਿਆਂ ਨੂੰ ਸੱਜੇ ਹੱਥ ਪਹਿਲਾਂ ਮਹਾਰਾਜ ਦੀ ਉਹ ਜਿਹੜੀ ਕਬਰ ਬਣਾਈ ਸੀ ਮੁਸਲਮਾਨ ਭਰਾਵਾਂ ਨੇ। ਥੋੜ੍ਹੇ ਅੱਗੇ ਜਾਓ ਤੇ ਨਾਲ ਹੀ ਸੱਜੇ ਪਾਸੇ ਨੂੰ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਥੱਲੜੇ ਪਾਸੇ ਜਿਵੇਂ ਆਪਾਂ ਮੱਟੀਆਂ ਬਣਾਈਆਂ ਹੁੰਦੀਆਂ, ਹਿੰਦੂ ਵੀਰਾਂ ਨੇ ਉਹ ਬਣਾਈ ਸੀ ਮਹਾਰਾਜ ਦੀ, ਅੱਧੀ ਅੱਧੀ ਚਾਦਰ ਕੀਤੀ ਸੀ, ਜਗ੍ਹਾ ਬਣਾਈਆਂ ਹੋਈਆਂ। ਉਹ ਤੋਂ ਥੋੜ੍ਹਾ ਜਿਹਾ ਬਸ ਲਾਓ, ਕੋਈ 20 ਕਦਮ ਹੋਰ 15 ਕਦਮ ਅੱਗੇ ਜਾਓ ਤੇ ਖੂਹੀ ਸੀ ਉੱਥੇ ਸਾਧ ਸੰਗਤ, ਜਿਹਦੇ ਵਿੱਚੋਂ ਮਹਾਰਾਜ ਦਾ ਪਰਿਵਾਰ ਜਲ ਛਕਿਆ ਕਰਦਾ। ਤੇ ਉਹ ਤੋਂ ਕੰਧ ਤੋਂ ਥੋੜ੍ਹਾ ਦਰਿਆ ਵਾਲੇ ਪਾਸੇ ਨੂੰ ਪਿੱਛੋਂ ਟੱਪੋਂ ਉੱਥੇ ਇੱਕ ਖੂਹੀ ਸੀ। ਜਦੋਂ ਸੰਗਤਾਂ ਬਹੁਤ ਬਾਹਰੋਂ ਆਉਂਦੀਆਂ ਸੀ ਉੱਥੋਂ ਜਲ ਛਕਿਆ ਕਰਦੀਆਂ। ਕਰਤਾਰਪੁਰ ਸਾਹਿਬ ਜਾਓ, ਇੱਕ ਆਨੰਦ ਤੇ ਖੇੜਾ ਵੱਖਰਾ ਹੀ ਹੈ, ਕਿਉਂ ਮਹਾਰਾਜ ਆਪ ਚਰਨ ਪਾਏ ਨੇ। ਉੱਥੋਂ ਦੀ ਖੇਤੀ ਫਸਲ ਦਾਸ ਜਦੋਂ ਮਹਾਰਾਜ ਦੀ ਕਿਰਪਾ ਨਾਲ ਗੁਰੂ ਸਾਹਿਬ ਨੇ ਸਵਾਬ ਬਣਾਇਆ ਉੱਥੋਂ ਅਸਥਾਨਾਂ ਦੇ ਦਰਸ਼ਨਾਂ ਦਾ। ਭਾਈ ਰਾਜਵੀਰ ਸਿੰਘ ਜਨਮ ਸਿੰਘ ਨਾਲ ਸਨ ਤੇ ਦਾਸ ਉਹਨਾਂ ਨਾਲ ਵੀ ਇਹੀ ਵਿਚਾਰ ਕਰ ਰਹੇ ਸੀ ਤੇ ਉਹ ਵੀ ਇਹੀ ਚੀਜ਼ ਮਹਿਸੂਸ ਕਰ ਰਹੇ ਸਨ ਉਸ ਸਮੇਂ ਦੇਖਦਿਆਂ ਹੋਇਆਂ। ਗੋਬਿੰਦ ਸਿੰਘ ਜਿਹੜੇ ਉੱਥੋਂ ਦੇ ਹੈੱਡ ਗ੍ਰੰਥੀ ਨੇ, ਜਿਹੜੇ ਸੇਵਾ ਸੰਭਾਲ ਕਰ ਰਹੇ ਨੇ, ਅਸੀਂ ਉਹਨਾਂ ਨਾਲ ਕਾਫੀ ਚਿਰ ਵਿਚਾਰ ਆਹੀ ਕਰਦੇ ਰਹੇ ਵੀ ਮਹਾਰਾਜ ਦੇ ਚਰਨ ਪਏ ਨੇ। ਆ ਥੋੜ੍ਹਾ ਜਿਹਾ ਪਿੱਛੇ ਦੇਖੋ, ਉਹ ਇੱਕ ਸੇਮ ਜੀ ਲੰਘਦੀ ਆ, ਉਹ ਤੋਂ ਮਗਰ ਥੋੜ੍ਹਾ ਦੇਖੋ, ਉੱਥੋਂ ਦਾ ਤੇ ਇੱਥੋਂ ਦਾ ਫਸਲ ਦਾ ਕਿੰਨਾ ਫਰਕ ਆ। ਫਸਲ ਦੇ ਰੰਗ ਦਾ ਹੀ ਸਾਧ ਸੰਗਤ ਫਰਕ ਆ। ਉਹ ਫਿਰ ਦੱਸ ਰਹੇ ਸਨ ਫਸਲ ਦੀ ਉਪਜ ਦਾ ਵੀ ਫਰਕ ਆ ਬਹੁਤ, ਕਿਉਂ ਮਹਾਰਾਜ ਦੇ ਚਰਨ ਪਏ ਨੇ। ਉੱਥੇ ਧੰਨ ਗੁਰੂ ਅੰਗਦ ਦੇਵ ਸਾਹਿਬ ਨੇ ਵੀ ਉਹ ਜਿਹੜਾ ਚੌਂਦਾ ਜਿਹੜਾ ਡੀਲਾ ਸੀ ਸਿਰ ਦੇ ਉੱਤੇ ਚੱਕਿਆ ਸੀ। ਉੱਥੇ ਰਹਿ ਕੇ ਉਹ ਵੀ ਪਰਚਿਆਂ ਚੋਂ ਪਾਸ ਹੋਏ ਅਤੇ ਬੇਅੰਤ ਕਲਾਂ ਵਰਤੀਆਂ ਜੀ। ਫੇਰ ਪੜੋ ਜੀ। ਵਿੱਚ ਕਰਤਾਰਪੁਰੇ ਜਗ ਰਾਈ। ਕਹਿੰਦੇ ਜਗ ਦੇ ਈਸ਼ਰ ਧੰਨ ਗੁਰੂ ਨਾਨਕ ਪਾਤਸ਼ਾਹ ਕਰਤਾਰਪੁਰ ਵਿੱਚ ਵਸਦੇ ਸੀ ਜੀ। ਸ੍ਰੀ ਅੰਗਦ ਕੋ ਦੀਨ ਵਡਾਈ। ਕਹਿੰਦੇ ਫੇਰ ਕੀ ਕੀਤਾ? ਆਪਦੀ ਜੋਤ ਟਕਾਈ ਆ, ਵਡਿਆਈ ਦਿੱਤੀ ਆ ਲਹਿਣੇ ਨੂੰ। ਜਦੋਂ ਚੱਲ ਕੇ ਆਏ ਸਨ, ਕਹਿੰਦੇ ਤੂੰ ਲੈਣਾ ਤੇ ਮੈਂ ਦੇਣਾ। ਕਹਿੰਦੇ ਲੈਣ ਵਾਲੇ ਚੜ੍ਹ ਕੇ ਆਉਂਦੇ ਆ, ਦੇਣ ਵਾਲੇ ਫਿਰ ਥੱਲੇ ਹੀ ਖੜੇ ਹੁੰਦੇ। ਤੇ ਫਿਰ ਉੱਥੇ ਵਡਾਈ ਦਿੱਤੀ, ਵਡਿਆਈ ਦਿੱਤੀ ਜੀ। ਆਪਨ ਕੀਨ ਸੱਚਖੰਡ ਪਿਆਨਾ। ਉਹ ਤੋਂ ਬਾਅਦ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ ਜੀ। ਜੋਤ ਰੂਪ ਬਿਬ ਤਨ ਪਲਟਾਨਾ। ਕਹਿੰਦੇ ਉਹੀ ਆ ਜੋਤ, ਉਹੀ ਹੈ ਜੋਤ। ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ। ਕਹਿੰਦੇ ਕੀ ਆ? ਜੋਤ ਉਹੀ ਹੈ, ਬਸ ਕੱਪੜੇ ਬਦਲਦੇ। ਪਹਿਲਾਂ ਗੁਰੂ ਨਾਨਕ ਪਾਤਸ਼ਾਹ ਨਾਮ,
ਹੁਣ ਧੰਨ ਗੁਰੂ ਅੰਗਦ ਦੇਵ ਸਾਹਿਬ ਹੋ ਗਿਆ ਜੀ। ਜਿਉ ਅਦਪਤ ਇੱਕ ਪੋਸ਼ਿਸ਼ ਤਜ ਕੈ। ਕਹਿੰਦੇ ਜਿਵੇਂ ਇੱਕ ਰਾਜਾ ਹੋਵੇ ਸਾਧ ਸੰਗਤ, ਸਵੇਰ ਨੂੰ ਜਿਵੇਂ ਚਿੱਟਾ ਚੋਲਾ ਪਾਇਆ ਹੋਵੇ, ਦੁਪਹਿਰ ਨੂੰ ਕੋਈ ਨੀਲਾ ਪਾ ਲਵੇ, ਸ਼ਾਮਾਂ ਨੂੰ ਕੋਈ ਕੇਸਰੀ ਰੰਗ ਦਾ ਪਾ ਲਵੇ। ਰਾਜਾ ਉਹੀ ਹੈ, ਪਰ ਚੋਲੇ ਕੱਲੇ ਬਦਲੇ ਨੇ ਜੀ। ਬੈਸਹਿ ਸਭਾ ਦੁਤੇ ਤਨ ਸਜ ਕੈ। ਕਹਿੰਦੇ ਪਾਉਂਦੀ ਉਹ ਸਵੇਰ ਵਾਲੀ ਚ, ਦੁਪਹਿਰ ਵਾਲੀ, ਸ਼ਾਮਾਂ ਵਾਲੀ ਚ ਬੈਠੇ, ਪਰ ਰਾਜਾ ਤਾਂ ਉਹੀ ਹੁੰਦਾ। ਤੇ ਕਿਵੇਂ? ਉਹ ਤਨ ਤੇ ਧਾਰ ਕੇ ਜੀ। ਤਿਉ ਖਡੂਰ ਮਹਿਆਨ ਬਿਰਾਜੇ। ਫਿਰ ਇਉਂ ਸਮਾਂ ਬਣਿਆ ਤੇ ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਕਰਤਾਰਪੁਰ ਸਾਹਿਬ ਛੱਡਦੇ ਹੋਏ ਆ ਤੇ ਆ ਪਹੁੰਚੇ, ਖੰਡੂਰ ਵਿੱਚ ਆਏ, ਭਗਤੀ ਵੀ ਕੀਤੀ, ਸਿਮਰਨ ਕੀਤਾ, ਅਭਿਆਸ, ਆਨੰਦ ਰਸ ਵਿਰਾਗ ਵਿੱਚ ਰਹਿਣਾ, ਲੋਕੇ ਵੀ ਰਹਿਣਾ। ਸਮਾਂ ਬਣਿਆ ਸੀ ਜਦੋਂ ਕਿਹਾ ਸੀ, ਮਹਾਰਾਜ ਦਾ ਬਚਨ ਸੀ ਗੁਰੂ ਨਾਨਕ ਪਾਤਸ਼ਾਹ ਦਾ, ਵੀ ਜਦੋਂ ਕਿਤੇ ਵੀ ਸਾਡੇ ਘਰ ਦੀ ਕਿਤੇ ਤੁਹਾਨੂੰ ਕੋਈ ਸੋਝੀ ਨਾ ਆਵੇ, ਕੁੱਤ ਵੀ ਸਤਾਰੇ ਨੇ ਬਾਬਾ ਬੁੱਢਾ ਜੀ, ਤੁਸੀਂ ਇਹਨਾਂ ਕੋਲੇ ਜਾਇਓ ਤੇ ਤੁਹਾਨੂੰ ਸੇਧ ਮਿਲੂਗੀ। ਜਦੋਂ ਗੁਰੂ ਅੰਗਦ ਦੇਵ ਸਾਹਿਬ ਮਿਲੇ ਨਹੀਂ ਸੰਗਤ ਨੂੰ, 6 ਮਹੀਨੇ ਹੋ ਗਏ, ਤੇ ਉਦੋਂ ਬਾਬਾ ਬੁੱਢਾ ਜੀ ਕੋਲੇ ਗਏ ਤੇ ਬਾਬਾ ਬੁੱਢਾ ਜੀ ਫਿਰ ਇਸੇ ਖੰਡੂਰ ਸਾਹਿਬ ਵਾਲੇ ਸਥਾਨ ਤੇ ਆ ਕੇ ਤੇ ਫਿਰ ਸੰਨ ਲਾ ਕੇ ਤੇ ਮਹਾਰਾਜ ਦਰਸ਼ਨ ਕੀਤੇ ਸਨ। ਮਹਾਰਾਜ ਨੇ ਕਿਹਾ ਸੀ ਕੋਈ ਨੂੰ ਅਸੀਂ ਕੋਈ ਸਾਡਾ ਬੂਹਾ ਖੋਲ ਕੇ ਨਾ ਆਵੇ। ਫਿਰ ਕਿਵੇਂ ਕਿਵੇਂ ਆਏ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਜੀ ਨੂੰ ਇਤਿਹਾਸ ਜਿਵੇਂ ਮਹਾਰਾਜ ਕਿਰਪਾ ਕਰਕੇ ਉਹਦੀ ਵਿਚਾਰ ਕਰਾਉਣਗੇ। ਇਹ ਅੱਗੇ ਕਰੋ ਸਰਵਣ ਜੀ। ਜਿਨ ਸਿਮਰਨ ਕਲ ਕਲ ਮਲ ਭਾਜੇ। ਕਹਿੰਦੇ ਜਿਨ੍ਹਾਂ ਦੇ ਨਾਂ ਲੈਣ ਨਾਲ ਧੰਨ ਗੁਰੂ ਅੰਗਦ ਦੇਵ ਸਾਹਿਬ ਆਪਾਂ ਕਹੀਏ, ਕਹਿੰਦੇ ਜਿਨ੍ਹਾਂ ਦੇ ਨਾਂ ਲੈਣ ਦੇ ਨਾਲ ਕਲ ਕਲੇਸ਼ ਦੁੱਖ ਪਾਪ ਭੱਜ ਜਾਂਦੇ ਨੇ ਜੀ। ਦੋਹਰਾ ਤਖਤ ਬੈਠੇ ਅੰਗਦ ਗੁਰੂ ਕੀਨ ਖਡੂਰ ਨਿਵਾਸ। ਕਹਿੰਦੇ ਤਖਤ ਤੇ ਬੈਠੇ ਨੇ ਤੇ ਖੰਡੂਰ ਸਾਹਿਬ ਵਾਲੇ ਅਸਥਾਨ ਤੇ ਉੱਥੇ ਸਜੇ ਹੋਏ ਨੇ ਜੀ। ਨਰਨ ਉਦਾਹਰਨ ਕਰਨੇ ਕਰਤ ਸੋ ਭਗਤ ਪ੍ਰਕਾਸ਼। ਕਹਿੰਦੇ ਕੀ ਕਰ ਰਹੇ ਨੇ? ਜੀਆਂ ਦਾ ਭਲਾ ਕਰ ਰਹੇ ਨੇ, ਜੀਆਂ ਦਾ ਉਧਾਰ ਕਰ ਰਹੇ ਨੇ। ਉਹਨਾਂ ਦਾ ਭਲਾ ਕਰਨ ਵਾਸਤੇ ਆਪ ਪ੍ਰਕਾਸ਼ ਰੂਪ ਹੋ ਕੇ ਸਜੇ ਨੇ ਜੀ। ਸਵਈਆ ਇੱਕ ਬਾਸੁਰ ਆਸਨ ਡਾਸ ਅਸੀਨ ਸੋ ਧਿਆਨ ਬਿਖੈ ਗੁਰ ਅੰਗਦ ਹੋਏ। ਇੱਕ ਦਿਨ ਸਮਾਂ ਬਣਿਆ, ਗੁਰੂ ਸਾਹਿਬ ਵਾਸਤੇ ਸੋਹਣਾ ਆਸਣ ਲੱਗਿਆ, ਚੌਕੜਾ ਲੱਗਿਆ ਪਾਤਸ਼ਾਹ ਦਾ, ਤੇ ਇਹੋ ਜਿਹਾ ਧਿਆਨ ਜੁੜਿਆ, ਇਹੋ ਜਿਹਾ ਵਿਰਾਗ ਵਿੱਚ ਗਿਆ ਮਨ, ਤੇ ਲੱਭਣ ਲੱਗਾ ਮਨ ਗੁਰੂ ਨਾਨਕ ਪਾਤਸ਼ਾਹ ਦੀਆਂ ਹੋਰ ਵਡਿਆਈਆਂ ਸੁਣਾ। ਕੋਈ ਮੈਨੂੰ ਮਿਲੇ ਤੇ ਮੈਨੂੰ ਵਡਿਆਈ ਸੁਣਾਵੇ। ਧਿਆਨ ਲੱਗੇ ਦੇ ਵਿੱਚ ਇੱਕ ਦਿਨ ਕਿਸੇ ਨੇ ਸਵਾਲ ਪੁੱਛਿਆ ਸੀ, ਕਹਿੰਦੇ ਕਈ ਵਾਰ ਐਸ ਅਭਿਆਸ 'ਚ ਬੈਠੇ ਹੁੰਦੇ ਆ ਤੇ ਕਈ ਵਾਰ ਮਨ ਵਿੱਚ ਆਈ ਜਾਂਦਾ ਵੀ ਹੋਰ ਬਾਣੀ ਪੜ੍ਹੀ ਜਾਵੇ, ਵੀ ਕਿਵੇਂ? ਫਿਰ ਮੈਂ ਕਿਹਾ ਕੋਈ ਮਾੜੀ ਗੱਲ ਨਹੀਂ। ਹਾਂ, ਜੇ ਅਭਿਆਸ ਵਿੱਚ ਬੈਠਿਆਂ ਦੁਨਿਆਵੀ ਕੰਮ ਪਰਿਵਾਰ ਦੇ ਜੀਅ ਦਿਸੀ ਜਾਂਦੇ ਆ, ਫਿਰ ਜ਼ਰੂਰ ਚਿੰਤਾ ਦਾ ਵਿਸ਼ਾ। ਜੇ ਉਹੀ ਮੂਹਰੇ ਆਈ ਜਾਂਦੇ ਆ ਜਾਂ ਦੁਨਿਆਵੀ ਦੇਣੇ ਲੈਣੇ ਦਿਸੀ ਜਾਂਦੇ ਆ, ਤੇ ਫਿਰ ਜ਼ਰੂਰ ਚਿੰਤਾ ਦਾ ਵਿਸ਼ਾ, ਕਿ ਉਦੋਂ ਇਕਾਗਰਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇੱਧਰ ਪਾਤਸ਼ਾਹ ਸਜੇ ਨੇ ਤੇ ਮਹਾਰਾਜ ਮਨ ਵਿੱਚ ਕੀ ਖਿਆਲ ਆਉਂਦਾ? ਕਰੋ ਸਰਵਣ ਜੀ। ਗੁਰੂ ਨਾਨਕ ਕੇ ਪਦ ਪੰਕਜ ਲੀਨ। ਤੇ ਮਹਾਰਾਜ ਦੇ ਚਰਨਾਂ ਵਿੱਚ ਜਿਹੜੀ ਆ ਸੁਰਤੀ ਆ ਲੀਨ ਹੋਈ ਆ ਜੀ। ਨਿਰੰਤਰ ਹੀ ਮੁਦ ਲੋਚਨ ਕੋਏ। ਕਹਿੰਦੇ ਅੱਖਾਂ ਬੰਦ ਹੀ ਨੇ ਨਿਰੰਤਰ, ਬਹੁਤ ਸਮਾਂ ਹੁਣ ਹੋ ਗਿਆ ਬੈਠੇ ਜੀ। ਪੁਨਿਓ ਉਪਜੀ ਉਰ ਬੀਚ ਵਿਚਾਰ। ਉਸੇ ਟਾਈਮ ਔਰ ਭਾਵ ਹਿਰਦੇ ਵਿੱਚ ਇੱਕ ਵਿਚਾਰ ਆਈ ਜੀ। ਸੋ ਕਿੰਕਰ ਕੇ ਭ੍ਰਮ ਜਾਸ ਬਿਗੋਏ ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ। ਕਹਿੰਦੇ ਉਹਦੇ ਵਿੱਚ ਦਾਸਾਂ ਬਾਰੇ ਸੋਚਣ ਲੱਗ ਗਏ ਵੀ ਕਿਹੜਾ ਇਹੋ ਜਿਹਾ ਮਹਾਰਾਜ ਦਾਸ ਹੋਊਗਾ, ਕਿੰਕਰ ਭਾਵ ਦਾਸ, ਕਿਹੜਾ ਇਹੋ ਜਿਹਾ ਦਾਸ ਹੋਊਗਾ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਦਾ ਬਹੁਤ ਹੀ ਪਿਆਰਾ ਹੋਊਗਾ, ਇੰਨਾ ਕੁ ਪਿਆਰਾ ਹੋਵੇ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਬਾਰੇ ਪੁਨ੍ਹਾ ਪਤਾ ਹੋਵੇ। ਇਹ ਖਿਆਲ ਫਿਰ ਉਦੋਂ ਆਉਂਦਾ ਜੀ। ਪਰਮੇਸ਼ਰ ਸ੍ਰੀ ਗੁਰੂ ਨਾਨਕ ਸੋ ਜਿਨ ਭੇਦ ਨਾ ਮਦ ਤਰੰਗਹਿ ਤੋਏ। ਕਹਿੰਦੇ ਉਹ ਆ ਕੇ ਕੋਈ ਦੱਸੇ ਕਿ ਗੁਰੂ ਨਾਨਕ ਪਾਤਸ਼ਾਹ ਦੀਆਂ ਕੋਈ ਵਡਿਆਈਆਂ ਸੁਣਾਵੇ, ਤੇ ਗੁਰੂ ਨਾਨਕ ਪਾਤਸ਼ਾਹ ਕੌਣ ਨੇ?
ਕਹਿੰਦੇ ਆਪ ਜਿਵੇਂ ਅਕਾਲ ਪੁਰਖ ਸਮੁੰਦਰ ਰੂਪ ਨੇ, ਉਹਦੇ ਵਿੱਚੋਂ ਇਹ ਉੱਠਣ ਵਾਲੀ ਇੱਕ ਛੱਲ ਹੈ, ਭਾਵ ਉਹ ਉਹੀ ਸਰੂਪ ਨੇ ਜੀ। ਸਵਈਆ ਚਿਤ ਪ੍ਰੀਤ ਕੀ ਰੀਤ ਚਿਤੈ ਨਿਤ ਹੀ। ਤੇ ਰੋਜ਼ ਮਨ ਵਿੱਚ ਪ੍ਰੀਤੀ, ਚਿੱਤ ਵਿੱਚ ਉਹ ਉਮੰਗਾਂ ਉੱਠਦੀਆਂ ਨੇ ਜੀ। ਭਵ ਮੈਂ ਭਵ ਸ੍ਰੀ ਗੁਰੂ ਕੋ ਬਿਦ ਲੀਨੋ। ਤੇ ਭਾਵ ਕੀ ਹੈ? ਸੰਸਾਰ ਦੇ ਵਿੱਚ ਬਾਰ-ਬਾਰ ਚੈੱਕ ਆਉਂਦੇ ਖਿਆਲ ਕੀ, ਜਦੋਂ ਸਾਧ ਸੰਗਤ ਜੀ ਪ੍ਰੇਮ ਪੈਂਦਾ ਨਾ, ਕਹਿੰਦੇ ਜਿਸ ਪਿਆਰੇ ਸੇ ਨੇਹੋ ਤਿਸ ਅੱਗੇ ਮਰ ਚੱਲੀਏ। ਉਦੋਂ ਜਿਹੜੀ ਜੀਵ ਆਤਮਾ ਸਾਧ ਸੰਗਤ ਇੱਕ ਹੀ ਖੋਜ ਕਰਦੀ ਹੈ ਬਾਰ-ਬਾਰ, ਕਿ ਕੋਈ ਸਵੱਬ ਬਣੇ। ਜਿਵੇਂ ਲਾ ਲਓ ਗੁਰਮੁਖ ਪਿਆਰੇ ਸੇਵਾ ਕਰਦੇ, ਕੋਈ ਸਿਮਰਨ ਕਰਦਾ, ਕੋਈ ਕੀਰਤਨ ਕਰਦਾ, ਕੋਈ ਲੰਗਰ ਤਿਆਰ ਕਰਦਾ। ਹੁਣ ਇੱਥੇ ਵੀ ਅੱਗੇ ਦੱਸਣਾ ਵੀ ਢੰਗ ਤਰੀਕਾ ਹੈਗਾ, ਅਲੱਗ-ਅਲੱਗ ਤਰੀਕੇ ਨੇ। ਕੋਈ ਗਾਵੇ ਕੋ ਸੁਣੇ, ਭਾਵੇਂ ਕੋਈ ਗਾ ਲਵੇ ਕੋਈ ਸੁਣ ਲਵੇ, ਭਾਵੇਂ ਦੀ ਕੋਈ ਕਥਾ ਕਰ ਲਵੇ, ਕੋਈ ਕਥਾ ਸੁਣ ਕੇ ਮੰਨ ਲਵੇ, ਕੋਈ ਗਾਂ ਅੱਗੇ ਕਮਾ ਲਵੇ, ਕੋਈ ਗੁਰਬਾਣੀ ਦੀਆਂ ਪੋਥੀਆਂ ਲਿਖ ਲਵੇ ਇਤਿਆਦਿਕ। ਉਹਦੇ ਬਾਰੇ ਹੁਣ ਅੱਗੇ ਦੱਸਣਾ ਕਿ ਮਹਾਰਾਜ ਚਾਹੁੰਦੇ ਨੇ ਕਿ ਗੁਰੂ ਸਾਹਿਬ ਦਾ ਇਤਿਹਾਸ ਲਿਖਿਆ ਜਾਵੇ, ਜਿਹਨੂੰ ਪੜ੍ਹਨ ਸਦਕਾ ਇਹ ਸਿੱਖ ਸੰਗਤਾਂ ਦੇ ਵਿੱਚ ਮਨ ਵਿੱਚ ਪਿਆਰ ਪੈਦਾ ਹੋਵੇ, ਜਿਹਦੇ ਕਰਕੇ ਜਿਹੜੇ ਹਿਰਦੇ ਖੇੜੇ ਵਿੱਚ ਰਹਿਣ ਤੇ ਮਹਾਰਾਜ ਦੀ ਖੁਸ਼ੀ ਦੇ ਪਾਤਰ ਬਣ ਜੇ। ਭਵ ਮੈਂ ਭਵ ਸ੍ਰੀ ਗੁਰ ਕੋ ਬਿਦ ਲੀਨੋ। ਪੁਨ ਬਾਲ ਜੁਵਾ ਕੇ ਬਿਲਾਸ ਜੇਊ। ਤੇ ਕਹਿੰਦੇ ਕੋਈ ਆਵੇ ਜਿਹੜਾ ਕਿਵੇਂ ਭਵਜਲ ਸਾਗਰ ਵਿੱਚੋਂ ਕਿਵੇਂ ਜੀਆਂ ਨੂੰ ਕੱਢਦੇ ਸਨ, ਕਿਵੇਂ ਭਲਾ ਕਰਦੇ ਸਨ, ਉਹ ਇਤਿਹਾਸ ਦੀ ਜਾਣਕਾਰੀ ਲੈਣੀ ਚਾਹੁੰਦੇ। ਫੇਰ ਪੜੋ ਅੱਗੇ ਜੀ। ਪੁਨ ਬਾਲ ਜੁਵਾ ਕੇ ਬਿਲਾਸ ਜੇਊ। ਕਿਵੇਂ ਛੋਟੇ ਜਦੋਂ ਸਨ, ਫੇਰ ਕਿਵੇਂ ਜਵਾਨੀ ਵਿੱਚ ਆਏ, ਉਦੋਂ ਕਿਹੜੇ ਕਿਹੜੇ ਕੌਤਕ ਕਰਦੇ ਸਨ। ਪਾਓ ਬਾਲ ਲੀਲਾ, ਫਿਰ ਬਾਲ ਲੀਲਾ ਤੋਂ ਜਵਾਨੀ, ਫਿਰ ਵਿਆਹ ਇਤਿਆਦਿਕ, ਫਿਰ ਵਿਆਹ ਤੋਂ ਬਾਅਦ ਦਾ ਸਮਾਂ, ਮੱਕੇ ਤੋਂ ਲੈ ਕੇ ਮਦੀਨਾ। ਤੇ ਉਹ ਸਾਰੇ ਕੌਣ ਹੋਊਗਾ ਇਹੋ ਜਿਹਾ, ਮਨ ਵਿੱਚ ਸਵਾਲ ਉੱਠ ਰਹੇ ਨੇ, ਕੌਣ ਹੋਊਗਾ ਇਹੋ ਜਿਹਾ ਜਿਹੜਾ ਆ ਕੇ ਸਾਨੂੰ ਇਹ ਸਾਰਾ ਦੱਸਣਾ ਕਰੂਗਾ ਜੀ। ਇਤਿਹਾਸ ਕਹੈ ਸਿੱਖ ਕੌਣ ਪ੍ਰਬੀਨੋ। ਕੌਣ ਮੇਰੇ ਗੁਰੂ ਨਾਨਕ ਦਾ ਇਤਿਹਾਸ ਆ ਕੇ ਦੱਸੂਗਾ ਜੀ। ਸਭ ਦੇਸ਼ ਵਿਦੇਸ਼ਨ ਕੋ ਰਟਨੋ। ਕਿ ਜਦੋਂ ਦੇਸ਼ ਦੇ ਵਿੱਚ ਵੀ ਤੇ ਪ੍ਰਦੇਸ਼ ਵਿੱਚ, ਜਿਵੇਂ ਮਹਾਰਾਜ ਨੇ ਯਾਤਰਾ ਕੀ, ਭਾਵ ਕਿਵੇਂ ਭਰਮਣ ਕੀਤਾ ਸੰਸਾਰ ਦਾ, ਕਿਵੇਂ ਕਿਵੇਂ ਭਲਾ ਕੀਤਾ, ਦੇਸ਼ ਵਿੱਚ ਕੀ ਰੰਗ ਲਾਏ ਨੇ, ਅਤੇ ਦੇਸ਼ ਤੋਂ ਅੱਗੇ ਜਦੋਂ ਪ੍ਰਦੇਸ਼ ਗਏ ਨੇ ਉੱਥੇ ਕੀ ਕੀ ਕਿਵੇਂ ਖੇਡ ਵਰਤਾਈ ਹੈ ਜੀ। ਕਟਨੋ ਕੁਟਲੰਗ ਬੜ ਦੰਭ ਜੋ ਕੀਨੋ। ਤੇ ਜਿਹੜੇ ਕੁਟਲ ਭਾਵ ਗਲਤ ਨੀਤੀਆਂ ਵਾਲੇ ਸਨ, ਰਾਜੇ ਭਾਵਾਂ ਦੇ ਲਾ ਲਈਏ। ਤੇ ਫਿਰ ਜਿਵੇਂ ਆਪ ਜੀ ਨੇ ਜਾਦੂਗਰਨੀਆਂ ਦਾ ਵੀ ਇੱਕ ਵਾਰੀ ਪ੍ਰਸੰਗ ਸੁਣਿਆ ਸੀ, ਜਦੋਂ ਮਰਦਾਨਾ ਜੀ ਨੂੰ ਮਹਾਰਾਜ ਨੇ ਕਿਹਾ ਸੀ ਨਹੀਂ ਜਾਣਾ ਭਾਈ, ਇਹ ਜਾਦੂਗਰਾਂ ਦਾ ਸ਼ਹਿਰ ਆ ਗਿਆ, ਦੇਸ਼ ਆ ਗਿਆ, ਇਹ ਜਾਦੂ ਖੇਡਦੇ ਨੇ ਤੇ ਤੂੰ ਮਰਦਾਨਿਆਂ ਜਾਣਾ ਨਹੀਂ। ਮਰਦਾਨਾ ਕਹਿੰਦਾ ਨਹੀਂ ਮਹਾਰਾਜ ਭੁੱਖ ਲੱਗੀ। ਫਿਰ ਕਿਵੇਂ ਉਹ ਜਾਦੂਗਰਨੀਆਂ ਕੋਲ ਗਏ, ਕਿਵੇਂ ਉਹਨਾਂ ਨੂੰ ਭੇਡੂ ਬਣਾ ਲਿਆ। ਫਿਰ ਉਧਰੋਂ ਕਿਵੇਂ ਮਹਾਰਾਜ ਬਚਨ ਕਰਦੇ ਨੇ ਬਾਲਾ ਸੰਧੂ ਜੀ ਨੂੰ ਵੀ ਚੱਲ ਬਾਲਿਆ ਚੱਲ ਗਏ, ਮਰਦਾਨੇ ਦਾ ਭਾਈ ਭੇਡੂ ਬਣਾ ਲਿਆ ਉਹਨਾਂ ਬੀਬੀਆਂ ਨੇ। ਕਿਵੇਂ ਉਹਨਾਂ ਨੇ ਗਲ ਦੇ ਵਿੱਚ ਇੱਕ ਧਾਗਾ ਪਾ ਦਿੱਤਾ ਸੀ। ਉਹ ਸਾਰਾ ਇਤਿਹਾਸ ਫਿਰ ਕਿਵੇਂ ਮਹਾਰਾਜ ਦਾ ਜਾਣਾ ਹੋਇਆ, ਕਿਵੇਂ ਬਾਲਾ ਸੰਧੂ ਜੀ ਬੇਨਤੀ ਕਰਦੇ ਪਾਤਸ਼ਾਹ ਰਹਿਣ ਦਿਓ ਜਾਣ ਨੂੰ, ਮਰਦਾਨੇ ਤਾਂ ਰੋਜ਼ ਭੁੱਖ ਲੱਗਦੀ ਆ, ਰੋਜ਼ ਕਲੇਸ਼ ਪੈਂਦਾ, ਮਹਾਰਾਜ ਅੱਜ ਹੁਣ ਫਸੇ ਹੀ ਰਹਿਣ ਦਿਓ। ਮਹਾਰਾਜ ਕਹਿੰਦੇ ਨਹੀਂ ਭਾਈ, ਮੇਰਾ ਜਿਹੜਾ ਮੇਰੇ ਮਰਦਾਨੇ ਬਗੈਰ ਮੇਰਾ ਦਿਲ ਨਹੀਂ ਲੱਗਦਾ, ਮੇਰਾ ਚਿੱਤ ਨਹੀਂ ਲੱਗਦਾ, ਮੈਂ ਮਰਦਾਨੇ ਬਗੈਰ ਰਹਿ ਨਹੀਂ ਸਕਦਾ। ਮਹਾਰਾਜ ਕਿਵੇਂ ਉੱਥੇ ਗਏ, ਕਿਵੇਂ ਮਹਾਰਾਜ ਨੇ ਜਦੋਂ ਆਈਆਂ ਬਾਲਾ ਸੰਧੂ ਜੀ ਦੇ ਗਲ ਦੇ ਵਿੱਚ ਪਾਉਣ ਵਾਸਤੇ ਧਾਗਾ, ਤੇ ਕਿਵੇਂ ਉਹ ਕੋਈ ਕੁੱਤੀ ਬਣ ਗਈ ਸੀ ਤੇ ਕੋਈ ਬੱਕਰੀ ਬਣ ਗਈ ਸੀ। ਫਿਰ ਮਹਾਰਾਜ ਦੇ ਕੋਲੇ ਇਤਿਹਾਦਕ ਉਹ ਜਿਹੜਾ ਇਤਿਹਾਸ ਆ, ਪੁਨਾ ਜਿਹੜਾ ਇਤਿਹਾਸ ਦੱਸਦੇ ਤਾਂ ਆਪ ਜੀ ਨੂੰ ਐਂ ਵਾਰਤਕ ਕਰਕੇ ਸੁਣਾਇਆ। ਫਿਰ ਉੱਥੇ ਕਿਹੋ ਜਿਹੇ
ਕਿਵੇਂ ਕੇਲਿਆਂ ਦੇ, ਲੀਚੀਆਂ ਦੇ ਦਰਖਤ ਕਿਵੇਂ ਖੜੇ ਸਨ, ਅੰਬਾਂ ਦੇ ਦਰਖਤ ਇਤਿਆਦਿਕ। ਫਿਰ ਕਿਵੇਂ ਜਾਮਣਾਂ ਖੜੀਆਂ ਸਨ, ਕਿਵੇਂ ਕਾਲੇ ਰੰਗ ਦੀਆਂ, ਜਿਵੇਂ ਆਪ ਜੀ ਨੇ ਉਦੋਂ ਇਤਿਹਾਸ ਵਿੱਚ ਸਰਵਣ ਕੀਤਾ ਸੀ। ਇਹ ਪੁਨः ਪੁਨः ਇਤਿਹਾਸ ਕੌਣ ਸੁਣਾਊਗਾ? ਹਵਾ ਵਗਦੀ ਆ, ਪੱਤੇ ਕਿਵੇਂ ਹਿਲਦੇ ਸਨ, ਕਿਵੇਂ ਘਾਹ ਉੱਚਾ ਨੀਵਾਂ ਖੜਾ ਸੀ, ਪਾਣੀ ਆ ਗਿਆ, ਫਿਰ ਕਿਵੇਂ ਲੰਘੇ ਉਤੋਂ, ਕਿਵੇਂ ਸਗਲਾ ਦੀਪ ਗਏ, ਮਹਾਰਾਜ ਦੇ ਚਰਨੀ ਨੇ ਗਿੱਲੇ ਹੋਏ। ਪਿੱਛੇ ਬਾਲਾ ਸੰਧੂ ਜੀ ਤੇ ਉਹਨਾਂ ਦੇ ਪਿੱਛੇ ਮਰਦਾਨਾ ਜੀ। ਮਹਾਰਾਜ ਨੇ ਆਖਿਆ ਭਾਈ ਜਪੋ, ਵਾਹਿਗੁਰੂ ਵਾਹਿਗੁਰੂ ਜਪਦੇ ਆ ਜਾਵੋ। ਮਹਾਰਾਜ ਸੋਹੰਗ ਸੋਹੰਗ ਕਰਨ ਲੱਗ ਗਏ। ਫਿਰ ਕਿਵੇਂ ਪਿੱਛੇ ਗੋਤੇ ਲੱਗਣ ਲੱਗ ਗਏ, ਗਲ ਤੱਕ ਪਾਣੀ ਕਿਵੇਂ ਆ ਗਿਆ। ਮਹਾਰਾਜ ਕਹਿੰਦੇ ਮਰਦਾਨੇ ਕੀ ਹੋਇਆ ਬਈ? ਕਹਿੰਦੇ ਮਹਾਰਾਜ ਡੁੱਬਣ ਲੱਗ ਗਿਆ। ਬਈ ਤੂੰ ਕੀ ਜਪਦਾ? ਕਹਿੰਦੇ ਸੋਹੰਗ। ਕਹੇ ਨਹੀਂ ਬਾਈ, ਤੁਹਾਨੂੰ ਵਾਹਿਗੁਰੂ ਵਾਹਿਗੁਰੂ ਕਿਹਾ ਜਪਣ ਨੂੰ, ਤੂੰ ਉਹ ਜਪ, ਸਤ ਕਰਤਾਰ ਜਪ। ਹੁਣ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਉਹ ਇਤਿਹਾਸ ਸਾਰਾ ਜਾਣਨਾ ਚਾਹੁੰਦੇ ਨੇ ਜੀ। ਚਿਤ ਚਿੰਤਤ ਦੇਤ ਅਚਿੰਤਤਤਾ, ਕਿਵੇਂ ਚਿੰਤਾ ਵਾਲੇ ਲੋਕ ਮਿਲਦੇ ਸਨ ਤੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸਨ ਤੇ ਅਚਿੰਤ ਕਿਵੇਂ ਹੋ ਜਾਂਦੇ ਸਨ ਜੀ। ਜੋ ਬੈਸੇ ਇਕੰਤ ਗੁਰੂ ਰਸ ਪੀਨੋ, ਦੋਹਰਾ ਸ੍ਰੀ ਗੁਰ ਬਰਸਰ ਬਗ ਉਰ, ਡਰ ਹਰ ਅਰ ਜੁਰ ਤੀਨ। ਹਾਂ, ਉਹ ਗੁਰੂ ਸਾਹਿਬ ਦਾ ਸਾਰਾ ਉਦਾਸੀ ਦਾ ਸਮਾਂ, ਤੇ ਫਿਰ ਉਹ ਕਿਵੇਂ ਡਰ ਨਾਸ ਕਰਦੇ ਸਨ, ਇਤਿਆਦਿਕ ਵਿਘਨਾਂ ਦਾ ਕਿਵੇਂ ਨਾਸ ਕਰਦੇ ਸਨ, ਉਹਦੇ ਬਾਰੇ ਜੀ। ਪੜ੍ਹੈ ਸੁਣਹਿ ਸਿੱਖ ਹੋਏ ਗਤ, ਹਿਰਦੇ ਮਨੋਰਥ ਕੀਨ। ਕਹਿੰਦੇ ਜਦੋਂ ਇਹ ਇਤਿਹਾਸ ਪੜ੍ਹਨਗੇ ਸਿੱਖ, ਪੜ੍ਹਨ ਸੁਣਨ ਦੇ ਨਾਲ ਕੀ ਹੋਊਗਾ? ਇਹਨਾਂ ਦੀ ਗਤੀ ਹੋਊਗੀ। ਜਦੋਂ ਇਤਿਹਾਸ ਪੜ੍ਹਨ ਸੁਣਨਗੇ ਇਹ, ਮਨ ਵਿੱਚ ਜਿਹੜੀਆਂ ਵੀ ਆਸਾਂ ਲੈ ਕੇ ਆਉਣਗੇ, ਇਹਨਾਂ ਦੀਆਂ ਉਹ ਜਿਹੜੀਆਂ ਮਨ ਦੇ ਮਨੋਰਥ ਪੂਰੇ ਹੋਣਗੇ ਜੀ। ਚੌਪਈ ਉਤਬਾਲੇ ਸੰਧੂ ਸੋ ਵਿਚਾਰਾ। ਉਧਰੋਂ ਮਹਾਰਾਜ ਇਧਰੋਂ ਯਾਦ ਕਰਦੇ ਨੇ ਖੰਡੂਰ ਸਾਹਿਬ, ਤੇ ਉਧਰੋਂ ਭਾਈ ਬਾਲਾ ਸੰਧੂ ਜੀ ਨਨਕਾਣਾ ਸਾਹਿਬ ਨੇ, ਉਧਰੋਂ ਉਹਨਾਂ ਦੇ ਮਨ 'ਚ ਖਿੱਚ ਪੈਣ ਲੱਗ ਗਈ। ਖੇਡ ਆਈ ਹੁੰਦੀ ਹੈ ਜਦੋਂ ਜਿੱਥੇ ਪ੍ਰੇਮ ਹੁੰਦਾ ਨਾ, ਸਾਧ ਸੰਗਤ। ਇਹ ਤਾਂ ਗੱਲਾਂ ਹੀ ਰੱਬ ਦੀਆਂ ਨੇ, ਦੱਸ ਤਾਂ ਰੱਬ ਦੇ ਪਿਆਰਿਆਂ ਦੀ ਗੱਲ ਕਰ ਰਿਹਾ। ਇੱਕ ਜਣਾ ਯਾਦ ਕਰੇ ਤੇ ਦੂਜੇ ਦੇ ਖਿੱਚ ਪੈਣ ਲੱਗ ਜਾਂਦੀ। ਇੱਕ ਜਣਾ ਯਾਦ ਕਰੇ ਤੇ ਗੁਰਮੁਖ ਪਿਆਰੇ ਸਾਧੂ ਸੁਪਨੇ 'ਚ ਚਲੇ ਜਾਂਦੇ। ਕਿੰਨੇ ਤਰ੍ਹਾਂ ਦੇ ਢੰਗ ਤਰੀਕੇ ਦੱਸ ਦਿੰਦੇ, ਕਿੰਨੇ ਤਰ੍ਹਾਂ ਦੇ ਉਹ ਦੱਸ ਦਿੰਦੇ ਜਿਹੜੇ ਅਗਲੇ ਦਿਨ ਵਿਘਨ ਪੈਣੇ ਹੁੰਦੇ। ਇਹਨੂੰ ਇੱਕ ਟੈਲੀਪੈਥੀ ਸਿਸਟਮ ਵੀ ਕਹਿੰਦੇ। ਕਿਵੇਂ ਬੱਚੇ ਨੂੰ ਤਕਲੀਫ ਆ ਤੇ ਮਾਂ ਨੂੰ ਪਹਿਲਾਂ ਦੇਸ਼ ਵਿੱਚ ਬੈਠਿਆ ਪਤਾ ਲੱਗੀ ਜਾਂਦਾ, ਪਰਦੇਸ ਵਿੱਚ ਮੇਰਾ ਪੁੱਤ ਔਖਾ। ਦੇਸ਼ ਵਿੱਚ ਬੈਠੀ ਮਾਂ ਨੂੰ ਪਹਿਲਾਂ ਪਤਾ ਕਿ ਪਰਦੇਸ ਵਿੱਚ ਮੇਰੇ ਪੁੱਤ ਨੂੰ ਆਹ ਵਿਘਨ ਆਉਣ ਵਾਲਾ। ਇੱਕ ਸਿਸਟਮ ਆ, ਪਰ ਇਹ ਚੱਲਦਾ ਸਿਰਫ ਮਾਂ ਪੁੱਤਾਂ ਦੇ ਵਿੱਚ। ਕਿਉਂ? ਉਹਨੇ 9 ਮਹੀਨੇ ਅੰਦਰ ਰੱਖਿਆ। ਅੰਦਰੋਂ ਸਿਸਟਮ ਸਾਧ ਸੰਗਤ ਇੰਨਾ ਜੁੜਿਆ ਹੁੰਦਾ। ਫਿਰ ਇੱਕ ਸਾਧੂ ਗੁਰਮੁਖਾਂ ਸੰਤਾਂ ਦਾ ਤੇ ਗੁਰੂ ਸਾਹਿਬਾਂ ਦੀ ਖੇਡ ਵਾਲੀ ਗੱਲ, ਉਹਨੂੰ ਪਹਿਲਾਂ ਪਤਾ ਵੀ ਵਿਘਨ ਆ ਪੈਣਾ। ਹੁਣ ਮਹਾਰਾਜ ਕੀ ਚਾਹੁੰਦੇ ਨੇ ਕਿ ਕੋਈ ਇਤਿਹਾਸ ਸੁਣਾਵੇ, ਮਹਾਰਾਜ ਯਾਦ ਕਰਦੇ ਨੇ। ਉਧਰੋਂ ਬਾਲਾ ਸੰਧੂ ਜੀ ਦੇ ਹਿਰਦੇ ਵਿੱਚ ਉਹਦੀ ਖਿੱਚ ਪੈਣ ਲੱਗੀ ਜੀ। ਸ੍ਰੀ ਨਾਨਕ ਭੇ ਹਰਿ ਅਵਤਾਰਾ। ਕਹਿੰਦੇ ਕੌਣ ਨੇ? ਗੁਰੂ ਨਾਨਕ ਪਾਤਸ਼ਾਹ ਹਰੀ ਦੇ ਅਵਤਾਰ ਨੇ ਜੀ। ਨਿਜ ਸਥਾਨ ਸੋ ਕੌਣ ਬਿਠਾਇਓ। ਹੁਣ ਉਹ ਪੁੱਛਣਾ ਚਾਹੁੰਦੇ ਆ ਵੀ ਉਹ ਆਪ ਤਾਂ ਹਰੀ ਦੇ ਅਵਤਾਰ ਸੀ। ਹਰੀ ਆਪ ਅਵਤਾਰ ਲੈ ਕੇ ਆਏ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈ ਕੇ, ਤੇ ਪੁੱਛਣਾ ਚਾਹੁੰਦੇ ਆ ਵੀ ਅੱਗੇ ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਕੌਣ ਹੋਏ, ਉਹਨਾਂ ਦੀ ਗੱਦੀ ਤੇ ਕੌਣ ਬੈਠਾ ਜੀ। ਇਸ ਦਰਸ਼ਨ ਜੀਰਾ ਲਲਚਾਇਓ। ਹੁਣ ਉਹਨਾਂ ਦੇ ਦਰਸ਼ਨਾਂ ਵਾਸਤੇ ਹਿਰਦੇ ਵਿੱਚ ਖਿੱਚ ਪੈ ਰਹੀ ਜੀ। ਬਹੁ ਨਰ ਮਹਿ ਬੋਲਿਓ ਇਮ ਬਾਲਾ। ਬਹੁਤ ਸਾਰੇ ਸਾਧ ਸੰਗਤ ਉੱਥੇ ਪੁਰਸ਼ ਬੈਠੇ ਸਨ, ਜਿਨ੍ਹਾਂ ਵਿੱਚ ਜਾ ਕੇ ਭਾਈ ਬਾਲਾ ਸੰਧੂ ਜੀ ਨੇ ਕੀਤੀ ਬੇਨਤੀ, ਬਈ ਦੱਸੋ ਕੋਈ ਤੁਸੀਂ ਸੁਣਿਆ ਵੀ ਕਿਹਨੂੰ ਗੁਰਤਾ ਗੱਦੀ ਮਿਲੀ ਹੈ, ਕਿਹਨੂੰ ਸੇਵਾ ਮਿਲੀ ਹੈ, ਤੇ ਕੌਣ ਮਹਾਰਾਜ ਦੇ ਜਿਹੜੀ ਜੋਤ ਕਿਹਦੇ ਵਿੱਚ ਜਾ ਕੇ ਟਿਕੀ ਹੈ ਜੀ। ਇੱਕ ਸਿੱਖ ਬਚ ਭਾਖਿਓ ਤਹਿ ਕਾਲਾ। ਉਸੇ ਸਮੇਂ ਇੱਕ ਸਿੱਖ ਨੇ ਸਾਧ ਸੰਗਤ ਬਚਨ ਬੋਲ ਕੇ ਦੱਸਣਾ ਕੀਤਾ ਜੀ। ਤਹਿਣ ਗੋਤ ਅੰਗਦ ਤਹਿ ਨਾਮੂ। ਹਾਂ, ਤ੍ਰਿਹਣ ਗੋਤ ਇਹ ਖੱਤਰੀਆਂ ਵਿੱਚ ਹੁੰਦਾ, ਤ੍ਰਿਹਣ ਗੋਤ।
ਜਿਨ੍ਹਾਂ ਦਾ ਜਨਮ ਮਾਲਵੇ ਦੇ ਵਿੱਚ ਹੋਇਆ। ਸਾਧ ਸੰਗਤ, ਸਰਾਏ ਨਾਗਾ ਨਗਰ ਪੈਂਦਾ, ਉੱਥੇ ਜਨਮ ਹੋਇਆ। ਫਿਰ ਕਿਵੇਂ ਮਹਾਰਾਜ ਦੀ ਵਡਿਆਈ ਸੁਣੀ, ਖਿੱਚ ਪਈ, ਨਾਮ ਸੁਣਿਆ ਕਿ ਆਪ ਖੁਦਾ ਰੱਬ ਆਪ ਆਇਆ ਹੋਇਆ ਸੰਸਾਰ ਤੇ, ਰੱਬ ਆਪ ਵਿਚਰ ਰਿਹਾ ਤੇ ਬੇਅੰਤ ਰੂਹਾਂ ਨੂੰ ਬਚਨ ਕਰਕੇ ਹਜ਼ਾਰਾਂ ਲੱਖਾਂ ਰੂਹਾਂ ਨੂੰ ਤਾਰੀ ਜਾ ਰਿਹਾ। ਖਿੱਚ ਪੈ ਗਈ ਹੈ ਤੇ ਆ ਕੇ ਫਿਰ ਬਖਸ਼ਿਸ਼ ਲਈ ਜੀ। ਗੁਰਤਾ ਉਚਿਤ ਭਇਓ ਅਬਿਰਾਮੂ, ਕਹਿੰਦੇ ਫੇਰ ਉਹਨਾਂ ਨੂੰ ਕੀ ਗੁਰਤਾ ਮਿਲੀ ਜੀ। ਕਬਿਤ ਸਰੁਤ ਸੁਨ ਬਾਲੇ ਬਾਤ ਭਇਓ ਪ੍ਰਲਕਾਤ ਗਾਤ। ਤੇ ਜਦੋਂ ਸੁਣਿਆ ਮਨ ਨੂੰ ਸਾਧ ਸੰਗਤ ਖਿੱਚਾਂ ਪੈਣੀਆਂ ਹੀ ਸੀ ਵੀ ਕਿਹੜੇ ਹੋਏ, ਕਹੇ ਜੇ ਹੋਣਗੇ ਦੇਖਣ ਨੂੰ, ਕਹੇ ਜੇ ਬਚਨ ਹੋਣਗੇ, ਸੁਭਾਅ ਕਹੇ ਜਾ ਹੋਊ। ਮਨ ਵਿੱਚ ਸਾਧ ਸੰਗਤ ਖਿਆਲ ਬਣਨ ਲੱਗ ਜਾਂਦੇ। ਘਰੋਂ ਤੁਰੋ ਨਾ ਤੇ ਮਨ 'ਚ ਕਿੰਨੇ ਖਿਆਲ ਬਣੇ ਹੁੰਦੇ, ਅੱਜ ਕੀ ਹੁਕਮਨਾਮਾ ਆਊਗਾ, ਕਿਵੇਂ ਕਿਹੜੇ ਸ਼ਬਦ ਅੱਜ ਹੋਣਗੇ ਉੱਥੇ, ਕਿੰਨੇ ਮਨ ਵਿੱਚ ਮਤਲਬ ਉਹ ਜਿਹੜੀਆਂ ਪੋਜ਼ਿਟਿਵ ਪਹਿਲਾਂ ਹੀ ਖਿਆਲ ਬਣੇ ਹੁੰਦੇ। ਫਿਰ ਉਸ ਆਨ ਜਿਹੜੀ ਸ਼ਬਦ ਦੀ ਭੁੱਖ ਲੱਗੀ ਹੁੰਦੀ, ਕਈ ਗੁਰਮੁਖ ਪਿਆਰੇ ਦੱਸਦੇ, ਆਪ ਦੱਸਦਾ ਹੈਰਾਨ ਹੁੰਦਾ। ਇੱਧਰੋਂ ਫਿਰ ਕਈ ਵਾਰ ਪੁੱਛੀਦਾ ਸਿੰਘਾਂ ਤੋਂ ਵੀ, ਤੁਸੀਂ ਆਹ ਸ਼ਬਦ ਪੜ੍ਹੇ ਅੱਜ ਜਾਣ ਕੇ ਬਹਾਨੇ ਨਾ ਜੀ, ਪਤਾ ਨਹੀਂ ਪੜ੍ਹਨਾ ਹੋਰ ਸੀ, ਪਤਾ ਨਹੀਂ ਇੱਕਦਮ ਸ਼ਬਦ ਕਿਵੇਂ ਮੂਹਰੇ ਆ ਗਏ। ਪਰ ਉਹ ਤੋਂ ਪਹਿਲਾਂ ਗੁਰਮੁਖ ਪਿਆਰੇ ਦੱਸਦੇ ਆ ਵੀ ਅਸੀਂ ਘਰੋਂ ਅਰਦਾਸ ਕੀਤੀ ਸੀ ਕਿ ਮਹਾਰਾਜ ਕਿਰਪਾ ਕਰੇ ਆਹ ਸ਼ਬਦ ਦੀ, ਮਹਾਰਾਜ ਜਿਹੜਾ ਕੋਈ ਗਾਵੇ ਗੁਰਮੁਖ ਪਿਆਰਾ ਤੇ ਸੁਣਨਾ ਚਾਹੁੰਦੇ। ਕੀਰਤਨੀਆਂ ਦੇ ਆਪੇ ਮੋਬਾਈਲ 'ਚ ਨਿਕਲ ਆਉਂਦਾ ਉਹ ਸ਼ਬਦ। ਇੱਕ ਵਾਰ ਨੇ ਬੇਅੰਤ ਉਦਾਹਰਨਾਂ ਨੇ ਇਹ ਜੀ। ਜਿਹੜੀ ਆ ਖਿੱਚ ਆ ਨਾ, ਅਤ ਤਰਸਨ ਕੋ ਦਾਨ ਦੀਜੀਏ, ਜਿਹੜੀ ਉਹ ਬੜੀ ਪੁੱਲ ਪੈਂਦੀ ਅੰਦਰ ਨੇ, ਉਹ ਬਖਸ਼ਿਸ਼ ਦਾ ਬੰਦਾ ਪਾਤਰ ਬਣਦਾ ਜੀ। ਅੰਗ ਨਾ ਸਮਾਤ ਚਲਿਓ ਤਾਹਾ ਤਬ ਬਤਾਏ ਕੈ। ਤੇ ਕਹਿੰਦੇ ਕੀ ਹੈ, ਕਹਿੰਦੇ ਜਦੋਂ ਸੁਣਿਆ ਅੰਗ ਸਾਧ ਸੰਗਤ ਫੁੱਲੇ ਨਹੀਂ ਸਮਾਉਂਦੇ ਤੇ ਖੇੜੇ ਵਿੱਚ ਆਉਂਦੇ ਨੇ ਜੀ। ਕਾਤਕ ਦਿਵਸ ਪੁੰਨਿਓ ਆਏ ਸੋ ਦਿਦਾਰ ਕੀਨੋ। ਆ ਪੜੋ ਇੱਥੋਂ ਜੀ। ਅੰਗ ਨਾ ਸਮਾਤ ਚਲਿਓ ਤਾਹਾ ਤਬ ਬਤਾਏ ਕੈ। ਧਾਏ ਕੈ ਭਾਵ ਬਾਲਾ ਜੀ ਫਿਰ ਰੁਕੇ ਨਹੀਂ। ਇਹੋ ਜਿਹੀ ਮਨ ਨੂੰ ਖਿੱਚ ਪਈ ਕਿ ਮੈਂ ਹੁਣੇ ਜਾਵਾਂ ਤੇ ਛੇਤੀ ਦੇਣੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕਰਾਂ ਜੀ। ਕਾਤਕ ਦਿਵਸ ਪੁੰਨਿਓ ਆਏ ਸੋ ਦਿਦਾਰ ਕੀਨੋ। ਤੇ ਆ ਕੇ ਕੁਝ ਦਿਨਾਂ ਦੇ ਵਿੱਚ ਆ ਕੇ ਮਹਾਰਾਜ ਦੇ ਦਰਸ਼ਨ ਕੀਤੇ ਨੇ ਜੀ। ਕਰੀ ਕਰ ਬੰਦ ਅਬੇ ਬੰਦ ਸੀਸ ਨਿਆਇ ਕੈ। ਤੇ ਹੱਥ ਬੰਨੇ ਨੇ, ਸਿਰ ਨੀਵਾਂ ਕੀਤਾ ਤੇ ਬੰਦਨਾ ਅਰਦਾਸ ਕਰਕੇ ਤੇ ਨਮਸਕਾਰ ਕੀਤੀ ਜੀ। ਦੇਖਤ ਮਗਨ ਭਇਓ ਆਵਨ ਸਫਲ ਕੀਓ। ਤੇ ਜਦੋਂ ਆ ਕੇ ਦੇਖਿਆ ਤੇ ਜਿਹੜਾ ਮਹਾਰਾਜ ਬੜੇ ਰਸ ਵਿੱਚ ਬੈਠੇ ਨੇ, ਜਿਹੜਾ ਆਪ ਦਾ ਵੀ ਦਰਸ਼ਨ ਕਰਕੇ ਹਿਰਦਾ ਜਿਵੇਂ ਬੜਾ ਮਗਨ ਹੋਇਆ ਪਿਆ। ਤੇ ਸੋਚੋ ਸਾਧ ਸੰਗਤ, ਜਦੋਂ ਉਹਨਾਂ ਦੀਆਂ ਬੰਦਗੀ ਵਾਲਿਆਂ ਦੀਆਂ ਆਪਾਂ ਮਹਾਂਪੁਰਸ਼ਾਂ ਨੇ ਪਿਛਲੇ ਦਿਨੀ ਦਿਹਾੜੇ ਮਨਾਉਂਦੇ ਆ, ਉਹਨਾਂ ਦਿਹਾੜੇ ਮਨਾਉਣ ਦੇ ਨਾਲ ਹੀ ਕਿੰਨਾ ਕੁਛ ਮਿਲਦਾ। ਫਿਰ ਉਹਨਾਂ ਦੇ ਪ੍ਰਤੱਖ ਜਿਹੜੇ ਹੁੰਦੇ ਹੋਣਗੇ, ਉਦੋਂ ਕਿਹੜੀ ਖੇਡ ਹੁੰਦੀ ਹੁਣ। ਇੱਥੇ ਕੀ ਖੇਡ ਆ ਰਹੀ ਹੈ, ਜਦੋਂ ਕੀਤੇ ਦਰਸ਼ਨ, ਜਦੋਂ ਉਹਨਾਂ ਦੇ ਮਹਾਰਾਜ ਦੇ ਜਿਹੜੇ ਦਰਸ਼ਨ ਕਰਨ ਵਾਸਤੇ ਬਾਲਾ ਜੀ ਪਹੁੰਚੇ, ਕਿਵੇਂ ਉਸ ਸਮੇਂ ਸਮਾਂ ਬਣਦਾ। ਕਰੋ ਸਰਵਣ ਜੀ। ਬੈਠਿਓ ਸੁਖ ਮਾਨ ਗੁਰ ਆਇਸ ਕੋ ਪਾਏ ਕੈ। ਕਹਿੰਦੇ ਆਗਿਆ ਪਾ ਕੇ ਤੇ ਮਹਾਰਾਜ ਕੋਲੇ ਪਹੁੰਚਣਾ ਕੀਤਾ ਜੀ। ਸਤ ਕਰਤਾਰ ਕੋਈ ਉਚਾਰ ਕੇ ਬੁਝਤ ਪੁਨ। ਤੇ ਸਤ ਕਰਤਾਰ ਕਹਿ ਕੇ ਆਵਾਜ਼ ਦਿੱਤੀ ਤੇ ਬੁਝਣਾ ਕੀਤਾ ਜੀ। ਕਿਤਹੂ ਤੇ ਆਏ ਤੁਮ ਦੀਜੀਐ ਸੁਨਾਏ ਕੈ। ਕਹਿੰਦੇ ਮਹਾਰਾਜ ਪੁੱਛ ਲਿਆ ਵੀ ਤੁਸੀਂ ਕੌਣ ਹੋ, ਕਿੱਥੋਂ ਆਏ ਹੋ। ਗੁਰੂ ਅੰਗਦ ਦੇਵ ਸਾਹਿਬ ਪੁੱਛ ਰਹੇ ਨੇ ਭਾਈ ਬਾਲਾ ਜੀ ਨੂੰ ਜੀ। ਦੋਹਰਾ ਜਥਾ ਸ਼ਕਤ ਜੋ ਭੇਟ ਥੀ ਆਗੇ ਧਰੀ ਬਨਾ। ਇੰਨੇ ਚਿਰ 'ਚ ਜਿਹੜੀ ਭੇਟਾ ਕੋਲੇ ਸੀ ਤੇ ਰੱਖ ਕੇ ਚਰਨਾਂ ਉੱਪਰ ਤੇ ਐ ਸਜਾ ਕੇ ਰੱਖ ਦਿੱਤੀ ਜੀ। ਪੁਨ ਬਾਲਾ ਬੋਲਤ ਭਇਓ ਬਿਨੈ ਬਚਨ ਮਹਿ ਪਾਏ। ਤੇ ਫੇਰ ਬੜੇ ਬੇਨਤੀ ਵਾਲੇ ਬੋਲ ਬੋਲੇ ਨੇ ਨਿਮਰਤਾ ਸਹਿਜ ਜੀ। ਚੌਪਈ ਸ੍ਰੀ ਅੰਗਦ ਜੀ ਸੁਨੋ ਕਿਰਪਾਲਾ। ਕਹਿੰਦੇ ਸ਼੍ਰੋਮਣੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਕਿਰਪਾ ਕਰਕੇ ਮੇਰੀ ਬੇਨਤੀ ਸਰਵਣ ਕਰੋ ਜੀ। ਸੰਧੂ ਗੋਤ ਨਾਮ ਮੋਹਿ ਬਾਲਾ। ਕਹਿੰਦੇ ਮੇਰਾ ਸੰਧੂ ਗੋਤ ਹੈ ਤੇ ਮਹਾਰਾਜ ਮੈਂ ਬਾਲਾ। ਬਾਲਾ ਜਦੋਂ ਬਾਲਾ ਕਿਹਾ ਤੇ ਇੱਕਦਮ ਮਹਾਰਾਜ ਦੇ ਨੇਤਰ ਰੁਕੇ।
ਕਿਤੇ ਬਾਲਾ ਮੇਰੇ ਗੁਰੂ ਨਾਨਕ ਦਾ ਬਾਲਾ ਤਾਂ ਨਹੀਂ ਕਿਤੇ? ਕਿ ਕੁਛ ਨਾਂ ਹੁੰਦੇ ਸਾਧ ਸੰਗਤ, ਪਿਆਰੇ ਦੇ ਨਾਂ ਦੇ ਨਾਲ ਲੱਗਣ ਕਰਕੇ ਮਨ ਨੂੰ ਖਿੱਚਾਂ ਪਾਉਣ ਲਾ ਜਾਂਦੇ। ਜਿਸ ਸਮੇਂ ਕਿ ਦੱਸਿਆ ਵੀ ਸੰਧੂ ਗੋਤ ਆ ਮੇਰਾ ਤੇ ਨਾਂ ਮੇਰਾ ਬਾਲਾ ਜੀ, ਰਾਏ ਭੋਏ ਤਲਵੰਡੀ ਜੋ, ਮੈਂ ਮਹਾਰਾਜ ਜਿਹੜੀ ਰਾਏ ਭੋਏ ਦੀ ਤਲਵੰਡੀ ਆ ਮੈਂ ਉੱਥੋਂ ਆਇਆ ਜੀ। ਵਤਨ ਜਨਮ ਹਮਰਾ ਹੈ ਸੋ, ਮਹਾਰਾਜ ਮੇਰਾ ਉੱਥੇ ਜਨਮ ਹੋਇਆ ਜੀ, ਉਸ ਸਥਾਨ ਤੇ ਰਾਏ ਭੋਏ ਦੀ ਤਲਵੰਡੀ ਜੀ। ਗੁਰਦਰਸ਼ਨ ਕੀ ਲਾਲਸ ਭੂਰੀ, ਮਨ ਵਿੱਚ ਬੜੀ ਖਿੱਚ ਪਈ ਪਾਤਸ਼ਾਹ ਜੀ ਆਪ ਜੀ ਦੇ ਦਰਸ਼ਨਾਂ ਦੀ ਜੀ। ਆਤੇ ਹੋਂ ਚਲ ਆਏ ਹਦੂਰੀ, ਇਸੇ ਕਰਕੇ ਮਹਾਰਾਜ ਮੈਂ ਦੌੜ ਕੇ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਇਆ ਜੀ। ਅਜਰ ਜਰਨ ਔਰ ਧੀਰਜ ਧਾਰੀ, ਆਪ ਜੀ ਮਹਾਰਾਜ ਅਜਰ ਨੂੰ ਜਰਨ ਵਾਲੇ ਆ, ਧੀਰਜ ਧਰਨ ਵਾਲੇ ਆ ਜੀ। ਸੁਣੀ ਆਪ ਕੀ ਮਹਿਮਾ ਭਾਰੀ, ਮੈਂ ਆਪ ਜੀ ਦੀ ਬਹੁਤ ਵਡਿਆਈ ਸੁਣੀ ਮਹਾਰਾਜ। ਮੈਨੂੰ ਰਾਹ ਵਿੱਚ ਵੀ, ਮੇਰੇ ਨਗਰ ਦੇ ਵਿੱਚ ਵੀ ਆਪ ਜੀ ਦੀਆਂ ਵਡਿਆਈਆਂ ਕਰ ਰਹੇ ਸਨ ਸਾਰੇ ਜਣੇ, ਪਰ ਦੇਖ ਰਹੇ ਨੇ ਕਿਉਂ? ਦੱਸਦਾ ਇਤਿਹਾਸ ਦੱਸਦਾ ਕਿ ਬਾਲਾ ਸੰਧੂ ਜੀ ਤੇ ਗੁਰੂ ਨਾਨਕ ਪਾਤਸ਼ਾਹ ਦਾ ਕਾਫੀ ਦਾੜਾ ਤੇ ਮੁੱਖ ਰਲਦਾ ਸੀ। ਦਾੜਾ ਇਹਨਾਂ ਦਾ ਵੀ ਉਵੇਂ ਭਾਰਾ, ਦਸਤਾਰ ਵੀ ਤਕਰੀਬਨ ਉਵੇਂ ਪਾਉਂਦੀ ਆ। ਕਲਪਨਕ ਚਿੱਤਰ ਵਿੱਚ ਜਿਵੇਂ ਮਰਜ਼ੀ ਫਰਕ ਪਾਈ ਜਾਣ, ਦੱਸਦੇ ਕਾਫੀ, ਜਿਵੇਂ ਸਿਹਤ ਵਗੈਰਾ ਵੀ ਕਾਫੀ ਇੱਕ, ਕਿਉਂ ਇਹ ਬਾਲਾ ਸੰਧੂ ਜੀ ਕਿਤੇ ਵੀ ਜ਼ਿਕਰ ਨਹੀਂ ਆਪ ਜੀ ਨੂੰ ਮਿਲੂਗਾ ਜਿੱਥੇ ਕਿਤੇ ਇਹਨਾਂ ਨੇ ਮਹਾਰਾਜ ਦਾ ਕੋਈ ਬਚਨ ਮੋੜਿਆ ਹੋਵੇ। ਮਹਾਰਾਜ ਦੇ ਅਨੁਸਾਰੀ ਰਹੇ, ਮਹਾਰਾਜ ਨੇ ਇੱਕ ਵਾਰੀ ਨਾਮ ਦੇ ਦਿੱਤਾ, ਜਪਦੇ ਰਹੇ, ਕਿਤੇ ਨਹੀਂ ਸੁਣੋਗੇ ਭੁੱਖ ਲੱਗ ਗਈ ਭਾਈ ਬਾਲਾ ਸੰਧੂ ਜੀ ਨੂੰ। ਬੜੀ ਬੰਦਗੀ ਵਾਲੇ ਬ੍ਰਹਮ ਗਿਆਨੀ ਸਾਧੂ ਸੰਜੀ, ਕਹਿ ਸ੍ਰੀ ਅੰਗਦ ਤੁਮ ਗੁਰ ਕੋ ਹੈ, ਕਰੋ ਉਚਾਰਨ ਨਿਜ ਮਤ ਜੋ ਹੈ। ਤੇ ਪਤਾ ਪੂਰੇ ਗੁਰੂ ਨੇ, ਪਰ ਪੁੱਛ ਰਹੇ ਨੇ, ਕਹਿੰਦੇ ਮੈਨੂੰ ਦੱਸਣਾ ਕਰੋ ਬਾਲਾ ਜੀ ਤੁਹਾਡਾ ਗੁਰੂ ਕੌਣ ਹੈ, ਤੁਹਾਡੀ ਨਿਜ ਮਤ ਭਾਵ, ਤੁਹਾਡਾ ਨਿਜ ਦਾ ਵਿਸ਼ਵਾਸ ਕੀ ਹੈ ਜੀ। ਮధుਰ ਬਚਨ ਸੁਭ ਮ੍ਰਿਦਲ ਸੁਭਾਉ, ਤੇ ਜਦੋਂ ਬਹੁਤ ਮਿੱਠੇ ਬਚਨ ਕੋਮਲ ਸੁਭਾਅ ਦੇ ਸੁਣੇ ਜੀ। ਵਿਸ਼ਯਨ ਬਾਉਸ ਪਰਸ ਨ ਕਾਊ, ਜਿਨ੍ਹਾਂ ਨੂੰ ਵਿਸ਼ੇ ਭਾਵ ਆ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਨ੍ਹਾਂ ਨੂੰ ਪੋਹ ਨਹੀਂ ਸਕਦੇ ਜੀ। ਹਾਥ ਬੰਦ ਬੋਲਿਓ ਬਚ ਬਾਲਾ, ਤੇ ਉਹੀ ਬਾਲਾ ਜੀ ਨੇ ਹੱਥ ਬੰਨਿਆ ਤੇ ਬੇਨਤੀ ਲੱਗੇ ਕਰਨ ਜੀ। ਸਭ ਰਾਵਰ ਕੋ ਗਿਆਤ ਬਿਸਾਲਾ, ਕਹਿੰਦੇ ਮਹਾਰਾਜ ਆਪ ਜੀ ਨੂੰ ਪਤਾ ਹੀ ਹੈ, ਕਿਉਂ ਕਿ ਉਹ ਲੰਮਾ ਸਮਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਰਹੇ, ਮਹਾਰਾਜ ਦੇ ਨਾਲ ਖੇਡਦੇ ਵੀ ਰਹੇ। ਅੱਗੇ ਅੱਗੇ ਜ਼ਿਕਰ ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਖੇਡਣ ਜਾਇਆ ਕਰਦੇ ਨਾ ਮਹਾਰਾਜ, ਜਿੱਥੇ ਪਾਂਦੇ ਕੋਲੇ ਪੜਨ ਜਾਂਦੇ ਤੇ ਦੂਜੇ ਪਾਸੇ ਬਿਲਕੁਲ ਐ ਵਿਚਾਲੇ ਨਹੀਂ ਕਾਫੀ ਵੱਡਾ ਚੁਰਸਤਾ ਜਿਹਾ ਬਣਦਾ ਜਿੱਥੇ ਕਿ ਪਾਤਸ਼ਾਹ ਖੇਡਿਆ ਕਰਦੇ। ਬਾਲ ਗੁਰਦੁਆਰਾ ਬਾਲ ਲੀਲਾ ਸਾਹਿਬ, ਭਾਈ ਬਾਲਾ ਜੀ ਵੀ ਉੱਥੇ ਨੇੜੇ ਰਹਿੰਦੇ ਸਨ। ਹਰ ਰੋਜ਼ ਇਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੇ ਮਗਰੋਂ ਤੁਰਨਾ ਤੇ ਇਹਨਾਂ ਨੇ ਬੂਹੇ ਕੋਲੇ ਪਹਿਲਾਂ ਹੀ ਪਹੁੰਚ ਜਾਣਾ, ਇਸ਼ਾਰੇ ਕਰਕੇ ਬਾਹਰ ਜਾਣਾ, ਖੇਲਣਾ ਸਾਰਾ ਦਿਨ। ਮਹਾਰਾਜ ਦੇ ਨਾਲ ਰਹਿਣ ਵਾਲੇ ਸਨ, ਉਹਨਾਂ ਨੂੰ ਪਤਾ ਵੀ ਗੁਰੂ ਨਾਨਕ ਪਾਤਸ਼ਾਹ ਸਭ ਜਾਣੀ ਜਾਣ ਤੇ ਉਹਨਾਂ ਤੋਂ ਅੱਗੇ ਜਿਨ੍ਹਾਂ ਨੂੰ ਗੱਦੀ ਮਿਲੀ ਆ ਉਹ ਵੀ ਸਭ ਜਾਣੀ ਜਾਣ। ਤੇ ਜਦੋਂ ਆਹ ਕੀਤਾ ਬਚਨ ਇੱਕ ਵਾਰੀ ਫੇਰ ਪੜੋ ਜੀ। ਸਭ ਰਾਵਰ ਕੋ ਗਿਆਤ ਬਿਸਾਲਾ, ਸਾਰਾ ਰਾਵਰ ਭਾਵ ਮਹਾਰਾਜ ਆਪ ਜੀ ਨੂੰ ਸਾਰਾ ਗਿਆਤ ਹੀ ਆ, ਮੈਂ ਕੌਣ ਆ ਤੇ ਕਿੱਥੋਂ ਆ ਜੀ। ਤਦ ਪੇ ਜੋ ਤੁਮ ਪੂਛਨ ਅਨੁਸਾਰੀ, ਪਰ ਜੇ ਮਹਾਰਾਜ ਆਪ ਜੀ ਨੇ ਪੁੱਛ ਲਿਆ ਤੇ ਮੈਂ ਨਾ ਵੀ ਨਹੀਂ ਕਰ ਸਕਦਾ। ਕਿਉਂ? ਇੱਕ ਇਹੋ ਜਿਹੇ ਗੁਰਮੁਖ ਪਿਆਰੇ ਨੇ, ਉਹਨਾਂ ਜੇ ਕੋਈ ਪੁਰਾਣੀ ਦਿਨ 'ਚ 7 ਵਾਰੀ ਵੀ ਮਿਲ ਪੈਂਦਾ, 7 ਵਾਰੀ ਪੁੱਛਦੇ ਵੀ ਠੀਕ ਠਾਕ ਤੂੰ? ਹਾਂ ਠੀਕ ਹੈ ਜੀ। ਕਿੱਥੋਂ ਆਇਆ? ਉਹਨੇ 7 ਵਾਰੀ 8 ਵਾਰੀ ਵੀ ਦੱਸ ਦੇਣਾ। ਪਤਾ ਨਹੀਂ ਕੀ ਮੌਜ ਹੈ, ਪੁੱਛਣ ਵਿੱਚ ਹੀ ਪਤਾ ਨਹੀਂ ਕੀ ਦਿੰਦੇ। ਮਹਾਰਾਜ ਘਰ ਵਿੱਚ ਹਰੇਕ ਚੀਜ਼ ਦੀ ਬਖਸ਼ਿਸ਼ ਮਿਲਣੀ। ਬੱਚੇ ਨੇ ਜਨਮ ਲਿਆ ਉਦੋਂ ਕਿੰਨੀ ਬਖਸ਼ਿਸ਼ ਹੋ ਜਾਣੀ, ਫਿਰ ਨਾਂ ਰੱਖਣ ਵੇਲੇ ਕਿੰਨੀ ਬਖਸ਼ਿਸ਼ ਹੋ ਜਾਣੀ ਹੈ, ਫਿਰ ਆਉਣ ਵਾਲੇ ਦਿਨਾਂ 'ਚ ਅਰਦਾਸਾਂ ਬੇਨਤੀਆਂ ਦਰਸ਼ਨ ਭਾਵ ਜਿੰਨੀ ਵਾਰ ਆਉਣਾ ਮਹਾਰਾਜ ਕੋਲ, ਮਹਾਰਾਜ ਕੋਈ ਪੁੱਛ ਲੈਣ ਕੋਈ ਦੱਸ ਦੇਣ ਉਹ 'ਚ ਭਲਾ ਸਾਡਾ। ਇੱਥੇ ਕੀ ਕਹਿੰਦੇ?
ਇੱਕ ਵਾਰੀ ਫੇਰ ਪੜੋ ਜੀ। ਤਦ ਪੇ ਜੋ ਤੁਮ ਪੂਛਨ ਅਨੁਸਾਰੀ। ਕਹਿੰਦੇ ਜੇ ਪੁੱਛਿਆ ਤੇ ਮਹਾਰਾਜ ਆਪ ਜੀ ਦੇ ਹੁਕਮ ਅਨੁਸਾਰ ਮੈਂ ਦੱਸਣਾ ਕਰਨਾ ਜੀ। ਸੁਨੋ ਆਪ ਮੈਂ ਕਹੂੰ ਸੁਧਾਰੀ। ਕਹਿੰਦੇ ਮਹਾਰਾਜ ਮੈਂ ਸੋਧ ਕੇ ਆਪ ਜੀ ਨੂੰ ਦੱਸ ਰਿਹਾ ਜੀ। ਸ੍ਰੀ ਨਾਨਕ ਜੀ ਮਮ ਗੁਰ ਪੂਰਨ। ਕਹਿੰਦੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਨੇ ਮੇਰੇ ਪੂਰੇ ਗੁਰੂ ਨੇ। ਕਹਿੰਦੇ ਆਪਾਂ ਵੀ ਪੂਰੇ ਆ, ਪਰ ਗੱਲ ਕਹਿਣ ਠੀਕ ਹੈ, ਪਰ ਜਦੋਂ ਮੰਨੋਗੇ ਨਾ ਸਾਧ ਸੰਗਤ, ਬਾਬੇ ਨੰਦ ਸਿੰਘ ਨੇ ਮੰਨਿਆ ਸੀ ਪੂਰਾ। ਸੰਤ ਬਾਬਾ ਬਿਸ਼ਨ ਸਿੰਘ ਜੀ ਮਰਾਲੇ ਵਾਲੇ ਜਿਹੜੇ ਚੱਲਦੇ ਫਿਰਦੇ, ਜਿਹਨਾਂ ਨੂੰ ਰੱਬ ਕਹਿੰਦੇ ਸੀ। ਲੋਕ ਉਹਨਾਂ ਨੂੰ ਕੀ ਕਹਿੰਦੇ? ਚੱਲਦੇ ਫਿਰਦੇ ਰੱਬ। ਚੱਲਦੇ ਫਿਰਦੇ ਰੱਬ ਕਹਿੰਦੇ ਸੀ ਉਹਨਾਂ ਨੂੰ। ਉਹਨਾਂ ਸਾਧੂਆਂ ਨੇ ਗੁਰੂ ਸਾਹਿਬ ਨੂੰ ਪੂਰਨ ਮੰਨਿਆ ਸੀ। ਜਦੋਂ ਪੂਰਨ ਮੰਨਿਆ ਨਹੀਂ, ਉਹਦੀ ਖੇਡ ਵਰਤ ਜਾਂਦੀ ਸਾਧ ਸੰਗਤ। ਕਹਿਣ ਨਾਲ ਨਹੀਂ, ਮੰਨਣ ਦੇ ਨਾਲ। ਮੰਨਣ ਤੋਂ ਭਾਵ ਕੀ ਆ? ਫਿਰ ਅਗਲੀਆਂ ਦੁਬਿਧਾ ਸਾਰੀਆਂ ਮਨ 'ਚ ਫਿਰ ਰਹਿੰਦੀਆਂ ਨਹੀਂ ਤੁਹਾਡੇ। ਕੋਈ ਗੱਲ ਆਓ ਗੁਰੂ ਗ੍ਰੰਥ ਸਾਹਿਬ ਕੋਲ, ਜੇ ਪੂਰਾ ਮੰਨਦੇ ਹੋ ਹੁਕਮਨਾਮਾ ਲੈ ਲਓ, ਤੁਹਾਨੂੰ ਉਦੋਂ ਹੀ ਜਵਾਬ ਮਿਲੂਗਾ। ਤੁਹਾਨੂੰ ਕਿਹੜਾ ਸਵਾਲ ਆ ਜਿਹੜਾ ਨਹੀਂ ਜਵਾਬ ਮਾਰੇ ਕੋਲੇ? ਆ ਪਿਛਲੇ ਦਿਨੀ ਸਿੰਘ ਚਲੇ ਗਏ ਘੁੰਮਣ ਗਏ ਤੇ ਗਾਂ ਜਾ ਕੇ ਫੜੇ ਗਏ ਰੁੱਟਰੂ। ਹੁਕਮਨਾਮਾ ਵਿੱਚ ਸਾਰੇ ਭੇਤ ਖੋਲ ਦਿੱਤੇ ਵੀ ਤੁਸੀਂ ਕੀ ਮਾੜਾ ਕੰਮ ਕਰ ਚੱਲੇ, ਤੁਹਾਨੂੰ ਅਸੀਂ ਜਾਣ ਕੇ ਕਿਉਂ ਰੋਕਿਆ, ਤੁਹਾਨੂੰ ਅਸੀਂ ਕੀ ਭਲਾ ਕਰਨਾ ਸੀ, ਗਾਂ ਨੂੰ ਸੁਧਰ ਜਾਵੋ। ਤਾੜਨਾ ਦੇ ਨਾਲ ਦੱਸ ਦਿੱਤਾ। ਮਾਰੇ ਕਹਿੰਦੇ ਜੇ ਹੁਣ ਨਾਮ ਜਪੋਗੇ ਗਾਂ ਤੋਂ ਨਹੀਂ ਜਾਓਗੇ ਤੇ ਬਖਸ਼ਿਸ਼ ਵੀ ਕਰਾਂਗੇ। ਤੇ ਉਵੇਂ ਕਿਵੇਂ ਕਹਿੰਦੇ ਇੱਕ ਵਾਰੀ ਫੇਰ ਕਰੋ ਸਰਵਣ ਜੀ। ਸ੍ਰੀ ਨਾਨਕ ਮਮ ਗੁਰ ਪੂਰਨ। ਕਹਿੰਦੇ ਮੇਰੇ ਗੁਰੂ ਨਾਨਕ ਪਾਤਸ਼ਾਹ ਪੂਰੇ ਗੁਰੂ ਨੇ ਜੀ। ਕਲ ਕਲ ਮਲ ਰੁਜ ਪਦ ਰਜ ਚੂਰਨ। ਕਹਿੰਦੇ ਇਹੋ ਜਿਹੇ ਨੇ ਜਿਹੜੇ ਕਿੰਨੇ ਕੀਤੇ ਪਾਪਾਂ ਨੂੰ ਚੂਰ ਕਰਨ ਵਾਲੇ ਨੇ ਜੀ। ਦੰਭ ਮਤੰਗਹ ਕੋ ਸਰ ਕੇਸਰੇ। ਜਿਨ੍ਹਾਂ ਦੇ ਮੂਹਰੇ ਕਹਿੰਦੇ ਖੇਡ ਇਹੋ ਜਿਹੀ ਹੈ, ਜਿਨ੍ਹਾਂ ਮੂਹਰੇ ਪਖੰਡੀ ਹਾਥੀ ਵੀ ਆ ਜਾਵੇ ਤੇ ਕਹਿੰਦੇ ਕਿਹੜੀ ਸ਼ੇਰ ਵਰਗੇ ਬਣ ਕੇ, ਗਿਆਨ ਰੂਪੀ ਕਿਹੜੀ ਸ਼ੇਰ ਬਣ ਕੇ, ਨਾਮ ਰੂਪੀ ਕਿਹੜੀ ਸ਼ੇਰ ਬਣ ਕੇ ਉਹਨੂੰ ਦਲ ਦਿੰਦੇ ਨੇ ਜੀ। ਭਾਓ ਭਗਤ ਕ੍ਰਿਖ ਜਗਤ ਸੁ ਜਲ ਧਰ। ਕਹਿੰਦੇ ਇਹੋ ਜਿਹੀ ਖੇਤੀ ਪੈਦਾ ਕਰਦੇ ਜਿਹਦੇ ਵਿੱਚ ਭਾਓ ਵਾਲਾ ਜਲ ਲਾਉਂਦੇ ਨੇ ਜੀ। ਸੁਨ ਸ੍ਰੀ ਅੰਗਦ ਬਚਨ ਉਚਾਰਿਓ। ਤੇ ਸੁਣ ਕੇ ਫਿਰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਬਚਨ ਉਚਾਰਨੇ ਕੀਤੇ ਜੀ। ਤੁਮ ਗੁਰ ਨਾਨਕ ਰੂਪ ਨਿਹਾਰਿਓ। ਕਹਿੰਦੇ ਤੁਸੀਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਸਰੂਪ ਦੇ ਦਰਸ਼ਨ ਕੀਤੇ ਤੁਸੀਂ। ਉਹ ਫਿਰ ਪੁੱਛਦੇ ਨੇ ਜੀ ਕਬ ਕੀ ਗੁਰ ਸਿੱਖੀ ਮਨ ਮਾਨੀ। ਤੇ ਕਦੋਂ ਦੀ ਤੁਸੀਂ ਸਿੱਖੀ ਮਨ ਵਿੱਚ ਰੱਖੀ ਹੈ? ਕਦੋਂ ਦੇ ਤੁਸੀਂ ਸਿੱਖ ਬਣੇ ਸੀ? ਕਦੋਂ? ਕਿਹੜਾ ਸਮਾਂ ਸੀ? ਕਿਹੜਾ ਵੇਲਾ ਸੀ? ਕਿਵੇਂ ਤੁਸੀਂ ਜੁੜਨਾ ਕੀਤਾ ਜੀ? ਪਰਮ ਪ੍ਰੇਮ ਮਹਿ ਮਤ ਲਪਟਾਨੀ। ਤੇ ਕਿਵੇਂ ਤੁਹਾਡੇ ਪਰਮ ਪ੍ਰੇਮ ਵਿੱਚ ਕਿਵੇਂ ਤੁਹਾਡੀ ਮਤ ਲਪਟੀ ਰਹੀ? ਭਾਵ ਕਿਵੇਂ ਲੱਗੇ ਰਹੇ ਜੀ? ਚੌਪਈ ਬਾਲਾ ਬੋਲਿਓ ਸੁਨੋ ਦਇਆਲਾ। ਤੇ ਭਾਈ ਬਾਲਾ ਸੰਧੂ ਜੀ ਨੇ ਅੱਗੇ ਫਿਰ ਬੇਨਤੀ ਕੀਤੀ ਜੀ। ਤਿਨਕੇ ਸੰਗ ਰਹਿਓ ਚਿਰਕਾਲਾ। ਮੈਂ ਤਾਂ ਮਹਾਰਾਜ ਦੇ ਨਾਲ ਬਹੁਤ ਲੰਮਾ ਸਮਾਂ ਰਿਹਾ ਨਾਲ ਜੀ। ਤੀਨ ਬਰਖ ਤਨ ਬੈਸ ਵਡੇਰੀ। ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੀ 3 ਸਾਲ ਮੇਰੇ ਤੋਂ ਉਮਰ ਵੱਡੀ ਸੀ ਜੀ। ਬਾਲ ਤਰਨ ਬੈ ਬਿਤੀ ਬਥੇਰੀ। ਜਦੋਂ ਬੱਚੇ ਸਨ ਉਦੋਂ ਵੀ, ਤਰਨ ਭਾਵ ਜਦੋਂ ਜਵਾਨੀ ਤੱਕ। ਫਿਰ ਉਹ ਤੋਂ ਬਾਅਦ ਜਦੋਂ ਬਾਹਰ ਗਏ ਨੇ ਦੇਸ਼ ਦੇ ਵਿੱਚ ਵੀ ਤੇ ਪ੍ਰਦੇਸ਼ ਵਿੱਚ ਵੀ, ਉਦੋਂ ਵੀ ਨਾਲ ਰਿਹਾ ਜੀ। ਦੋਹਰਾ ਦਹ ਦਿਸ਼ ਦਰਸ ਦਿਖਾਇਓ। ਜਦੋਂ 10 ਦਿਸ਼ਾ ਵਿੱਚ ਮਹਾਰਾਜ ਦਰਸ਼ਨ ਦੇ ਰਹੇ ਸਨ ਜੀ। ਦਇਆ ਦ੍ਰਿਸ਼ ਕੋ ਦੇਖ। ਜੇ ਤੇ ਦਇਆ ਦੀ ਦ੍ਰਿਸ਼ਟੀ ਪਾ ਕੇ ਜਿਹਨੂੰ ਦੇਖ ਲੈਂਦੇ ਸਨ ਜੀ। ਨਿਕਟ ਰਹਿਤ ਤਿੰਨ ਚਰਨ ਹਮ। ਕਹਿੰਦੇ ਮੈਂ ਤਾਂ ਮਹਾਰਾਜ ਦੇ ਚਰਨਾਂ ਦੇ ਨਾਲ ਹੀ ਰਹਿੰਦਾ ਸੀ। ਮੈਨੂੰ ਭੁੱਖ ਨਹੀਂ ਲੱਗਦੀ ਸੀ ਤੇ ਮੈਂ ਕਿਤੇ ਇੱਧਰ ਉੱਧਰ ਜਾਂਦਾ ਹੀ ਨਹੀਂ ਸੀ। ਮੈਨੂੰ ਕੋਈ ਹੋਰ ਖਿੱਚ ਪੈਂਦੀ ਹੀ ਨਹੀਂ ਸੀ। ਨਾ ਮੈਂ ਮਹਾਰਾਜ ਦੇ ਕੱਪੜੇ ਮੰਗਦਾ ਸੀ। ਤੇ ਜੇ ਭੁੱਖ ਲੱਗ ਜਾਂਦੀ ਸੀ ਤੇ ਮਰਦਾਨੇ ਮਾਰੇ ਕਹਿੰਦੇ ਖਾ ਲਾ ਵੀ ਅੱਕ ਦੀਆਂ ਅੰਬੀਆਂ, ਖਾ ਲਾ ਖੱਖੜੀਆਂ। ਕਹਿੰਦੇ ਮਹਾਰਾਜ ਮੈਨੂੰ ਮਾਰਨਾ ਚਾਹੁੰਦੇ ਹੋ? ਮਾਰੇ ਕਹਿੰਦੇ ਚੰਗਾ ਉਨੀ ਖਾ ਜਿੰਨੀ ਭੁੱਖ ਲੱਗੀ ਆ, ਅੰਮ੍ਰਿਤ ਰੂਪੀ ਬਣ ਜਾਣਗੇ, ਨਾਲ ਨਹੀਂ ਚੱਕਣੀਆਂ। ਪਰ ਕਿਤੇ ਬਾਲਾ ਜੀ ਨੇ ਛਕਿਆ ਹੀ ਕੁਛ ਨਹੀਂ ਜੀ। ਤਾਰਿਓ ਜਗਤ ਵਿਸੇਖ। ਤੇ ਕਹਿੰਦੇ ਐਂ ਕਰਕੇ ਇਸ ਸੰਸਾਰ ਨੂੰ ਤਾਰਿਆ ਜਿਸ ਸਮੇਂ ਜੀ। ਦਇਆ ਐਨ ਸੁਨ ਬੈਨ ਏ ਦੈਨ ਭਗਤ ਨਿਜ ਦਾਸ। ਤੇ ਇਉਂ ਕਰਕੇ ਬਹੁਤ ਦਇਆ ਕਰਕੇ ਬੰਦਗੀਰੀਆਂ, ਇਉਂ ਦਇਆ ਕਰਕੇ ਉਹਨਾਂ ਜੀਆਂ ਨੇ ਜਿਸ ਸਮੇਂ ਭਲਾ ਕਰਦੇ ਸਨ ਜੀ, ਜਦੋਂ ਪ੍ਰੇਮ ਦੇ ਬਚਨ ਕਰਦੇ ਸਨ ਜੀ। ਉਠ ਕਰ ਭੁਜ ਭਰ ਗਰ ਮਿਲੇ ਉਰ ਧਰ ਪਰਮ ਹੁਲਾਸ। ਜਦੋਂ ਇਹ ਬਚਨ ਸੁਣੇ ਇੰਨੇ ਪ੍ਰੇਮ ਦੇ,
ਵੀ ਮਹਾਰਾਜ ਦੇ ਨਾਲ ਰਹੇ। ਤੇ ਗੁਰੂ ਅੰਗਦ ਦੇ ਸਾਧ ਸੰਗਤ ਇਹੋ ਜਿਹਾ ਉਛਾਲ ਵੱਜਿਆ, ਨੇਤਰਾਂ ਵਿੱਚੋਂ ਜਰਾ ਜਰ ਜਲ ਵਹਿਣ ਲੱਗ ਗਿਆ। ਮਹਾਰਾਜ ਆਪਦੇ ਆਸਣ ਤੋਂ ਖੜੇ ਹੋ ਗਏ। ਸਾਧ ਸੰਗਤ ਖੜੇ ਨੇ, ਇਕੱਲੇ ਹੋਏ, ਬਾਹਾਂ ਦੋਨੇ ਖੋਲ ਲਈਆਂ। ਮਰਦਾਨਾ ਜੀ ਨੂੰ ਜੱਫੀ ਤੇ ਬਾਲਾ ਜੀ ਨੂੰ ਜੱਫੀ ਦੇ ਵਿੱਚ ਲੈ ਲਿਆ। ਸਾਧ ਸੰਗਤ ਬਾਲਾ ਜੀ ਦਾ ਸਿਰ ਆਪਦੀ ਛਾਤੀ ਨਾਲ ਲਾ ਲਿਆ, ਬਹੁਤ ਪ੍ਰੇਮ ਕੀਤਾ। ਫਿਰ ਜਕਦਿਆਂ ਨੇ ਬਾਲਾ ਜੀ ਨੇ ਵੀ ਜੱਫੀ ਪਾ ਲਈ। ਕਿਵੇਂ ਪਾਈ? ਇੱਕ ਵਾਰੀ ਫੇਰ ਕਰੋ ਸਰਵਣ ਜੀ। ਉੱਠ ਕਰ ਭੁਜ ਭਰ ਗਰ ਮਿਲੇ। ਭੁਜ ਭਰ ਭਾ ਪੂਰੇ ਜੱਫੀ ਪਾ ਕੇ ਭਰ ਕੇ ਗਲੇ ਨਾਲ ਲਾ ਕੇ ਮਿਲੇ ਜੀ। ਔਰ ਧਰ ਪਰਮ ਹੁਲਾਸ। ਬਹੁਤ ਪ੍ਰੇਮ ਹਿਰਦੇ ਵਿੱਚ ਭਰ ਕੇ ਜੀ। ਚੌਪਈ ਬਹੁਰ ਬਿਲੋਚਨ ਮੁਚਾ ਬਿਰਾਗਾ। ਕਹਿੰਦੇ ਅੱਖਾਂ ਵਿੱਚੋਂ ਜਰਾ ਜਰ ਜਲ ਡਿੱਗ ਰਿਹਾ ਮਹਾਰਾਜ ਦੇ। ਬਹੁਤ ਵਿਰਾਗ ਵਿੱਚ ਆ ਗਏ। ਉਧਰ ਬਾਲਾ ਸੰਧੂ ਜੀ ਵੀ ਕਰ ਔਰ ਚਰਨਨ ਬਰ ਅਨੁਰਾਗਾ। ਤੇ ਵੱਧ ਕੇ ਇਧਰੋਂ ਗੁਰੂ ਅੰਗਦ ਦੇਵ ਸਾਹਿਬ ਹੱਥ ਵਧਾ ਰਹੇ ਨੇ ਬਾਲਾ ਜੀ ਦੇ ਪੈਰਾਂ ਨੂੰ ਲਾਉਣ ਵਾਸਤੇ। ਉਧਰੋਂ ਬਾਲਾ ਜੀ ਹੱਥ ਵਧਾ ਕੇ ਮਹਾਰਾਜ ਦੇ ਚਰਨਾਂ ਚ ਨੂੰ ਆ ਰਹੇ। ਕਹਿੰਦੇ ਨਹੀਂ ਤੁਸੀਂ ਗੁਰੂ ਹੋ। ਕਹਿੰਦੇ ਨਹੀਂ, ਤੁਸੀਂ ਮੇਰੇ ਗੁਰੂ ਨਾਨਕ ਦੇ ਨਾਲ ਰਹੇ ਹੋ, ਤੁਸੀਂ ਮੇਰੇ ਗੁਰੂ ਨਾਨਕ ਦੇ ਨਾਲ ਪਏ ਹੋ, ਤੁਸੀਂ ਮੇਰੇ ਗੁਰੂ ਨਾਨਕ ਨਾਲ ਇੰਨਾ ਲੰਮਾ ਸਮਾਂ ਦੀ ਸੇਵਾ ਕੀਤੀ। ਮਹਾਰਾਜ ਤਾਂ ਉਹ ਜਾਣ ਕੇ, ਜਿਵੇਂ ਜਾਓ ਕਿਸੇ ਗੁਰਮੁਖਾਂ ਸਾਧੂਆਂ ਕੋਲੇ, ਜਿਹੜੇ ਪੁਰਾਣੇ ਸੰਗੀ ਹੁੰਦੇ, ਦੇਖਣ ਵਾਲਾ ਹੁੰਦਾ ਸਮਾਂ, ਜਦੋਂ ਸਮਾਪਤੀ ਹੁੰਦੀ ਸਾਰੇ ਘੇਰ ਕੇ ਬਹਿ ਜਾਂਦੇ। ਸੁਣਾਓ ਮਹਾਂਪੁਰਸ਼ਾਂ ਦੇ ਤੁਸੀਂ ਨਾਲ ਰਹੇ ਹੋ, ਕਿਹੜੇ ਤੁਸੀਂ ਰੰਗ ਮਾਣੇ। ਤੇ ਆਈ ਇੱਕ ਵਾਰ ਸਮਾਂ ਬਣਿਆ, ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ। ਉਹਨੇ ਵੀ ਢੰਡੋਰਾ ਪਟਾਇਆ ਵੀ ਕੋਈ ਹੋਵੇ ਜਿਹਨੇ ਆਪਦੇ ਨੇਤਰਾਂ ਨਾਲ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕੀਤੇ ਹੋਣ, ਮੈਂ ਉਹਦੇ ਦਰਸ਼ਨ ਕਰਨਾ ਚਾਹੁੰਦਾ। ਤੇ ਸਾਧ ਸੰਗ ਇੱਕ ਬਜ਼ੁਰਗ ਮਿਲਿਆ ਸੀ। ਆਹੋ ਕਿੰਨਾ ਚਾਅ ਹੁੰਦਾ ਜਿਨ੍ਹਾਂ ਨੇ ਦਰਸ਼ਨ ਕੀਤੇ ਹੋਣ, ਉਹਨਾਂ ਰਾਹੀਂ ਕੋਈ। ਹੁਣ ਦਾਸ ਨੂੰ ਜਦੋਂ ਪਹਿਲੀ ਵਾਰ ਬਾਬਾ ਨਾਨਕ ਸਿੰਘ ਦਾ ਅਸਲੀ ਚਿੱਤਰ ਮਿਲਿਆ ਨਾ ਇੱਕ ਵਾਰ, ਉਹ ਘਰੇ ਵੀ ਪਿਆ ਆਪਣੇ ਕੋਲੇ। ਅਸਲੀ ਜਦੋਂ ਉਹਨਾਂ ਚਿੱਤਰ ਮਿਲਿਆ ਮਹਾਂਪੁਰਸ਼ਾਂ ਸਰੂਪ, ਜੋ ਨੇਤਰ ਦੇਖੇ ਤੇ ਇੰਨਾ ਮਨ ਭਰਿਆ। ਮੈਂ ਕਿਹਾ ਕਮਾਲ, ਮੈਂ ਕਿਹਾ ਇਹਨਾਂ ਨੇਤਰਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਹੁੰਦੇ ਸੀ ਰੋਜ਼। ਇਹ ਕਿੰਨੇ ਭਾਗਾਂ ਵਾਲੇ ਨੇਤਰ ਨੇ। ਫਿਰ ਉਹ ਸਰਵਣ ਸਾਧ ਸੰਗਤ ਕੰਨ ਕਿੰਨੇ ਭਾਗਾਂ ਵਾਲੇ ਜਦੋਂ ਮਹਾਰਾਜ ਦੇ ਬੋਲ ਜਿਨ੍ਹਾਂ ਰਾਹੀਂ ਪੈਂਦੇ ਹੋਣ। ਸਾਧ ਸੰਗਤ ਉਹ ਹੱਥ ਦੇਖੋ, ਜਿਹੜੇ ਹੱਥੀਂ ਇਸ਼ਨਾਨ ਕਰਾਉਂਦੇ ਹੋਣਗੇ, ਹੱਥੀਂ ਪ੍ਰਸ਼ਾਦਾ ਛਕਾਉਂਦੇ ਹੋਣਗੇ, ਹੱਥੀਂ ਪ੍ਰਸ਼ਾਦਾ ਤਿਆਰ ਕਰਦੇ ਹੋਣਗੇ ਉਹਨਾਂ ਵਾਸਤੇ। ਤੇ ਸਾਧ ਸੰਗਤ ਉਹ ਪੈਰ ਵੀ ਦੇਖੋ ਕਿੰਨੇ ਭਾਗਾਂ ਵਾਲੇ ਨੇ, ਜਿਹੜੇ ਚੱਲ ਕੇ ਉਸ ਮੰਜ਼ਿਲ ਤੱਕ ਜਾਂਦੇ ਹੋਣਗੇ। ਭਾਵ ਹੁਣ ਮਹਾਰਾਜ ਨੂੰ ਉਵੇਂ ਪਿਆਰ ਆ ਰਿਹਾ ਬਾਲਾ ਸੰਧੂ ਜੀ ਦਾ। ਇਹ ਨਹੀਂ ਕਿ ਸਿੱਖ ਹੈ, ਨਹੀਂ, ਇਹ ਉਹ ਕਦੀਮੀ ਸਿੱਖ ਹੈ ਜਿਹੜਾ ਮੇਰੇ ਗੁਰੂ ਨਾਨਕ ਨਾਲ ਕਈ ਸਾਲ, ਭਾਵ ਬਾਲ ਲੀਲਾ ਦੇ ਸਮੇਂ ਜਦੋਂ ਮਹਾਰਾਜ ਗਲ ਦੀਆਂ ਚੈਨੀਆਂ ਲਾ ਕੇ ਦੇ ਆਉਂਦੇ ਸਨ, ਨਾਲ ਉਦੋਂ ਵੀ ਖੇਡਦੇ ਰਹੇ। ਫਿਰ ਉਦੋਂ ਵੀ ਜਦੋਂ ਮਹਾਰਾਜ ਬਾਹਰ ਜਾਂਦੇ ਸੀ, ਉਹ ਪਿਆਰ ਜਾਗ ਰਿਹਾ ਕਿ ਮੇਰੇ ਪ੍ਰੀਤਮ ਦੇ ਨਾਲ ਰਹਿਣ ਵਾਲੇ ਬਾਲਾ ਸੰਧੂ ਜੀ। ਤੇ ਵੱਧ ਕੇ ਗੁਰੂ ਸਾਹਿਬ ਕਹਿ ਰਹੇ ਮੈਂ ਤੁਹਾਡੇ ਪੈਰੀਂ ਹੱਥ ਲਾਉਣ ਨੂੰ ਹੱਥ ਵਧਾ ਰਹੇ ਨੇ, ਉਧਰੋਂ ਬਾਲਾ ਸੰਧੂ ਵਧਾ ਰਹੇ ਨੇ। ਹਾਂਜੀ, ਧੀਰ ਨਾ ਧਰ ਹੈ ਅਧਿਕ ਧਰ ਆਂਸੂ। ਕਹਿੰਦੇ ਧੀਰ ਧਰਦੇ ਨਹੀਂ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਹੌਸਲਾ ਧਰਦੇ ਨਹੀਂ। ਮਨ ਆਏ ਭਰ ਕੇ ਆਈ ਜਾ ਰਿਹਾ। ਮਹਾਰਾਜ ਇੰਨਾ ਵਿਰਾਗ ਵਿੱਚ ਜਾ ਰਿਹਾ ਕਿ ਮੇਰੇ ਪ੍ਰੀਤਮ ਦੇ ਨਾਲ ਰਹਿਣ ਵਾਲੇ ਉਹ ਸਾਥੀ ਨੇ ਜੀ। ਪਰਤ ਪ੍ਰੀਤ ਕੀ ਭਗਤ ਉਲਾਸੂ। ਬਹੁਤ ਪ੍ਰੀਤੀ ਕੀਤੀ, ਬੜਾ ਮਨ ਵਿੱਚ ਉਲਾਸ ਉਮਾ ਪੈਦਾ ਕੀਤਾ ਜੀ। ਸਵਿਤਾ ਅਸਤ ਨਿਸਾ ਹੋਏ ਆਈ। ਤੇ ਸਾਧ ਸੰਗਤ ਪੂਰਾ ਦਿਨ ਬੀਤ ਗਿਆ, ਸੂਰਜ ਛਿਪ ਗਿਆ, ਸਾਧ ਸੰਗਤ ਰਾਤ ਪੈ ਗਈ। ਰਾਤ ਪੈ ਗਈ, ਬੈਠੇ ਨੇ ਹਲੇ। ਹਾਂਜੀ, ਬਾਲਾ ਰਹਿਤ ਭਇਓ ਤਹ ਥਾਈ। ਮਹਾਰਾਜ ਕਹਿੰਦੇ ਬਾਲਾ ਜਾਣਾ ਨਹੀਂ ਤੂੰ, ਸਾਡੇ ਕੋਲੇ ਅੱਜ ਇੱਥੇ ਰਹਿਣਾ ਜੀ। ਸਿੱਖ ਸੰਗਤ ਜਹ ਮਿਲ ਸਮੁਦਾਇਆ। ਤੇ ਹੋਰ ਜਿਹੜੀ ਸੰਗਤ ਸੀ ਸਾਧ ਸੰਗਤ, ਉਹ ਵੀ ਉੱਥੇ ਨਾਲ ਬੈਠ ਗਈ ਜੀ। ਤਹਾਂ ਬਸਿਓ ਸਭਹਿਨ ਮਨ ਪਾਇਆ। ਮਾਂ ਜਿੱਥੇ ਬੈਠੇ ਸਨ ਉਹੀ ਮਨ ਨੂੰ ਪਾ ਗਿਆ, ਉਸੇ ਜਗ੍ਹਾ ਟਿਕੇ ਰਹੇ ਜੀ। ਇਸ ਮੈਂ ਭਨਤ ਰਹਿਓ ਤਿਨ ਸਾਥਾ। ਤੇ ਕਹਿੰਦੇ ਸਾਰੀ ਰਾਤ
ਭਾਈ ਬਾਲਾ ਸੰਧੂ ਜੀ ਸੁਣਾਈ ਗਏ ਗੁਰੂ ਨਾਨਕ ਪਾਤਸ਼ਾਹ ਨੇ ਵਡਿਆਈਆਂ, ਫਲਾਨੀ ਜਗ੍ਹਾ ਗਏ, ਉਹ ਉੱਥੇ ਗਏ, ਐਂ ਖੇਡ ਵਰਤੀ, ਆਹ ਵਰਤੀ ਖੇਡ। ਬਚਨ ਸੁਣਾਉਂਦੇ ਰਹੇ, ਸਾਧ ਸੰਗਤ ਸੁਣਾਉਂਦੇ ਰਹੇ। ਇੰਨੇ ਮਿੱਠੇ ਪਿਆਰੇ ਬਚਨ ਸਨ ਜੀ। ਸ੍ਰੀ ਨਾਨਕ ਕੀ ਸੁੰਦਰ ਗਾਥਾ, ਇੰਨੀ ਸੁੰਦਰ ਕਥਾ ਜਿਹੜੀ ਕਰ ਰਹੇ ਸਨ, ਵਰਣਨ ਕਰ ਰਹੇ ਸਨ ਜੀ। ਅੰਗਦ ਮਗਨ ਲੱਗਿਓ ਮਨ ਧਿਆਨਾ, ਇੰਨਾ ਧਿਆਨ ਲੱਗ ਗਿਆ ਸਾਧ ਸੰਗਤ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦਾ। ਜਿਵੇਂ ਅੱਗੇ ਇਤਿਹਾਸ 'ਚ ਵੀ ਜ਼ਿਕਰ ਆਉਣਾ, ਮਹਾਰਾਜ ਜਦੋਂ ਇਤਿਹਾਸ ਸੁਣਦੇ ਸਨ, ਸਰਵਣ ਕਰਦੇ ਸਨ, ਜਿਸ ਸਮੇਂ ਸਰਵਣ ਕਰਵਾਉਂਦੇ ਸਨ ਬਾਲਾ ਸੰਧੂ ਜੀ, ਜਿਸ ਸਮੇਂ ਇਤਿਹਾਸ ਸਰਵਣ ਕਰਾਉਂਦੇ ਸਨ ਤੇ ਇਹੋ ਜਿਹੀ ਸੁਰਤ ਲੱਗ ਜਾਂਦੀ ਸੀ ਸਾਧ ਸੰਗਤ, ਕਈ ਵਾਰ 3-3 4-4 ਦਿਨ ਮਹਾਰਾਜ ਉੱਥੇ ਸਜੇ ਰਹਿੰਦੇ ਸਨ। ਜਦੋਂ ਮਹਾਰਾਜ ਨੇ ਫੇਰ ਵਾਪਸ ਆਉਣ ਮੁੜਨਾ ਤੇ ਮਹਾਰਾਜ ਕਹਿਣਾ ਬੁਲਾਓ ਬਈ ਬਾਲਾ ਸੰਧੂ ਨੂੰ, ਫੇਰ ਵੀ ਸੁਣਾ ਬਈ। ਕਈ ਵਾਰ ਕਹਿੰਦੇ ਫੇਰ ਇੱਕ ਸਾਖੀ ਹੀ ਸੁਣਨੀ ਤੇ ਫੇਰ ਮਹਾਰਾਜ ਬਹੁਤ ਵਿਰਾਗ ਵਿੱਚ ਚਲੇ ਜਾਣ। ਤੇ ਸੁਣਦਿਆਂ ਮਹਾਰਾਜ ਦੇ ਅੰਦਰ ਪ੍ਰੇਮ ਜਾਗਿਆ ਤੇ ਸੁਰਤ ਲੱਗ ਗਈ ਜੀ। ਆਸਨ ਬੈਸਿਓ ਭਈ ਬਿਹਾਨਾ, ਤੇ ਕਹਿੰਦੇ ਉੱਥੇ ਆਸਣ ਤੇ ਬੈਠਿਆਂ ਰਾਤ ਬੀਤ ਗਈ ਜੀ। ਪੁਨ ਭੂਖਨ ਪ੍ਰਕਾਸ਼ਿਤ ਭਇਓ, ਇਹਨੇ ਕਹਿੰਦੇ ਜਦੋਂ ਨੇਤਰ ਪ੍ਰਕਾਸ਼ ਕੀਤੇ ਉਹ ਤੋਂ ਪਹਿਲਾਂ ਸੂਰਜ ਚੜ ਚੁੱਕਿਆ ਸੀ ਜੀ। ਛੁੱਟੀ ਸਮਾਦ ਇਸ਼ਨਾਨੰ ਕਯੋ, ਫੇਰ ਜਦੋਂ ਸਮਾਜ ਛੁੱਟੀ ਸਾਧ ਸੰਗਤ ਇਸ਼ਨਾਨ ਕੀਤਾ ਗੁਰੂ ਅੰਗਦ ਦੇਵ ਸਾਹਿਬ ਨੇ ਜੀ। ਵੈਸੇ ਬਹੁਰ ਬੁਲਾਇਓ ਬਾਲਾ, ਫੇਰ ਮਾਰੇ ਕਹਿੰਦੇ ਬੁਲਾਓ ਭਾਈ ਬਾਲਾ ਸੰਧੂ ਜੀ ਨੂੰ, ਬੁਲਾਓ ਬਾਈ। ਮਾਰੇ ਫੇਰ ਸੱਜ ਗਏ। ਮਾਰੇ ਕਹਿੰਦੇ ਵੀ ਹੁਣ ਬਾਲਿਆ ਫੇਰ ਸੁਣਾ ਵਡਿਆਈਆਂ। ਕਿਉਂ ਸਾਧ ਸੰਗਤ ਜਿਹੜਾ ਆ ਕਥਾ ਕੀਰਤਨ ਆ ਨਾ, ਸਾਧ ਸੰਗਤ ਬੜਾ ਰਸ ਦਿੰਦਾ। ਹੁਣ ਜਿਉਂ ਜਿਉਂ ਆਪਾਂ ਮਹਾਰਾਜ ਦਾ ਇਤਿਹਾਸ ਸੁਣਦੇ ਪੁਨः ਜਿਹੜਾ ਇਹਦੇ ਵਿੱਚੋਂ ਰਸ, ਜਿਹੜੀ ਬਖਸ਼ਿਸ਼ ਮਿਲਦੀ ਹੈ, ਇਹ ਤੋਂ ਬਾਅਦ ਜਿਹੜਾ ਫਿਰ ਨਿਤਨੇਮ ਕਰਨਾ, ਇਹ ਤੋਂ ਬਾਅਦ ਜਿਹੜਾ ਸਿਮਰਨ ਕਰਨਾ, ਸਾਧ ਸੰਗਤ ਆ ਸਾਰੇ ਦਰਸ਼ਨ ਹੁੰਦੇ ਉਸ ਸਮੇਂ। ਦੱਸਦੇ ਕਈ ਗੁਰਮੁਖ ਪਿਆਰੇ ਜਿਹੜੇ ਬਾਣੀ ਪੜ੍ਹਨ ਵਾਲੇ, ਅਭਿਆਸ ਵਾਲੇ ਆ, ਕਹਿੰਦੇ ਯਕੀਨ ਨਹੀਂ ਤੁਸੀਂ ਮੰਨਣਾ, ਕਹਿੰਦੇ ਜਿਹੜਾ ਸੁਣਾਉਂਦੇ ਆ ਕਹਿੰਦੇ ਐ ਪੂਰੀ ਵੀਡੀਓ ਵਾਂਗੂ ਦਿਖਦਾ ਰਹਿੰਦਾ ਉਸ ਟਾਈਮ ਸਿਮਰਨ ਵਿੱਚ। ਕਿਉਂ ਸੁਣਨਾ ਫਿਰ ਪੁਨः ਇਤਿਹਾਸ ਤੇ ਟਿਕਾ ਦੇ ਨਾਲ ਜੀ। ਬੰਧਨ ਕਰੀ ਆਨ ਤਤਕਾਲਾ, ਉਸੇ ਸਮੇਂ ਜਦੋਂ ਬੁਲਾਇਆ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਤੇ ਭਾਈ ਬਾਲਾ ਜੀ ਆਏ ਤੇ ਆਉਣ ਸਾਰ ਨਮਸਕਾਰ ਦਿੱਤੀ ਜੀ। ਦੋਹਰਾ ਗੁਰੂ ਅੰਗਦ ਸ੍ਰੀ ਮੁਖ ਕਹਿਓ, ਸਭ ਇਤਿਹਾਸ ਸੁਣਾਓ। ਫੇਰ ਮਹਾਰਾਜ ਨੇ ਇਸ਼ਾਰਾ ਕੀਤਾ, ਮੇਰੇ ਗੁਰੂ ਨਾਨਕ ਦੀਆਂ ਵਡਿਆਈਆਂ ਸੁਣਾਓ, ਮੈਨੂੰ ਸਾਰਾ ਇਤਿਹਾਸ ਸੁਣਾਉਣਾ ਕਰੋ ਜੀ। ਸ੍ਰੀ ਨਾਨਕ ਕੇ ਜਨਮ ਤੇ ਸਕਲ ਕਥਾ ਸਮਝਾਓ, ਕਹਿੰਦੇ ਸਾਨੂੰ ਸਾਰਾ ਦੱਸੋ, ਕਿਵੇਂ ਮਹਾਰਾਜ ਦਾ ਪ੍ਰਕਾਸ਼ ਇਤਿਆਦਿ ਅਗਲਾ ਇਤਿਹਾਸ ਸਾਰਾ ਦੱਸੋ, ਪੁਨः ਇਤਿਹਾਸ ਜੀ। ਚੌਪਈ ਬਾਲੇ ਗੁਰਪ੍ਰਤ ਗਿਰਾ ਉਚਾਰੀ, ਤੇ ਉਸੇ ਸਮੇਂ ਮੁਖ ਤੋਂ ਉਚਾਰਨ ਲੱਗੇ ਭਾਈ ਬਾਲਾ ਜੀ, ਬਚਨ ਕਰਨ ਲੱਗੇ ਜੀ। ਜਨਮ ਕਥਾ ਅਨਜਾਨ ਅਗਾਰੀ, ਕਹਿੰਦੇ ਮਹਾਰਾਜ ਮੈਂ ਇੱਕ ਬੇਨਤੀ ਕਰਾਂ। ਮਹਾਰਾਜ ਕਹਿੰਦੇ ਦੱਸੋ। ਕਹਿੰਦੇ ਜੀ ਮੈਂ ਅਣਜਾਣ ਆ ਮਹਾਰਾਜ, ਮੈਨੂੰ ਕੁਛ ਆਉਂਦਾ ਨਹੀਂ। ਕਿੰਨੀ ਨਿਮਰਤਾ, ਪਤਾ ਸਾਰਾ ਕੁਛ, ਨਾਲ ਰਹੇ ਨੇ ਕਿੱਡੇ ਵੱਡੇ ਬ੍ਰਹਮ ਗਿਆਨੀ ਸਾਧੂ ਬਣ ਕੇ ਨਾਲ ਰਹਿ ਕੇ, ਪਰ ਨਿਮਰਤਾ। ਕਹਿੰਦੇ ਨਹੀਂ ਮਹਾਰਾਜ ਮੈਨੂੰ ਤਾਂ ਕੁਛ ਵੀ ਨਹੀਂ ਆਉਂਦਾ ਮਹਾਰਾਜ, ਮੈਨੂੰ ਤਾਂ ਕੁਛ ਮੈਂ ਜਾਣਦਾ ਨਹੀਂ ਇਹਦੇ ਇਤਿਹਾਸ ਬਾਰੇ ਜੀ। ਬਹੁਤ ਨਰਨ ਤੇ ਇਹ ਬਿਦ ਸੁਣੀ, ਪਰ ਜਿਵੇਂ ਮੈਂ ਬਹੁਤ ਲੋਕਾਂ ਤੋਂ ਸੁਣੀ ਮੈਂ ਉਵੇਂ ਦੱਸ ਸਕਦਾ ਮਹਾਰਾਜ, ਪਰ ਮੈਨੂੰ ਕੋਈ ਗਿਆਨ ਨਹੀਂ ਜੀ। ਸੋ ਤੁਮ ਪਾਸ ਬਖਾਨਤ ਗੁਨੀ, ਮੈਂ ਹੁਣੇ ਆਪ ਜੀ ਨੂੰ ਜਿਵੇਂ ਜਿਵੇਂ ਸੁਣਿਆ ਮੈਂ ਉਵੇਂ ਦੱਸਣਾ ਕਰਦਾ ਜੀ। ਪੂਰਜ ਮਾਸ ਕੀ ਪੂਰਨਮਾਸੀ, ਮਹਾਰਾਜ ਜਦੋਂ ਫਿਰ ਕੱਤਕ ਦੀ ਪੂਰਨਮਾਸੀ ਜਿਸ ਦਿਨ ਆਈ ਜੀ, ਬਿੰਸਤ ਸਪਤ ਨਛੱਤਰ 84, ਤੇ ਉਦੋਂ ਮਹਾਰਾਜ 27 ਨਛੱਤਰ ਜਿਹੜੇ ਹਿੰਦੂ ਧਰਮ ਮੁਤਾਬਕ ਜਿਹੜੇ ਕਹਿੰਦੇ ਸਾਰਿਆਂ ਨੂੰ ਵੱਡੇ ਜਿਹੜੇ 27 ਨਛੱਤਰ ਹੁੰਦੇ ਇਤਿਆਦਿਕ, ਆ ਜਿਹੜਾ ਦਿਨ ਬਣਦਾ ਪੂਰਨਮਾਸ਼ੀ ਦਾ ਦਿਨ ਹੋਣਾ, ਪੂਰਾ ਚੰਦਰਮਾ ਨੇ ਹੋਣਾ ਸਿਰੇ ਤੇ ਉਹ ਜਿਵੇਂ ਕਿਵੇਂ 2:15 ਦਾ ਸਵੇਰ ਦਾ ਅੰਮ੍ਰਿਤ ਵੇਲੇ ਦਾ ਸਮਾਂ ਸੀ, ਮਹਾਰਾਜ ਦਾ ਪ੍ਰਕਾਸ਼ ਹੋਣਾ ਉਹਦੇ ਬਾਰੇ। ਪਰ ਹੁਣ ਉਹ ਇਹ ਜਿਹੜੇ ਇਹਦੇ ਹੋਰ ਖੋਲਣ ਵਾਸਤੇ ਪੱਤਰੀ ਚਾਹੀਦੀ ਹੈ। ਪੱਤਰੀ ਭਾਵ ਪੁਰਾਣਾ ਸਮਾਂ ਹੁੰਦਾ ਸਾਧ ਸੰਗਤ, ਐਂ ਪੰਡਤਾਂ ਨੂੰ ਲਿਖਾਇਆ ਜਾਂਦਾ, ਟੇਵੇ ਬਣਾਏ ਜਾਂਦੇ ਪੱਤਰੀ, ਉਹਦੇ ਵਿੱਚ ਬਹੁਤ ਕੁਝ ਲਿਖਿਆ ਜਾਂਦਾ, ਕਿਹੜੇ ਸਮੇਂ ਕਿਵੇਂ ਜਨਮ ਹੋਇਆ, ਨਾਂ ਮਾਂ ਪਿਓ ਦਾ ਨਾਂ ਇਤਿਆਦਿਕ, ਉਹ ਫਿਰ ਕਿਵੇਂ ਕਿਵੇਂ ਅੱਗੇ ਫਿਰ ਚੱਲੂ ਜੀ। ਔਰ ਸੁਣੀ ਸੋ ਕਰੋ ਉਚਾਰੀ, ਜਿਵੇਂ ਜਿਵੇਂ ਮੈਂ ਸੁਣੀ ਸੀ ਆਪ ਜੀ ਨੂੰ ਉਵੇਂ ਉਚਾਰ ਕੇ ਦੱਸ ਰਿਹਾ ਜੀ। ਪੱਤਰੀ ਜਨਮ ਲਿਖੀ ਦਿਜ ਸਾਰੀ, ਉਦੋਂ ਮਹਾਰਾਜ ਜਿਹੜੀ ਪੱਤਰੀ ਜਿਵੇਂ ਜਿਵੇਂ ਲਿਖੀ ਸੀ ਦੱਸ ਰਿਹਾ ਜੀ। ਕਾਲੂ ਨਾਨਕ ਜਨਕ ਜਨੀਜੈ, ਤੇ ਜਿਵੇਂ ਮਹਾਰਾਜ ਕਾਲੂ ਜੀ ਜਿਹੜੇ ਪਿਤਾ ਜੀ ਸਨ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦੇ ਜੀ, ਧਾਮ ਮਦ ਤਹਿ ਧਰੀ ਲਖੀਜੈ, ਐ ਘਰ ਦੇ ਵਿਚਾਲੇ ਵਿੱਚ ਬੈਠ ਕੇ ਉਸ ਸਮੇਂ ਲਿਖੀ ਸੀ ਜੀ।
ਭਾ ਪਰਲੋਕ ਕਾਲ ਬਹੁ ਕਾਲੂ। ਤੇ ਹੁਣ ਬਹੁਤ ਲੰਮਾ ਸਮਾਂ ਹੋ ਗਿਆ ਪਿਤਾ ਕਾਲੂ ਜੀ ਨੂੰ ਗਿਆ ਹੋਇਆ ਜੀ। ਜੀਵਤ ਅਨੁਜ ਨਾਮ ਤਹਿ ਲਾਲੂ। ਤੇ ਹੁਣ ਉਹਨਾਂ ਦੇ ਛੋਟੇ ਭਰਾ ਨੇ ਜਿਨ੍ਹਾਂ ਦਾ ਨਾਮ ਲਾਲੂ ਜੀ ਕਹਿੰਦੇ ਨੇ, ਤੇ ਬੜੇ ਪ੍ਰੇਮ ਵਾਲੇ ਸਨ। ਬੜੇ ਗੁਰੂ ਨਾਨਕ ਪਾਤਸ਼ਾਹ ਨੂੰ ਸਾਧ ਸੰਗਤ ਬੜਾ ਪਿਆਰ ਕਰਦੇ ਸਨ। ਚਾਚਾ ਲਾਲੂ ਜੀ, ਚਾਚੇ ਵੈਸੇ ਵੀ ਬਹੁਤ ਪਿਆਰ ਕਰਦੇ ਬੱਚੇ। ਬਾਪੂ ਫੇਰ ਕੁੱਟ ਕੱਢ ਦਿੰਦਾ, ਚਾਚੇ ਫੇਰ ਵੀ। ਤੇ ਦੱਸਿਆ ਵੀ ਉਹ ਜਿਹੜੇ ਛੋਟੇ ਭਰਾ ਨੇ ਪਿਤਾ ਮਹਿਤਾ ਕਾਲੂ ਜੀ ਦੇ, ਲਾਲੂ ਜੀ ਕਹਿੰਦੇ ਨੇ ਉਹਨੂੰ, ਲਾਲ ਚੰਦ ਨਾਮ ਸੀ ਉਹਨਾਂ, ਤੇ ਛੋਟਾ ਨਾਮ ਲਾਲੂ ਜੀ ਕਰਕੇ ਜਿੰਨੇ ਬੁਲਾਉਂਦੇ ਸਨ ਜੀ। ਦੋਹਰਾ ਬ੍ਰਿਧ ਬੈਸ ਬਪ ਬਲ ਬਿਨਾ ਬੀਤੇ ਬਰਖ ਵਿਸਾਲ। ਹੁਣ ਉਹਨਾਂ ਨੂੰ ਵੀ ਲੰਮਾ ਸਮਾਂ ਹੋ ਗਿਆ, ਸਰੀਰ ਉਹਨਾਂ ਦਾ ਬਹੁਤ ਬਿਰਧ ਹੋਇਆ ਤੇ ਸਰੀਰ ਵਿੱਚ ਕੋਈ ਬਹੁਤੀ ਤਾਕਤ ਨਹੀਂ ਹੈ ਇਸ ਵੇਲੇ ਜੀ। ਤਲਵੰਡੀ ਮਹਿ ਸਦਨ ਤਿਸ ਸੁਨਹੁ ਸਰੋਨ ਗੁਰਦਿਆਲ। ਤੇ ਕਹਿੰਦੇ ਹੁਣ ਕਹਿੰਦੇ ਉਹਨਾਂ ਨੂੰ ਚੰਗੀ ਤਰ੍ਹਾਂ ਹੁਣ ਸੁਣਦਾ ਵੀ ਨਹੀਂ, ਉੱਚੇ ਹੋ ਗਏ ਨੇ, ਬਜ਼ੁਰਗ ਹੋ ਗਏ ਨੇ, ਘਰ ਵਿੱਚ ਹੀ ਰਹਿੰਦੇ ਨੇ ਜਿਹੜੇ ਪਿੱਛੇ ਘਰ ਵਿੱਚ ਜੀ। ਚੌਪਈ ਸ੍ਰੀ ਅੰਗਦ ਸੁਨ ਉਰ ਬਹੁ ਹਰਖਾ। ਜਦੋਂ ਸੁਣਿਆ ਗੁਰੂ ਅੰਗਦ ਦੇਵ ਸਾਹਿਬ ਪਾਤਸ਼ਾਹ ਨੇ, ਮਹਾਰਾਜ ਦੇ ਮਨ ਵਿੱਚ ਬੜਾ ਇੱਕਦਮ ਪਿਆਰ ਆਇਆ, ਬਹੁਤ ਖੁਸ਼ੀ ਹੋਈ, ਖੇੜਾ ਬਣਿਆ ਤੇ ਖਿੱਚ ਪੈਣ ਲੱਗ ਗਈ ਵੀ ਕਿਹੜਾ ਵੇਲਾ ਹੋਵੇ ਤੇ ਜੇ ਪੱਤਰੀ ਵੀ ਮੰਗਾ ਲਈਏ ਆਪਾਂ ਤੇ ਫਿਰ ਉਹ ਪੱਤਰੀ ਨੂੰ ਵੀ ਬਚ ਗਏ। ਤੇ ਉਧਰੋਂ ਬਾਲਾ ਸੰਧੂ ਜੀ ਰੋਜ਼ ਸਾਨੂੰ ਇਤਿਹਾਸ ਸੁਣਾਉਣ ਤੇ ਅਸੀਂ ਪੁਨः ਇਤਿਹਾਸ ਲਿਖੀਏ। ਉਹ ਮਨ ਵਿੱਚ ਇੱਕਦਮ ਸਾਰੇ ਖਿਆਲ ਬਣਦੇ ਨੇ ਜੀ। ਪਰਮ ਪ੍ਰੇਮ ਜਿਉ ਜਲ ਧਰ ਬਰਖਾ। ਤੇ ਕਹਿੰਦੇ ਫੇਰ ਕਿਵੇਂ ਹੋਊਗਾ? ਉਹ ਪ੍ਰੇਮ ਰੂਪੀ ਜਿਹੜੀ ਜਲ ਰੂਪੀ ਜਿਹੜੀ ਵਰਖਾ ਹੋਊਗੀ ਜੀ, ਰਸ ਬਣੂਗਾ ਜੀ। ਬੋਲੇ ਗਿਰਾ ਰਸਾਲ ਕਿਰਪਾਲਾ। ਤੇ ਕਹਿੰਦੇ ਫਿਰ ਮਹਾਰਾਜ ਨੇ ਮੁਖ ਤੋਂ ਅੰਮ੍ਰਿਤ ਰੂਪੀ ਬਚਨ ਕੀਤੇ ਨੇ ਜੀ। ਇਤ ਬਿਦ ਲੀਜੈ ਪਤਰੀ ਬਾਲਾ। ਕਹਿੰਦੇ ਦੱਸ ਵੀ ਬਾਲਾ ਸੰਧੂ ਜੀ ਕਿਹੜੇ ਤਰੀਕੇ ਨਾਲ ਆਪਾਂ ਉਹ ਪੱਤਰੀ ਲਈਏ ਜੀ। ਐਸਾ ਕੌਣ ਮੀਤ ਸਿੱਖ ਹੋਈ। ਕਹਿੰਦੇ ਇਹੋ ਜਿਹਾ ਕਿਹੜਾ ਹੋਊਗਾ, ਇਹੋ ਜਿਹਾ ਮਿੱਤਰ ਸਿੱਖ ਕਿਹੜਾ ਜਿਹੜਾ ਉਹਨਾਂ ਦੇ ਬਹੁਤ ਨੇੜੇ ਵਾਲਾ ਹੋਊਗਾ, ਜਿਹੜਾ ਕਿ ਸਾਨੂੰ ਪੱਤਰੀ ਲਿਆ ਕੇ ਦੇ ਸਕੇ ਜੀ। ਪੱਤਰੀ ਕੋ ਦਰਸਾਵਹਿ ਜੋਈ। ਜਿਹੜਾ ਸਾਨੂੰ ਆ ਕੇ ਪੱਤਰੀ ਨੂੰ ਦਿਖਾ ਦੇਵੇ ਜੀ। ਬਾਲਾ ਕਹੈ ਖੋਜ ਜੋ ਕੀਜੈ। ਕਹਿੰਦੇ ਮਹਾਰਾਜ ਜਾ ਕੇ ਖੋਜਣੀ ਪੈਣੀ ਹੈ, ਲੱਭਣੀ ਪੈਣੀ ਹੈ ਜੀ। ਤੋ ਨਿਹਚੈ ਪੱਤਰੀ ਕਰ ਲੀਜੈ। ਫਿਰ ਨਿਸ਼ਚੈ ਨਾਲ ਪੱਤਰੀ ਮਿਲ ਜ਼ਰੂਰ ਜਾਊਗੀ, ਪਰ ਖੋਜ ਬੜੀ ਕਰਨੀ ਪੈਣੀ ਹੈ ਜੀ। ਲਾਲੂ ਆਲੇ ਮਿਲ ਕਰਤਾ ਸੂ। ਕਹਿੰਦੇ ਫਿਰ ਜਿਹੜੇ ਆਪਣੇ ਚਾਚੇ ਲਾਲੂ ਦੇ ਘਰ ਵਿੱਚ ਸਾਰੇ ਜੇ ਰਲ ਕੇ ਇਕੱਠੇ ਹੋ ਕੇ ਜਾਈਏ ਜੀ। ਖੁਜਵਾ ਵਹਿ ਜਬ ਤਹ ਕੇ ਪਾਸੂ। ਤੇ ਆਪਾਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਤੇ ਨਾਲ ਲਾ ਕੇ ਲਭਵਾ ਲਵਾਂਗੇ ਜੀ। ਤੋ ਕਰ ਆਵਹਿ ਪਠਵੋ ਕੋਈ। ਤੇ ਕੋਈ ਆਏ ਹੱਥੇ ਫਿਰ ਲੈ ਕੇ ਆਵੇ ਜੀ, ਉੱਥੋਂ ਕਿਸੇ ਨੂੰ ਭੇਜਣਾ ਕਰੋ ਜੀ। ਫੇਰੋ ਪੂਰ ਮਨੋਰਥ ਹੋਈ। ਤੇ ਭੇਜੋ ਤੇ ਉਹ ਜਿਹੜਾ ਮਨੋਰਥ ਆਪ ਜੀ ਦਾ ਪੂਰਾ ਹੋ ਜਾਵੇ ਜੀ। ਦੋਹਰਾ ਸ੍ਰੀ ਅੰਗਦ ਪਾਖੀ ਗਿਰਾ। ਤੇ ਉਸੇ ਸਮੇਂ ਮਹਾਰਾਜ ਨੇ ਬਚਨ ਕਰ ਦਿੱਤੇ ਜੀ। ਹੋਵਹਿ ਤੁਮ ਤੇ ਕਾਮ। ਮਹਾਰਾਜ ਕਹਿੰਦੇ ਜਾ ਬਈ ਬਾਲਿਆ ਤੇਰੇ ਤੋਂ ਇਹ ਕੰਮ ਹੋਊਗਾ। ਜਦੋਂ ਆ ਦੇਖੋ ਨਾ ਅੰਡਰ ਕੌਮਾ ਹੁੰਦਾ ਨੇ, ਜਿਹੜਾ ਅੰਡਰ ਕੌਮਾ ਹੁੰਦਾ ਹੈ ਇਹ ਮਹਾਰਾਜ ਦੇ ਖੁਦ ਦੇ ਮੁਖ ਦੇ ਬਚਨ ਹੁੰਦੇ ਆ। ਆਪ ਜੀ ਜਦੋਂ ਹੁਣ ਇਤਿਹਾਸ ਆਉਣਾ ਆਪ ਜੀ ਮੂਹਰੇ, ਇਹ ਜ਼ਰੂਰ ਖਿਆਲ ਰੱਖਣਾ ਜਦੋਂ ਉੱਤੋਂ ਨੇ ਪੁੱਠੇ ਕੌਮੇ ਲੱਗਦੇ ਆ, ਭਾਵ ਇਨਵਰਟਡ ਕੌਮੇ ਜਿਹੜੇ ਹੁੰਦੇ ਆ, ਉਹ ਮਹਾਰਾਜ ਦੇ ਖੁਦ ਦੇ ਬਚਨ ਹੁੰਦੇ ਆ। ਤੇ ਉਸ ਨੂੰ ਉਵੇਂ ਭਾਵਨਾ ਨਾਲ ਸਰਵਣ ਕਰਨੇ ਕਰੀ ਫੇਰ ਪੜੋ ਜੀ। ਹੋਵਹਿ ਤੁਮ ਤੇ ਕਾਮ। ਮਹਾਰਾਜ ਕਹਿੰਦੇ ਜਾ, ਮਹਾਰਾਜ ਨੇ ਵਚਨ ਕਰ ਦਿੱਤਾ, ਵਰ ਦੇ ਦਿੱਤਾ, ਇਹ ਜਿਹੜੀ ਵਡਿਆਈ ਤੁਹਾਨੂੰ ਮਿਲਣੀ ਆ, ਤੁਹਾਡੇ ਤੋਂ ਇਹ ਕਾਜ ਹੋਊਗਾ ਜੀ। ਤਾਹੇ ਨਗਰ ਮੈਂ ਰਹਿਤ ਹੋ। ਤੁਸੀਂ ਉਸੇ ਨਗਰ ਦੇ ਰਹਿਣ ਵਾਲੇ ਹੋ ਜੀ। ਖੁਜਵਾ ਬਹੁ ਤਹਿ ਧਾਮ। ਜਾਓ ਉਹਨਾਂ ਦੇ ਘਰ ਵਿੱਚ ਜਾ ਕੇ ਲਭਾਉਣਾ ਕਰੋ ਜੀ। ਚੌਪਈ ਕਹਿ ਬਾਲਾ ਮੁਖ ਸਸਹਿ ਸੁਦਾਸੀ। ਤੇ ਜਿਹੜੇ ਕਿਵੇਂ ਕਹਿੰਦੇ ਜਿਨ੍ਹਾਂ ਦਾ ਮੁਖ ਚੰਦਰਮਾ ਵਰਗਾ, ਜਿਨ੍ਹਾਂ ਦਾ ਚਮਕ ਰਿਹਾ ਜੀ। ਸ੍ਰੀ ਅੰਗਦ ਸੁਣੀਏ ਸੁਖ ਰਾਸੀ। ਤੇ ਕਹਿੰਦੇ ਮਹਾਰਾਜ ਸੁੱਖਾਂ ਦੇ ਰਾਸ, ਸੁੱਖਾਂ ਦੇ ਦਾਤੇ, ਮੇਰੀ ਬੇਨਤੀ ਸੁਣੋ ਜੀ। ਏਕ ਸਿੱਖ ਦੀਜੈ ਮੁਝ ਸਾਥੂ। ਮਹਾਰਾਜ ਕੱਲੇ ਦੀ ਵਸ ਦੀ ਗੱਲ ਨਹੀਂ, ਕੋਈ ਆਪ ਜੀ ਕਿਰਪਾ ਕਰਕੇ ਕੋਈ ਸਿੱਖ ਮੇਰੇ ਨਾਲ ਭੇਜ ਦਵੋ ਜੀ। ਜਾਵਹਿ ਜਸ ਪਦ ਦੀਨਾ ਨਾਥੂ। ਤੇ ਮਹਾਰਾਜ ਜਿਹੜਾ ਮੈਂ ਆਪ ਜੀ ਬਖਸ਼ਿਸ਼ ਕਰਕੇ ਭੇਜੋ, ਜਿਹਦੇ ਕਰਕੇ ਜਿਹੜੇ ਕਾਰਜ ਅਸੀਂ ਇਹ ਸੰਪੂਰਨ ਕਰ ਸਕੀਏ ਜੀ। ਲਾਲੂ ਆਲਿਆਂ ਲਹਿ ਟੁਲਾਈ। ਜਾ ਕੇ ਅਸੀਂ ਚਾਚੇ ਲਾਲੂ ਦੇ ਘਰ ਵਿੱਚ ਜਾ ਕੇ ਲੱਭ ਲਈਏ ਜਾ ਕੇ ਪੱਤਰੀ ਜੀ। ਆਨਹਿਗੇ ਹਮ ਜੇ ਤਹ ਪਾਈ। ਤੇ ਕਹਿੰਦੇ ਅਸੀਂ ਲੱਭ ਲਿਆਵਾਂਗੇ ਜਦੋਂ ਅਸੀਂ ਪਾ ਲਈ ਜੀ। ਗੁਰ ਪ੍ਰਸੀਦੇ ਬਾਲੇ ਪਰਤਬ ਚਿਤ ਕਰਤਾਰ ਨਾ ਬਿਸਰੈ ਔਰ ਕਬ। ਮਹਾਰਾਜ ਨੇ ਸਾਧ ਸੰਗਤ ਬਚਨ ਕਰ ਦਿੱਤਾ, ਜਾ ਮਹਾਰਾਜ ਕਹਿੰਦੇ ਤੇਰੇ ਹਿਰਦੇ ਚ ਕਿਤੇ ਕਰਤਾਰ ਨਾ ਵਿਸਰੇ,
ਸਾਧ ਸੰਗਤ ਇਹੀ ਬਚਨ ਗੁਰੂ ਨਾਨਕ ਪਾਤਸ਼ਾਹ ਕਰਦੇ ਹੁੰਦੇ। ਮਹਾਰਾਜ ਨੇ ਜਦੋਂ ਖੁਸ਼ ਹੋਣਾ ਤੇ ਸਿੱਖ ਨੂੰ ਕਹਿਣਾ ਤੈਨੂੰ ਕਰਤਾਰ ਚਿੱਤ ਆਵੇ, ਵੀ ਤੇਰੇ ਹਿਰਦੇ 'ਚ ਪੁਰਾਣੇ ਬਜ਼ੁਰਗ ਵੀ ਸਾਧ ਸੰਗਤ ਇਹ ਬਚਨ ਕਿਹਾ ਕਰਦੇ। ਹੁਣ ਆਪ ਹੀ ਨਹੀਂ ਜਪਦੇ ਤੇ ਬੱਚੇ ਨੂੰ ਅਸੀਂ ਕੀ ਸੀਸ ਦੇਣੀ। ਜਿਵੇਂ ਰਵਿੰਦਰ ਸਿੰਘ ਹੋਣਾ ਨਾਲ ਗੱਲ ਹੋਣੀ ਜਦੋਂ ਵੀ, ਤੇ ਆਈ ਹੋਣਾ ਵੀ ਤੈਨੂੰ ਕਰਤਾਰ ਚਿੱਤ ਆਵੇ, ਇੱਕ ਦੂਜੇ ਨੂੰ ਕਹਿਣਾ। ਪੁਰਾਣੇ ਜਿਹੜੇ ਗੁਰਸਿੱਖ ਆਉਂਦੇ ਸੰਗਤ ਵਿੱਚ, ਉਹਨਾਂ ਨਾਲ ਵੀ ਜਦੋਂ ਗੱਲ ਹੋਣੀ, ਜਦੋਂ ਇਹ ਸਾਖੀ ਸੁਣੀ ਸੀ ਤੇ ਇਹ ਬੜਾ ਪ੍ਰਚਲਿਤ ਰਿਹਾ ਇੱਕ ਦੂਜੇ ਵਿੱਚ। ਜਦੋਂ ਇੱਕ ਦੂਜੇ ਨਾਲ ਫੋਨ ਬੰਦ ਕਰਨ ਤੋਂ ਪਹਿਲਾਂ ਕਹਿਣਾ ਇੱਕ ਦੂਜੇ ਨੂੰ, ਕਿ ਭੈਣ ਨੇ ਭਰਾ ਨੂੰ ਕਹਿਣਾ, ਭਰਾ ਨੇ ਭੈਣ ਨੂੰ ਕਹਿਣਾ ਤੈਨੂੰ ਕਰਤਾਰ ਚਿੱਤ ਆਵੇ, ਭਰਾਵਾਂ ਨੇ ਇੱਕ ਦੂਜੇ ਭਰਾਵਾਂ ਨੂੰ ਕਹਿਣਾ ਤੈਨੂੰ ਕਰਤਾਰ ਚਿੱਤ ਆਵੇ। ਭਾਵ ਉਹ ਜਿਹੜਾ ਮਹਾਰਾਜ ਦਾ ਬਚਨ ਕਹਿਣਾ ਤੇ ਫਿਰ ਰਸ ਬਣਨਾ ਜੀ। ਲਾਲਾ ਪੰਨੂ ਸਿੱਖ ਸਦਾਇਆ। ਤੇ ਉਸ ਸਮੇਂ ਸਾਧ ਸੰਗਤ ਇੱਕ ਲਾਲਾ ਨਾਂ ਸੀ ਤੇ ਪੰਨੂ ਉਹਦਾ ਗੋਤ ਸੀ, ਜ਼ਿਮੀਂਦਾਰ ਸੀ ਜੀ। ਸ੍ਰੀ ਮੁਖ ਤੇ ਇਵ ਵਾਕ ਅਲਾਇਆ। ਲਾਲਾ ਪੰਨੂ ਨੂੰ ਆਵਾਜ਼ ਦੇ ਕੇ ਮਹਾਰਾਜ ਨੇ ਸ਼੍ਰੋਮਣੀ ਮੁਖ ਤੋਂ ਬਚਨ ਕੀਤਾ ਜੀ। ਗੁਰ ਸਿੱਖੀ ਤੁਮ ਮਹਿ ਅਧਿਕਾਈ। ਮਹਾਰਾਜ ਕਹਿੰਦੇ ਤੇਰੇ ਵਿੱਚ ਬਹੁਤ ਗੁਰਸਿੱਖੀ ਆ ਭਾਈ। ਜਿਵ ਸਾਵਨ ਸਰਤਾ ਬਹੁਤਾਈ। ਜਿਵੇਂ ਸਾਵਣ ਦੇ ਦਿਨਾਂ ਦੇ ਵਿੱਚ, ਮੀਂਹ ਦੇ ਦਿਨਾਂ ਵਿੱਚ, ਜਿਵੇਂ ਭਾਈ ਨਦੀ ਐਨ ਕੰਢਿਆਂ ਤੱਕ ਉੱਤੋਂ ਤੱਕ ਵਗਦੀ ਹੈ, ਛੱਲਾਂ ਉੱਤੋਂ ਦੀ ਪੈਂਦੀਆਂ, ਜਿਵੇਂ ਭਾਈ ਤੂੰ ਉਵੇਂ ਆਏ। ਤੇਰਾ ਜਿਹੜਾ ਜੀਵਨ ਹੈ ਨਾਮ ਦੇ ਨਾਲ ਤੇ ਸਿਮਰਨ ਅਭਿਆਸ ਤੇ ਉਹਦੇ ਨਾਲ ਜਿਹੜਾ ਅੰਮ੍ਰਿਤ ਰੂਪੀ ਤੇਰੇ ਅੰਦਰੋਂ ਨਦੀ ਉਵੇਂ ਵਗਦੀ ਜੀ। ਦੋਹਰਾ ਬਾਲੇ ਸੰਗ ਜਾਈਏ ਤਹਾਂ। ਮਹਾਰਾਜ ਨੇ ਕਿਹਾ ਲਾਲਾ ਤੂੰ ਨਾਲ ਜਾ, ਪੰਨੂ ਤੂੰ ਨਾਲ ਜਾ, ਬਾਲੇ ਦੇ ਨਾਲ ਜਾ ਕੇ ਜਾ, ਉੱਥੇ ਮੇਰੇ ਗੁਰੂ ਨਾਨਕ ਦੇ ਘਰ ਵਿੱਚ ਜਾ, ਮੇਰੇ ਗੁਰੂ ਨਾਨਕ ਦੀ ਪੱਤਰੀ ਲੈ ਕੇ ਆ, ਤੇ ਫਿਰ ਆਪਾਂ ਬੈਠ ਕੇ ਇੱਥੇ ਇਤਿਹਾਸ ਸੁਣੀਏ ਜੀ। ਜਹ ਜਨਮਿਓ ਮਮਨਾਥ। ਜਿੱਥੇ ਮੇਰੇ ਨਾਥ ਭਾਵ ਮੇਰੇ ਜਿਹੜੇ ਈਸ਼ਰ ਗੁਰੂ ਨਾਨਕ ਨੇ ਜਿੱਥੇ ਜਨਮ ਲਿਆ ਸੀ, ਉਸ ਸਥਾਨ ਤੇ ਜਾਓ ਜੀ। ਭਵ ਪੱਤਰੀ ਕੋਈ ਆਨ ਕੈ। ਤੇ ਕਹਿੰਦੇ ਪੱਤਰੀ ਭਾਲ ਕੇ ਫਿਰ ਆਓ ਜੀ। ਤੀਜੈ ਜਨਮ ਸਕਾਥ। ਤੇ ਕਹਿੰਦੇ ਲੱਭੋਗੇ, ਜਾਓ, ਤੁਹਾਡਾ ਹੁਣ ਤੁਹਾਨੂੰ ਬਚਨ ਕਰਦੇ ਆ, ਤੁਹਾਡਾ ਜੀਵਨ ਸਫਲ ਆ। ਬਸ ਪੱਤਰੀ ਲੱਭ ਲਿਆਓਗੇ ਤੇ ਤੁਹਾਡਾ ਜਿਹੜਾ ਜੀਵਨ ਦਾ ਜਿਹੜਾ ਸਾਰਾ ਮਨੋਰਥ ਪੂਰਾ ਹੋ ਗਿਆ ਜੀ। ਚੌਪਈ ਸੁਨ ਸਰੁਤ ਬਚਨ ਸਮਾਤ ਨਾ ਅੰਗਾ। ਤੇ ਕਹਿੰਦੇ ਜਦੋਂ ਸੁਣੇ ਤੇ ਕਹਿੰਦੇ ਫੁੱਲੇ ਨਹੀਂ ਸਮਾਉਂਦੇ, ਚਾਅ ਚੜ ਗਿਆ। ਮਹਾਰਾਜ ਨੇ ਬਚਨ ਕੀਤਾ ਤੇ ਸਾਧ ਸੰਗਤ ਗੁਰੂ ਤਾਂ ਖੇਡ ਕਿੱਡੀ ਵੱਡੀ ਆ। ਮਹਾਰਾਜ ਦੇ ਪਿਆਰੇ ਸਾਧੂ ਕਿੰਨੀ ਵਾਰ ਬਚਨ ਸੁਣਾਉਣ ਨੂੰ ਵਾਰ-ਵਾਰ ਦਿਲ ਕਰਦਾ। ਜਿਹਨੂੰ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਜਿਹਨੂੰ ਆਪਦੇ ਹੱਥ ਨਾਲ ਕੋਈ ਹਥਿਆਰ ਦੇ ਦਿੰਦੇ ਸਨ, ਉਹ ਵੀ ਫੁੱਲਿਆ ਨਹੀਂ ਸਮਾਉਂਦਾ ਸੀ। ਕਿਉਂ? ਸ਼ਰ੍ਹਾ ਕਰਕੇ ਦਿੰਦੇ ਸਨ, ਕਾਰਜ ਕਰਕੇ ਸ਼ਹੀਦ ਹੁੰਦਾ ਸੀ। ਪਹਿਲਾਂ ਕੋਈ ਵੀ ਨਹੀਂ ਫੜਿਆ ਗਿਆ ਸੀ, ਨਾ ਮਾਰਿਆ ਗਿਆ ਸੀ। ਖੇਡ ਵੱਡੀ ਆ ਸਾਧ ਸੰਗਤ। ਹੁਣ ਇੱਥੇ ਖੁਦ ਆਪ ਰੱਬ, ਦੂਜੇ ਗੁਰੂ ਨਾਨਕ ਆਪ ਖੁਦ ਬਚਨ ਕਰਦੇ ਨੇ। ਫੇਰ ਕਰੋ ਸਰਵਣ ਜੀ। ਸੁਨ ਸਰੁਤ ਬਚਨ ਸਮਾਤ ਨਾ ਅੰਗਾ। ਕਹਿੰਦੇ ਹੁਣ ਫੁੱਲੇ ਨਹੀਂ ਸਮਾਉਂਦੇ ਜਦੋਂ ਮਹਾਰਾਜ ਦੇ ਬਚਨ ਸੁਣੇ ਕਿ ਤੁਹਾਡਾ ਜੀਵਨ ਸਫਲਾ ਜੇ ਪੱਤਰੀ ਲੈ ਕੇ ਆਉਂਗੇ ਜਦੋਂ ਜੀ। ਭਇਓ ਤਿਆਰ ਚਲਨ ਕੋ ਸੰਗਾ। ਉਹਦੀ ਤਿਆਰੀ ਕੀਤੀ ਤੇ ਨਾਲ ਹੀ ਬਾਲਾ ਸੰਧੂ ਜੀ ਦੇ ਨਾਲ ਤੁਰ ਪਏ ਨੇ ਜੀ। ਧੰਨ ਭਾਗ ਆਪਣੇ ਕਰ ਜਾਣੇ। ਕਹਿੰਦੇ ਉਦੋਂ ਹੀ ਜਾਣ ਲਿਆ ਵੀ ਸਾਡੇ ਬਹੁਤ ਵੱਡੇ ਭਾਗ ਨੇ ਜੇ ਗੁਰੂ ਸਾਹਿਬ ਨੇ ਕਿਤੇ ਭੇਜੇ। ਤੁਸੀਂ ਸੋਚੋ ਸਾਧ ਸੰਗਤ, ਕਈ ਵਾਰ ਮਨ ਵਿੱਚ ਖਿਆਲ ਆਉਂਦਾ ਕਿਤੇ ਮਹਾਰਾਜ ਸਾਡਾ ਨਾਂ ਲਿਆ ਹੋਊ, ਕਿਤੇ ਸਾਡਾ, ਕਿਤੇ ਮਹਾਰਾਜ ਕਹਿੰਦੇ ਹੋਣੇ ਵੀ ਇਹ ਮੇਰਾ ਹੈ। ਜ਼ਰੂਰ ਕਿਸੇ ਵੇਲੇ ਅਭਿਆਸ ਕਰਦੇ ਜ਼ਰੂਰ ਮਨ ਵਿੱਚ ਇਹ ਖਿਆਲ ਲੈ ਆਇਓ ਕਿ ਦਿਨ ਮਹਾਰਾਜ ਮੇਰਾ ਨਾਂ ਲੈ ਕੇ ਮੈਨੂੰ ਆਵਾਜ਼ ਮਾਰਨਗੇ। ਕਿ ਦਿਨ ਉਹ ਮਿੱਠੇ ਅੰਮ੍ਰਿਤ ਰੂਪੀ ਬਚਨ ਇਹਨਾਂ ਕੰਨਾਂ ਵਿੱਚ ਪੈਣਗੇ ਤੇ ਕੰਨ ਚੋਣਗੇ ਪ੍ਰੇਮ ਵਿੱਚ। ਸਾਧ ਸੰਗਤ ਉਹ ਤੌਕਾ ਬਾਹਰ ਆਉਂਦਾ, ਫਿਰ ਕੰਨ ਪਵਿੱਤਰ ਹੋ ਜਾਂਦੇ, ਨਾਂ ਲਿਆ ਰਸਨਾ ਪਵਿੱਤਰ ਹੋ ਜਾਂਦੀ, ਦਰਸ਼ਨ ਕੀਤੇ ਅੱਖਾਂ ਪਵਿੱਤਰ ਹੋ ਜਾਂਦੀਆਂ, ਤੁਰਿਆ ਪੈਰ ਪਵਿੱਤਰ ਹੋ ਜਾਂਦੇ, ਸਪਰਸ਼ ਕੀਤੇ ਹੱਥ ਪਵਿੱਤਰ ਹੋ ਜਾਂਦੇ, ਦੇਹੀ ਪਵਿੱਤਰ ਹੋ ਜਾਂਦੀ ਹੈ। ਕਹਿੰਦੇ ਉਦੋਂ ਜਾਣ ਲਿਆ, ਖੁਸ਼ੀ ਮਨਾਈ ਕੀ ਇੱਕ ਵਾਰੀ ਫੇਰ ਸਾਰੇ ਗੱਜ ਕੇ ਪੜੋ ਜੀ। ਧੰਨ ਭਾਗ ਆਪਣੇ ਕਰ ਜਾਣੇ। ਕਹਿੰਦੇ ਵੱਡੇ ਭਾਗ ਉਹਨਾਂ ਦੇ ਵੀ ਤੇ ਸਾਧ ਸੰਗਤ ਆਪ ਜੀ ਦੇ ਵੀ ਵੱਡੇ ਭਾਗ ਨੇ ਜਿਹੜੇ ਇਸ ਦਰਸ਼ਨ ਕਰ ਰਹੇ ਹੋ ਗ੍ਰੰਥ ਦੇ ਨਾਲ ਨਾਲ ਤੇ ਨਾਲ ਨਾਲ ਸਰਵਣ ਕਰ ਰਹੇ ਹੋ। ਵੱਡੇ ਭਾਗਾਂ ਵਾਲੇ ਹੋ ਜੀ। ਪੱਤਰੀ ਨਾਨਕ ਦਰਸ਼ਨ ਮਾਨੇ। ਤੇ ਹੁਣ ਮਨ 'ਚ ਚਾਅ ਚੜ ਗਿਆ ਕਿ ਮਹਾਰਾਜ ਦੀ ਪੱਤਰੀ ਜਿੱਥੇ ਮਹਾਰਾਜ ਦਾ ਨਾਮ ਲਿਖਿਆ ਹੋਊਗਾ ਤੇ ਉਹਦੇ ਅਸੀਂ ਦਰਸ਼ਨ ਕਰਾਂਗੇ ਜੀ। ਬੰਦਨ ਕਰ ਸੁਨ ਸਤ ਕਰਤਾਰ। ਬੰਦਨਾ ਕੀਤੀ ਤੇ ਸਤ ਕਰਤਾਰ ਕਹਿੰਦਿਆਂ, ਸਤ ਕਰਤਾਰ ਸਤ ਕਰਤਾਰ ਸਤ ਕਰਤਾਰ ਕਹਿੰਦਿਆਂ ਤੇ ਖੰਡੂਰ ਸਾਹਿਬ ਤੋਂ
ਨਨਕਾਣਾ ਸਾਹਿਬ ਵਾਲੇ ਪਾਸੇ ਨੂੰ ਤੁਰ ਪਏ ਨੇ ਜੀ। ਚਲਤ ਭਏ ਨਾਨਕ ਉਰ ਧਾਰ। ਕਹਿੰਦੇ ਬਸ ਫਿਰ ਹਿਰਦੇ ਵਿੱਚ ਕਿਹੜਾ ਧਿਆਨ ਧਰਿਆ? ਗੁਰੂ ਨਾਨਕ ਪਾਤਸ਼ਾਹ ਦਾ। ਮਹਾਰਾਜ ਦੇ ਜੇ ਚਰਨ ਆਪਦੇ ਹਿਰਦੇ ਵਿੱਚ ਟਿਕਾ ਕੇ ਤੇ ਚੱਲ ਪਏ ਨੇ ਜੀ। ਮਗ ਮਹਿ ਮਹਿਮਾ ਅਮੀ ਪਟੰਤਰ। ਤੇ ਇਹ ਨਹੀਂ ਵੀ ਤੁਰ ਪਏ ਨੇ ਤੇ ਰਾਹ 'ਚ ਕਿਤੇ ਉਧਰ ਕਿਤੇ ਸਬਜ਼ੀਆਂ ਦੀਆਂ, ਇੱਧਰੋਂ ਕਿਤੇ ਖੇਤੀਬਾੜੀਆਂ ਦੀਆਂ ਦੂਜੀਆਂ ਤੀਜੀਆਂ ਗੱਲਾਂ ਨਹੀਂ। ਰਾਹ 'ਚ ਜਾਂਦੇ ਵੀ ਮਹਾਰਾਜ ਦੀਆਂ ਵਡਿਆਈਆਂ ਕਰੀ ਜਾਂਦੇ। ਆ ਸਾਡੇ ਵਰਗੇ ਤੁਰ ਪੈਂਦੇ ਨੇ, ਜਾਣਾ ਤੀਰਥ ਸਥਾਨ ਤੇ ਆ, ਜਾਣਾ ਯਾਤਰਾ ਤੇ ਆ, ਆਉਣਾ ਮਹਾਰਾਜ ਦੇ ਦਰਸ਼ਨ ਕਰਨ, ਤੇ ਘਰ ਦੇ ਟੱਬਰ ਦੇ ਉਹ ਉੱਥੇ ਵੀ ਖਹਿੜਾ ਨਹੀਂ ਛੱਡਦੇ, ਤੁਰੇ ਆਉਂਦੇ। ਦਾਸ ਮਾਫੀ ਚਾਹੁੰਦਾ ਹੈ। ਗੁਰਦੁਆਰਾ ਸਾਹਿਬ ਅੰਦਰ ਤੱਕ ਮੈਂ ਵੀਡੀਓ ਕਾਲ ਕਰਦੇ ਦੇਖੇ ਬੰਦੇ, ਦੱਸੋ ਭਲਾ ਕਿੱਥੋਂ ਹੁਣ? ਆ ਸਾਰੇ ਠੋਲੂ ਪੱਪੂ ਹੁਣਾਂ ਨੂੰ ਘਰੇ ਛੱਡ ਕੇ ਆਉਣਾ ਪੈਣਾ ਮਨ ਵਿੱਚੋਂ। ਜੇ ਇਹਨਾਂ ਨਾਲ ਚੱਕੀ ਫਿਰਦੇ ਹੋ ਫਿਰ ਉਹ ਦਰਸ਼ਨਾਂ ਦੀ ਉਹ ਖੇਡ ਨਹੀਂ ਪ੍ਰਾਪਤ ਹੋਣੀ ਜੀ। ਕਹਿਤ ਸੁਨਤ ਜੁਗ ਚਲਤ ਨਿਰੰਤਰ। ਤੇ ਕਹਿੰਦੇ ਆ ਸੁਣਦੇ ਆ, ਜਿਵੇਂ ਸੰਤ ਬਾਬਾ ਆਤਰ ਸਿੰਘ ਮਸਤਮਾਨ ਵਾਲੇ ਮਹਾਂਪੁਰਸ਼ ਜਿਸ ਸਮੇਂ ਹਜੂਰ ਸਾਹਿਬ ਗਏ ਸਨ, ਇੱਕ ਕਦਮ ਨਾਲ ਸਤਨਾਮ ਤੇ ਦੂਜੇ ਕਦਮ ਨਾਲ ਵਾਹਿਗੁਰੂ ਜਪਦੇ ਗਏ ਸਨ ਸਾਸਨ। ਤੇ ਫਿਰ ਦਰਸ਼ਨ ਹੋਣੇ ਨਹੀਂ ਮਹਾਰਾਜ ਦੇ, ਹੋਣਗੇ ਫਿਰ ਤੇ ਕਿਵੇਂ? ਆ ਅੱਗੇ ਕਰੋ ਫਿਰ ਦੁਬਾਰਾ ਸਰਵਣ ਜੀ। ਕਹਿਤ ਸੁਨਤ ਜੁਗ ਚਲਤ ਨਿਰੰਤਰ। ਕਹਿੰਦੇ ਆ ਬਾਰੀ ਬਾਰੀ ਸੁਣਦੇ ਆ, ਯੁੱਗ ਭਾਵ ਦੋਨੇ ਐ ਨਿਰੰਤਰ ਬਰਾਬਰ ਬਰਾਬਰ ਤੁਰੇ ਜਾਂਦੇ ਨੇ, ਵਡਿਆਈਆਂ ਕਰਦੇ ਗੁਰੂ ਨਾਨਕ ਪਾਤਸ਼ਾਹ ਦੀਆਂ ਜੀ। ਪਹੁੰਚੇ ਜਬ ਤਲਵੰਡੀ ਜਾਏ। ਤੇ ਫਿਰ ਕੱਲੇ ਇਹ ਨਹੀਂ ਗੁਰੂ ਨਾਨਕ ਪਾਤਸ਼ਾਹ ਦੀ, ਫਿਰ ਕਿਤੇ ਬਾਲਾ ਸੰਧੂ ਜੀ ਲਾਲਾ ਪੰਨੂ ਤੋਂ ਹੀ ਪੁੱਛਦੇ ਹੋਣੇ ਵੀ ਮੈਨੂੰ ਕੋਈ ਗੁਰੂ ਅੰਗਦ ਦੇਵ ਸਾਹਿਬ ਦੀ ਵੀ ਗੱਲ ਸੁਣਾਵੇ ਕੋਈ। ਫਿਰ ਕਿਤੇ ਉਹਨਾਂ ਤੋਂ ਸੁਣ, ਅੱਛਾ ਉਹ ਕਹਿੰਦੇ ਨਹੀਂ ਵੀ ਹੁਣ ਤੁਸੀਂ ਮੈਨੂੰ ਵੀ ਸੁਣਾਓ ਮੇਰੇ ਗੁਰੂ ਨਾਨਕ ਦੀ। ਫਿਰ ਉਹ ਸੁਣਾਉਂਦੇ ਹੋਣੇ, ਫਿਰ ਉਹ ਕਹਿੰਦੇ ਚੰਗਾ ਮੈਨੂੰ ਸੁਣਾ ਵੀ ਗੁਰੂ ਅੰਗਦ ਦੇਵ ਸਾਹਿਬ ਦੀ। ਸਾਧ ਸੰਗਤ ਤੁਸੀਂ ਸੋਚੋ, ਮਨ ਵਿੱਚ ਇਹ ਸਮਾਂ ਬਣਾਉਣਾ, ਫਿਰ ਆਨੰਦ ਬਣਨਾ ਵੀ ਉਹ ਕਿਹੋ ਜਿਹੀਆਂ ਪਿਆਰ ਵਾਲੀਆਂ ਜੋ ਜੋ ਤੁਸੀਂ ਭਾਵਨਾ ਬਣਾਓਗੇ ਨਾ, ਮੋਰੀ ਰੁਣ ਝੁਣ ਲਾਇਆ ਹੋਣੀ ਧੁਰਤਰੀਆਂ ਆਉਣਗੀਆਂ ਇੱਕਦਮ ਅੰਦਰ, ਇੱਕ ਵੱਖਰੀ ਤਰ੍ਹਾਂ ਦੀ ਇੱਕ ਖਿੱਚ ਪਊਗੀ ਜੀ। ਪਹੁੰਚੇ ਜਬ ਤਲਵੰਡੀ ਜਾਏ। ਜਦੋਂ ਜਾ ਕੇ ਤਲਵੰਡੀ ਪਹੁੰਚੇ ਨੇ ਤੇ ਤੁਹਾਡੀ ਸੂਈ ਵੀ 9 ਤੇ ਪਹੁੰਚ ਗਈ, ਛੇਦਣੇ ਜੀ। ਲਾਲੂ ਆਲੇ ਮਿਲੇ ਆਏ। ਤੇ ਕਹਿੰਦੇ ਜਦੋਂ ਜਾ ਕੇ ਪਹੁੰਚੇ ਚਾਚੇ ਲਾਲੂ ਦੇ ਦਰਸ਼ਨ ਕੀਤੇ ਉਹਨਾਂ ਨੇ, ਮਨ ਖੁਸ਼ ਹੋ ਗਿਆ। ਸਾਧ ਸੰਗਤ ਜਿਹੜੇ ਉਹਨਾਂ ਦੇ ਕੁੱਲਾਂ ਦੇ ਵੀ ਹੁੰਦੇ ਆ, ਜਦੋਂ ਉਹਨਾਂ ਦੇ ਵੀ ਦਰਸ਼ਨ ਕਰਦੇ ਹਿਰਦੇ ਨੂੰ ਠੰਡ ਪੈਂਦੀ, ਠਰਦਾ ਜੀ। ਕਰ ਬੰਧਨ ਪੁਨ ਬਚਨ ਉਚਾਰਾ। ਤੇ ਜਦੋਂ ਵੰਦਨਾ ਕੀਤੀ ਤੇ ਫਿਰ ਬੇਨਤੀ ਕੀਤੀ ਜੀ। ਸੁਣ ਲਾਲੂ ਇੱਕ ਪਰ ਉਪਕਾਰਾ। ਕਹਿੰਦੇ ਚਾਚੇ ਲਾਲੂ ਸਾਡੇ ਉੱਤੇ ਇੱਕ ਵੱਡਾ ਪਰਉਪਕਾਰ ਕਰ ਜੀ। ਦੋਹਰਾ ਸੋਧਿਓ ਹਮ ਜੋ ਗੁਰ ਪਇਓ ਅੰਗਦ ਪਰਮ ਨਿਧਾਨ। ਕਹਿੰਦੇ ਜਿਹੜੇ ਹੁਣ ਬੜੇ ਸ੍ਰੇਸ਼ਟ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਗ੍ਹਾ ਤੇ ਬੈਠੇ ਨੇ, ਉਹਨਾਂ ਦੀ ਗੱਦੀ ਤੇ ਬੈਠੇ ਨੇ, ਤੇ ਉਹਨਾਂ ਨੇ ਫੇਰ ਇੱਕ ਵਾਰੀ ਪੜੋ ਜੀ। ਸੋਧਿਓ ਹਮ ਜੋ ਗੁਰ ਪਇਓ ਅੰਗਦ ਪਰਮ ਨਿਧਾਨ। ਤੇ ਉਹਨਾਂ ਨੇ ਸਾਨੂੰ ਭੇਜਿਆ ਇੱਥੇ ਵੇ ਜਾਓ ਜਾ ਕੇ ਗੁਰੂ ਨਾਨਕ ਪਾਤਸ਼ਾਹ ਦੀ ਪੱਤਰੀ ਲੈ ਕੇ ਆਓ, ਜਿਵੇਂ ਜੀ ਸ੍ਰੀ ਨਾਨਕ ਪੁਨ ਤਿਨ ਬਿਖੈ ਭੇਦ ਨ ਕੋ ਜਾਣੇ। ਕਹਿੰਦੇ ਇੱਕ ਹੋਰ ਵੀ ਬੇਨਤੀ ਕਰੀਏ ਕਿ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅੰਗਦ ਦੇਵ ਸਾਹਿਬ ਵਿੱਚ ਕੋਈ ਭੇਤ ਨਾ ਜਾਣੋ ਜੀ। ਚੌਪਈ ਦੀਨੀ ਅੰਗਦ ਕੋ ਗੁਰਿਆਈ। ਤੇ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਗੁਰਿਆਈ ਦਿੱਤੀ ਹੈ ਜੀ। ਤਿੰਨ ਪੱਤਰੀ ਤੁਮ ਸੋ ਮੰਗਵਾਈ। ਉਹਨਾਂ ਨੇ ਤੁਹਾਡੇ ਤੋਂ ਪੱਤਰੀ ਮੰਗਾਈ ਹੈ ਗੁਰੂ ਨਾਨਕ ਪਾਤਸ਼ਾਹ ਦੀ ਜੀ। ਲਾਲ ਸਹੇਰਨ ਤਾਸ ਵਿਸਾਲਾ ਸੁਣ ਕਰ ਸਿੱਖ ਪਠਿਓ ਤਤਕਾਲਾ। ਕਹਿੰਦੇ ਜਦੋਂ ਸੁਣਿਆ ਉਦੋਂ ਕਹਿ ਕੇ ਤੇ ਸਿੱਖਾਂ ਨੂੰ ਭੇਜਣਾ ਕੀਤਾ ਜੀ। ਲਾਲੂ ਕਹੇ ਨਾ ਮੁਝ ਸੁਧ ਕੋ। ਮਹਾਰਾਜ ਕਹਿੰਦੇ ਭਾਈ ਮੈਨੂੰ ਤਾਂ ਨਹੀਂ, ਕਹਿੰਦੇ ਚਾਚਾ ਲਾਲੂ ਜੀ ਕਹਿੰਦੇ ਮੈਨੂੰ ਨਹੀਂ ਪਤਾ ਬਈ ਗੁਰੂ ਨਾਨਕ ਮਹਾਰਾਜ ਦੀ ਕਿੱਥੇ ਹੋਊਗੀ ਪੱਤਰੀ, ਮੈਂ ਕਿਤੇ ਸੁਣਿਆ ਵੀ ਨਹੀਂ, ਮੈਂ ਦੇਖੀ ਵੀ ਨਹੀਂ ਜੀ। ਭਵ ਪੱਤਰੀ ਤੁਮ ਜਾਚਿਤ ਜੋ। ਜਿਹੜੀ ਤੁਸੀਂ ਪੱਤਰੀ ਮੰਗ ਰਹੇ ਹੋ ਜੀ, ਨਾਨਕ ਕੇ ਤੁਮ ਬਹੁਤ ਪਿਆਰੇ। ਤੇ ਕਹਿੰਦੇ ਤੁਸੀਂ ਗੁਰੂ ਨਾਨਕ ਦੇ ਬਹੁਤ ਪਿਆਰੇ ਹੋ ਜੀ। ਹਮ ਸੋ ਕਹੋ ਸਭ ਭੇਦ ਵਿਚਾਰੇ। ਕਹਿੰਦੇ ਜੀ ਦੱਸੋ ਤਾਂ ਸਾਰੇ ਅਸੀਂ ਭੇਦ ਦੀ ਵਿਚਾਰ ਕਰ ਲਈਏ ਜੀ। ਗੁਰ ਅੰਗਦ ਹੈ ਕੇ ਸ੍ਰੀ ਚੰਦ। ਤੇ ਕਹਿੰਦੇ ਵੀ ਦੱਸੋ ਇੱਕ ਗੱਲ ਮੈਨੂੰ ਹੋਰ ਦੱਸੋ ਵੀ ਉੱਥੇ ਕੌਣ ਗੁਰਤਾ ਗੱਦੀ ਤੇ ਬੈਠਾ?
ਗੁਰੂ ਅੰਗਦ ਦੇਵ ਸਾਹਿਬ ਬੈਠੇ ਕਿ ਸ਼੍ਰੀ ਚੰਦ ਬੈਠਾ ਜੀ? ਮੰਜੀ ਕਹਿ ਟਿਕ ਆਨੰਦ ਕੰਦ। ਤੇ ਕਹਿੰਦੇ ਕੌਣ ਮੰਜੀ ਤੇ ਕੌਣ ਵਿਰਾਜਮਾਨ ਹੈ ਇਸ ਵੇਲੇ ਜੀ? ਸੁਤ ਨੇ ਲਈ ਕਿ ਸੇਵਕ ਪਾਈ। ਕਹਿੰਦੇ ਦੱਸੋ ਵੀ ਪੁੱਤਰ ਨੇ ਲਈ ਕਿ ਸੇਵਕ ਨੇ ਲਈ ਜੀ? ਤਖਤ ਬੈਸ ਕਿਸ ਗੁਰਤਾ ਆਈ। ਤਖਤ ਤੇ ਬੈਠ ਕੇ ਕਿਹਨੂੰ ਗੁਰਤਾ ਗੱਦੀ ਪ੍ਰਾਪਤ ਹੋਈ ਜੀ? ਦੋਹਰਾ ਕਹਿ ਬਾਲਾ ਅੰਗਦ ਗੁਰੂ ਜਹ ਸ੍ਰੀ ਨਾਨਕ ਆਪ। ਕਹਿੰਦੇ ਫੇਰ ਕੀ ਕੀਤਾ? ਆ ਦੇਖੋ ਉੱਤੇ ਕੌਮੇ ਲੱਗੇ ਹੋਏ ਨੇ। ਕਹਿੰਦੇ ਫਿਰ ਇੱਥੇ ਬਾਲਾ ਜੀ ਨੇ ਕਿਹਾ ਇਹ ਜਿੱਥੇ ਕੌਮੇ ਲੱਗਦੇ ਨੇ ਬਿਲਕੁਲ ਐਨ ਬੈਨ ਉਵੇਂ ਬਚਨ ਹੁੰਦੇ ਨੇ। ਕਹਿੰਦੇ ਕੀ ਕਿਹਾ? ਫਿਰ ਪੜੋ ਜੀ। ਕਹੇ ਬਾਲਾ ਅੰਗਦ ਗੁਰੂ ਜੈ ਸ੍ਰੀ ਨਾਨਕ ਆਪ। ਕਹਿੰਦੇ ਬਸ ਕਹਿੰਦੇ ਨਾਂ ਹੀ ਬਦਲਿਆ। ਕਹਿੰਦੇ ਬਸ ਸਿਰਫ ਉਹ ਆਪ ਹੀ ਨੇ। ਕਹਿੰਦੇ ਨਾਂ ਬਦਲ ਗਿਆ। ਹੁਣ ਕਹਿੰਦੇ ਪਹਿਲਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਸਨ, ਹੁਣ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਹੈਗੇ ਜੀ। ਪੈਸੇ ਪੰਚਨ ਲੇਰ ਧਰ ਸਿਰ ਨਿਵਾਏ ਦੀ ਥਾਪ। ਕਹਿੰਦੇ ਉਹਨਾਂ ਮੂਹਰੇ ਲਲੇਰ ਰੱਖ ਕੇ ਤੇ 5 ਪੈਸੇ ਰੱਖ ਕੇ ਤੇ ਨਮਸਕਾਰ ਕੀਤੀ ਸੀ ਗੁਰੂ ਨਾਨਕ ਪਾਤਸ਼ਾਹ ਨੇ ਜੀ। ਚੌਪਈ ਤਿਨ ਕੀ ਸਮਤਾ ਹੋਵੇ ਕੈਸੇ ਥਾਪਿਓ ਗੁਰੂ ਨਾਨਕ ਜਬ ਐਸੇ। ਕਹਿੰਦੇ ਉਹਨਾਂ ਦੀ ਕੀ ਦਸੀਏ? ਉਹਨਾਂ ਦੀ ਸ਼ਕਤੀ ਤੇ ਬਲ, ਉਹਨਾਂ ਦੀ ਵਡਿਆਈ, ਜਿਨ੍ਹਾਂ ਨੂੰ ਕਹਿੰਦੇ ਖੁਦ ਗੁਰੂ ਨਾਨਕ ਪਾਤਸ਼ਾਹ ਨੇ ਆਪ ਬਿਠਾਇਆ ਹੋਵੇ ਜੀ। ਖੋਜ ਲਿਓ ਹਮ ਗੁਰਮਤ ਧੀਰਾ ਜਿਉ ਖਨਵਾਰੀ ਪਾਵੈ ਹੀਰਾ। ਕਹਿੰਦੇ ਅਸੀਂ ਉਵੇਂ ਲੱਭ ਲਿਆ ਜਿਵੇਂ ਕੋਈ ਖੋਜੀ ਲੱਭਦਾ ਕੋਈ ਹੀਰਾ ਭਾਲ ਲਵੇ ਜੀ। ਸ੍ਰੀ ਚੰਦ ਗੁਰ ਸੰਤਤ ਜਾਣੇ ਮਨ ਹੈ ਮਾਨਵ ਮਨ ਅਨੁਮਾਨੇ। ਕਹਿੰਦੇ ਉਹਨਾਂ ਨੂੰ ਕਹਿੰਦੇ ਸ੍ਰੀ ਚੰਦ ਜੀ ਨੂੰ ਸੰਤਾਨ ਜਾਣ ਕੇ ਸਿੱਖ ਉਹਨਾਂ ਨੂੰ ਵੀ ਪਿਆਰ ਸਤਿਕਾਰ ਦਿੰਦੇ ਨੇ ਜੀ। ਗੁਰੂ ਅੰਗਦ ਕੋ ਗੁਰਤਾ ਦਏ। ਪਰ ਜਿਹੜੀ ਗੁਰਤਾ ਗੱਦੀ ਹੈਗੀ ਆ ਗੁਰੂ ਅੰਗਦ ਦੇਵ ਸਾਹਿਬ ਨੂੰ ਮਿਲੀ ਆ ਜੀ। ਕਿਦੋਂ ਦੁੱਤੇ ਨਾਨਕ ਪ੍ਰਗਟਾਏ। ਤੇ ਉਹ ਤੋਂ ਕਹਿੰਦੇ ਦੂਜੇ ਗੁਰੂ ਨਾਨਕ ਪਾਤਸ਼ਾਹ ਪ੍ਰਗਟ ਹੋ ਗਏ ਨੇ, ਉਹਨਾਂ ਨੂੰ ਦੂਜੇ ਗੁਰੂ ਨਾਨਕ ਵੀ ਕਹਿੰਦੇ ਨੇ ਜੀ। ਸੁਣ ਕਰ ਲਾਲੂ ਗਿਰਾ ਇਲਾਈ। ਇਹ ਸਾਧ ਸੰਗਤ ਅੱਜ ਵੀ ਹੈਗਾ, ਕਈ ਥਾਵਾਂ ਤੇ ਅੱਜ ਵੀ ਕਈ ਕੁੱਲਾਂ ਦੇ ਵਿੱਚ ਐਂ ਕਹਿੰਦੇ ਨੇ 5ਵੇਂ ਗੁਰੂ ਨਾਨਕ 6ਵੇਂ ਗੁਰੂ ਨਾਨਕ ਇਉਂ ਕਰਕੇ 10ਵੇਂ ਗੁਰੂ ਨਾਨਕ ਇਉਂ ਅੱਜ ਵੀ ਕਈ ਥਾਵਾਂ ਤੇ ਪਰਿਵਾਰਾਂ ਵਿੱਚ ਅੱਜ ਵੀ ਇਉਂ ਨਾਂ ਲਿਆ ਜਾਂਦਾ। ਫੇਰ ਪੜੋ ਜੀ। ਸੁਣ ਕਰ ਲਾਲੂ ਗਿਰਾ ਅਲਾਈ। ਇਹ ਸੁਣ ਕੇ ਤੇ ਫਿਰ ਚਾਚੇ ਲਾਲੂ ਨੇ ਵਚਨ ਕੀਤਾ ਜੀ। ਖੋਜਿਓ ਜੇ ਪੱਤਰੀ ਹੋਏ ਭਾਈ। ਕਹਿੰਦਾ ਚਲੋ ਆਪਾਂ ਜੇ ਪੱਤਰੀ ਹੈਗੀ ਤੇ ਆਪਾਂ ਲੱਭ ਲੈਨੇ ਆ ਜੀ। ਕਾਗਰ ਲੇਖੇ ਕੇ ਇੱਕ ਥਾਈ। ਕਹਿੰਦੇ ਇੱਕ ਥਾਂ ਭਾਈ ਬਹੁਤ ਕਾਗਜ਼ ਪਏ ਨੇ ਭਾਈ ਵੱਡੇ ਭਰਾ ਦੇ। ਉਹ ਵੀ ਜਦੋਂ ਪਟਵਾਰੀ ਸੀਗਾ, ਉਹ ਪਟਵਾਰਖਾਨੇ ਵਾਲੇ ਬਹੁਤ ਸਾਰੇ ਕਾਗਜ਼, ਉਹ ਵੀ ਪਰਿਵਾਰ ਦੇ ਬੜੇ ਕਾਗਜ਼ ਤੇ ਸ਼ਾਇਦ ਉਹਦੇ ਵਿੱਚ ਹੋਵੇ। ਚਲੋ ਆਪਾਂ ਉਹਨਾਂ ਵਿੱਚ ਲੱਭਣਾ ਕਰੀਏ ਜੀ। ਬਹੁ ਮੈਂ ਮਿਲੀ ਨਾ ਜਾਣੀ ਜਾਈ। ਦੋਹਰਾ ਕਹਿ ਬਾਲਾ ਲਾਲੂ ਸੁਨੋ ਤੂੰ ਕਾਲੂ ਕੋ ਪ੍ਰਾਤ। ਤੇ ਕਹਿੰਦੇ ਵੀ ਬਹੁਤ ਜਿਹੜੇ ਕਾਗਜ਼ ਪਏ ਉਹ ਚ ਲੱਭ ਲੈਨੇ ਆ। ਤੇ ਤੁਸੀਂ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਦੇ ਭਰਾਓ ਚਾਚਾ ਲਾਲੂ ਜੀ। ਜਨਨ ਜਨਕ ਨਾਨਕ ਨਹਨ ਤੁਮ ਤੇ ਅਬਹਿ ਅਗਾਤੇ। ਤੇ ਕਹਿੰਦੇ ਹੁਣ ਕਹਿੰਦੇ ਉਹ ਆਪ ਨਹੀਂ ਰਹੇ, ਉਹਨਾਂ ਜਨਨੀ ਮਾਤਾ ਨਹੀਂ ਰਹੀ ਗੁਰੂ ਨਾਨਕ ਪਾਤਸ਼ਾਹ ਦੀ, ਹੁਣ ਤੁਸੀਂ ਹੋ ਤੇ ਤੁਹਾਡੇ ਤੋਂ ਅੱਗੇ ਜੀ। ਚੌਪਈ ਤੁਮ ਬਿਨ ਕੌਣ ਕਰੇ ਹਮ ਕਾਮਾ। ਕਹਿੰਦੇ ਤੁਹਾਡੇ ਤੋਂ ਬਗੈਰ ਸਾਡਾ ਇਹ ਕਾਰਜ ਕੌਣ ਕਰੂਗਾ ਜੀ। ਭਵ ਪਤਰੀ ਉਠ ਖੋਜੋ ਧਾਮਾ। ਆਪ ਜੀ ਉਠੋ, ਬਿਰਧ ਸਰੀਰ ਆ ਤੇ ਆਪ ਜੀ ਤੇ ਇੰਨਾ ਬਲ ਵੀ ਨਹੀਂ, ਪਰ ਫਿਰ ਵੀ ਬੇਨਤੀ ਆਪ ਜੀ ਉਠੋ ਤੇ ਆਪਾਂ ਖੋਜੀਏ ਲੱਭਣਾ ਕਰੀਏ ਜੀ। ਬਾਲੇ ਕੀ ਸੁਣ ਗਿਰਾ ਰਸਾਲੂ। ਤੇ ਜਦੋਂ ਸੁਣੀ ਬੇਨਤੀ ਬਹੁਤ ਰਸਮਈ, ਜਦੋਂ ਬੇਨਤੀ ਸੁਣੀ ਜਿਸ ਸਮੇਂ ਜੀ ਕਾਗਰ ਗ੍ਰਹਿ ਖੋਜਤ ਭਾ ਲਾਲੂ। ਤੇ ਜਾ ਕੇ ਜਿਹੜੇ ਭਰਾ ਲਾਲੂ ਭਾਵ ਚਾਚਾ ਲਾਲੂ ਜੀ ਲੱਭਣ ਲੱਗੇ ਜੀ। ਖੋਜਤ ਪਤਰੀ ਜਬ ਹੀ। ਜਦੋਂ ਲੱਭਦਿਆਂ ਸਾਧ ਸੰਗਤ 1 ਨਹੀਂ 2 ਨਹੀਂ 3 ਨਹੀਂ 4 ਨੇ। ਹੁਣ ਅੱਗੇ ਕਰੋ ਸਰਵਣ ਜੀ। ਦਿਵਸ 5ਵੇਂ ਪਾਈ ਤਬ ਹੀ। 5 ਦਿਨ ਲੱਗੇ ਲੱਭਦੇ ਸਾਰੇ ਲੱਭੀ ਗਏ 5 ਦਿਨ। ਤੇ ਸੰਤ ਇੱਥੇ ਮਿੰਟ 'ਚ ਕਿਰਪਾ ਨਾ ਹੋਵੇ ਤਾਂ ਆਪਾਂ ਭੱਜ ਜਾਂਦੇ। ਕਹਿੰਦੇ ਗੱਲ ਨਹੀਂ ਬਣੀ ਤੇ ਆ ਬਸ ਥੋੜੇ ਚਿਰ 'ਚ ਸਮਾਪਤੀ ਹੋ ਜਾਣੀ ਆ। ਤਕਰੀਬਨ ਕਿੱਥੇ ਆ ਗਏ ਆਪਾਂ ਜੀ? 55 ਹੋ ਗਏ ਤੇ ਬਸ 80 ਤੱਕ ਹੀ ਆ। ਬਸ ਮੈਨੂੰ ਲੱਗਦਾ ਥੋੜੇ ਮਿੰਟ ਹੀ ਲੱਗਣੇ, 5 ਮਿੰਟ ਜੀ ਸਾਰੇ ਭੇਤੀ। ਬਸ 5 ਮਿੰਟ 'ਚ ਸਮਾਪਤੀ ਹੋ ਜਾਣੀ। ਕਰੋ ਸਰਵਣ ਜੀ। ਦੀਨੀ ਲਾਲੂ ਨੇ ਕਰ ਬਾਲਾ। ਕਿਉਂ ਦਾਸ ਚਾਹੁੰਦਾ ਕਿ ਅਗਲੇ ਹਫਤੇ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਵੀ ਆ ਤੇ ਜੇ ਅੱਜ ਮਹਾਰਾਜ ਦੀ ਕਿਰਪਾ ਨਾਲ ਇਹ ਹੋ ਜਾਵੇ ਤੇ ਅਗਲੇ ਹਫਤੇ ਫਿਰ ਆਪਾਂ ਮਹਾਰਾਜ ਪ੍ਰਕਾਸ਼ ਦੇ ਉੱਤੇ ਫਿਰ ਜਿਹੜਾ ਉਦੋਂ ਸੋਮਵਾਰ ਹੋਊਗਾ ਜਿੱਦਾਂ ਆਪਾਂ ਰੈਣ ਸਵਾਈ ਕਰਨੀ ਆ, ਫਿਰ ਆਪਾਂ ਨਾਨਕ ਨਾਮ ਦੀ ਕੀ ਵਡਿਆਈ ਆ, ਨਾਨਕ ਨਾਮ ਕਿਉਂ ਮਿਲਿਆ, ਉਹਦੇ ਭੇਤ ਕੀ ਆ, ਉਹਦੇ ਅਰਥ ਕੀ ਆ, ਉਹਦਾ ਫਿਰ ਅੱਗੇ ਖੁੱਲੂਗਾ। ਜੇ ਅੱਜ ਇਹ ਨਾ ਆਪਾਂ ਅੱਜ ਪੂਰਾ ਕੀਤਾ ਤੇ ਫਿਰ ਰਹਿ ਜਾਵਾਂਗੇ। ਜੇ ਕੋਈ ਬਹੁਤੀ ਭੁੱਖ ਲੱਗੀ ਹੋਵੇ ਤਾਂ ਪ੍ਰਸ਼ਾਦਾ ਸ਼ਖਸਾ ਪੜੋ ਜੀ। ਦੀਨੀ ਲਾਲੂ ਨੇ ਕਰ ਬਾਲਾ। ਤੇ ਕਹਿੰਦੇ ਫੇਰ ਕੀ ਜਦੋਂ ਕਹਿੰਦੇ
ਲੱਭੀ ਆ 5 ਦਿਨ ਲੱਗੇ ਨੇ ਤੇ ਕਰ ਭਾਵ ਚਾਚੇ ਲਾਲੂ ਨੇ ਆਪਦੇ ਹੱਥਾਂ ਦੇ ਨਾਲ ਭਾਈ ਬਾਲਾ ਸੰਧੂ ਜੀ ਨੂੰ ਫੜਾਉਣੀ ਕੀਤੀ ਜੀ। ਤਾਹੇ ਦਈ ਕਰ ਪੰਨੂ ਲਾਲਾ। ਤੇ ਉਧਰੋਂ ਕੀ ਕੀਤਾ ਉਹਨਾਂ ਨੇ ਆਪਦੇ ਹੱਥਾਂ ਨਾਲ ਬਾਲਾ ਸੰਧੂ ਜੀ ਨੇ ਜਿਹੜੇ ਲਾਲਾ ਪੰਨੂ ਜੀ ਸਨ ਜਿਨ੍ਹਾਂ ਪੰਨੂ ਗੋਤ ਸੀ ਉਹਨਾਂ ਨੇ ਉਹਨਾਂ ਨੂੰ ਫੜਾ ਦਿੱਤੀ ਅੱਗੇ ਪੱਤਰੀ ਜੀ। ਜੋ ਪਈ ਲੈ ਪੰਨੂ ਪੁਨ ਬਚਨ ਉਚਾਰੇ। ਤੇ ਜਦੋਂ ਫੜੇ ਤੇ ਭਾਈ ਜਿਹੜੇ ਲਾਲਾ ਪੰਨੂ ਜੀ ਨੇ ਉਹਨਾਂ ਨੇ ਕੀਤੀ ਬੇਨਤੀ ਜੀ। ਬਾਲੇ ਚਲੀਏ ਸੰਗ ਹਮਾਰੇ। ਕਹਿੰਦੇ ਬਾਲਾ ਜੀ ਤੁਸੀਂ ਰੁਕ ਗਏ ਇੱਥੇ? ਕਹਿੰਦੇ ਮੈਂ ਬਜ਼ੁਰਗ ਹੁਣ ਮੇਰੇ ਤੋਂ ਕਿੱਥੇ ਤੁਰ ਕੇ ਜਾਇਆ ਜਾਣਾ ਹੈ। ਨਹੀਂ 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 ਤੁਸੀਂ ਨਾਲ ਚੱਲੋ ਆਪਾਂ ਮਹਾਰਾਜ ਕੋਲੇ ਚੱਲੀਏ ਦਰਸ਼ਨ ਕਰੀਏ ਮੈਂ ਨਹੀਂ ਜਾਣਾ ਤੁਹਾਡੇ ਬਗੈਰ। ਮਨਾਉਣ ਲੱਗੇ ਨੇ ਤੇ ਕਰਦੇ ਆ ਅਗਲੀਆਂ 2 ਬੇਨਤੀਆਂ ਵਿੱਚ ਹੀ ਰਾਜੀ ਕਰ ਲਿਆ। ਚਲੋ ਆਪਾਂ ਚੱਲਦੇ ਨਾਲੇ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਹੋਰ ਵਡਿਆਈਆਂ ਸੁਣਦੇ ਜਾਂਦੇ ਤੁਹਾਨੂੰ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸੁਣਾਉਂਦੇ। ਕਈ ਵਾਰ ਸਾਧ ਸੰਗਤ ਜਿਵੇਂ ਆਪ ਜੀ ਭਾਈ ਗੋਦੜੀਏ ਦਾ ਸੁਣਿਆ ਸੀਗਾ ਕਈ ਗੁਰਮੁਖ ਪਿਆਰੇ ਸਾਧ ਸੰਗਤ ਦੱਸਦਾ ਪੁਰਾਣਾ ਇਤਿਹਾਸ ਦੂਜੇ ਸਿੱਖ ਦੇ ਸਾਰੇ ਕੰਮ ਕਰਾਉਂਦੇ ਤੇ ਉਹ ਕਹਿੰਦੇ ਤੂੰ ਮੈਨੂੰ ਗੁਰੂ ਨਾਨਕ ਦੀਆਂ ਵਡਿਆਈਆਂ ਸੁਣਾ ਤੇਰੇ ਵਾਸਤੇ ਪੱਠੇ ਵੜ ਦੇਣਾ ਤੇਰਾ ਮੈਂ ਐਂ ਕਰ ਦੇਣਾ ਸਾਰੇ ਕੰਮ ਕਰਾਉਂਦੇ ਸੀ ਸਿਰਫ ਕਾਹਦੇ ਕਰਕੇ ਕਿ ਗੁਰੂ ਸਾਹਿਬ ਦੀਆਂ ਅਸੀਂ ਕੀ ਸੁਣਨੀਆਂ ਨੇ ਵਡਿਆਈਆਂ ਸੁਣਨੀਆਂ ਜੀ। ਫੇਰ ਹੈ ਗੁਰ ਔਰ ਹਰਖ ਅਪਾਰਾ। ਕਹਿੰਦੇ ਜਦੋਂ ਆਪਾਂ ਜਾਵਾਂਗੇ ਜਦੋਂ ਉੱਥੇ ਪਹੁੰਚਾਂਗੇ ਆਪਾਂ ਦੋਨੇ ਜਾਣੇ ਤੇ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਆਪਾਂ ਨੂੰ ਦੇਖ ਕੇ ਬੜੇ ਖੁਸ਼ ਹੋਣਗੇ ਜੀ। ਪਰਮ ਪ੍ਰਸਿੱਧ ਹੈ ਪਰ ਉਪਕਾਰਾ। ਕਹਿੰਦੇ ਕੀ ਕਰੀਏ ਆਪਾਂ ਚੱਲੀਏ ਜਾ ਕੇ ਉੱਥੇ ਕੀ ਕਰਾਂਗੇ ਜਾ ਕੇ ਆਪਾਂ ਮਹਾਰਾਜ ਦੀਆਂ ਬੇਅੰਤ ਖੁਸ਼ੀਆਂ ਲਵਾਂਗੇ। ਕੀ ਕੀ ਦੇਣਗੇ ਆਪਾਂ ਨੂੰ ਬੇਅੰਤ ਖੁਸ਼ੀਆਂ ਜਿੱਥੇ ਦੇਣੀਆਂ ਮੁਕਤੀਆਂ ਦੇਣੀਆਂ ਤੇ ਹੋਰ ਕੀ ਕੀ ਅੱਗੇ ਦੱਸਣਗੇ ਜੀ। ਸੁਨ ਸਰੋਨਨ ਮਨ ਮਹਿ ਅਨੁਮਾਨੀ। ਤੇ ਜਦੋਂ ਸੁਣਿਆ ਤੇ ਮਨ ਵਿੱਚ ਅਨੁਮਾਨ ਭਾਵ ਉੱਥੋਂ ਅਗਲੇ ਸਮਾਂ ਬਣਾਉਣ ਲੱਗੇ ਜੀ। ਬਾਣੀ ਭਨਤ ਸੁਖਨ ਮਮਸਾਨੀ। ਤੇ ਉਹ ਸੁਖਾਂ ਵਾਲੇ ਜਿਹੜੇ ਬਚਨ ਕਰਨ ਲੱਗੇ ਉਹ ਜਿਹੜੇ ਬੋਲਣ ਲੱਗੇ ਜੀ। ਗਵਨੇ ਜੁਗਲ ਸੰਗ ਮਗ ਮਾਹੀ। ਜੁਗਲ ਭਾਵ ਦੋਨੋਂ ਇਕੱਠੇ ਬਰਾਬਰ ਫੇਰ ਚੱਲੇ ਵਾਪਸ ਮਹਾਰਾਜ ਦੇ ਚਰਨਾਂ ਵਿੱਚ ਨੂੰ ਜੀ। ਬਾਲਾ ਪੁਨ ਪੰਨੂ ਦਿਸ ਤਾਹੀ। ਤੇ ਕਹਿੰਦੇ ਕੌਣ ਭਾਈ ਬਾਲਾ ਸੰਧੂ ਜੀ ਤੇ ਭਾਈ ਪੰਨੂ ਜੀ ਜਿਹੜਾ ਲਾਲਾ ਪੰਨੂ ਸੀ ਜੀ। ਦੋਹਰਾ ਲਾਲੂ ਚਲਤਿਓ ਮਿਲ ਤਬੈ ਪੈਸੇ 5 ਨਲੇਰ। ਤੇ ਜਦੋਂ ਤੁਰਨ ਲੱਗੇ ਤੇ ਚਾਚੇ ਨੇ ਆਵਾਜ਼ ਮਾਰਤੀ ਪਿੱਛੇ ਕਹਿੰਦੇ ਮੇਰੇ ਦੂਜੇ ਗੁਰੂ ਨਾਨਕ ਕੋਲੇ ਚੱਲੇ ਹੋ ਨਾ ਤੁਸੀਂ ਆਉਂ ਕਰੋ ਆ ਮੇਰੇ ਕੋਲ ਲਲੇਰ ਲੈ ਜਾਓ ਸ਼੍ਰੀ ਫਲ ਆ ਮਾਇਆ ਲੈ ਜਾਓ 5 ਪੈਸੇ ਤੇ ਮੇਰੇ ਕੰਨਿਓ ਉਹਨਾਂ ਦੇ ਚਰਨਾਂ ਵਿੱਚ ਰੱਖ ਕੇ ਤੇ ਨਮਸਕਾਰ ਕਰਿਓ ਜੀ। ਆਪਣੀ ਦਿਸ਼ ਤੇ ਭੇਟ ਦੀ ਬੋਲਿਓ ਮੁਖ ਤੇ ਫੇਰ। ਤੇ ਐ ਆਪਦੇ ਵਾਲੇ ਪਾਸੋਂ ਐ ਭੇਟਾ ਦਿੱਤੀ ਤੇ ਕੁਛ ਹੁਣ ਅਗਲੇ ਬਚਨ ਕਰਦੇ ਨੇ ਜੀ। ਚੌਪਈ ਹਮਰੀ ਦਿਸ਼ ਤੇ ਦੇਹੋ ਸੰਦੇਸ਼ਾ। ਕਹਿੰਦੇ ਨਾਲੇ ਸਾਡੇ ਵਾਲੇ ਪਾਸੋਂ ਇੱਕ ਸੰਦੇਸ਼ਾ ਵੀ ਦਿਓ ਜੀ ਸੁਨੇਹਾ ਦਿਓ ਜੀ। ਸ੍ਰੀ ਅੰਗਤ ਜਿਸ ਦੋਸ਼ ਨਾ ਲੇਸਾ। ਕਹਿੰਦੇ ਜਿਨ੍ਹਾਂ ਵਿੱਚ ਕੋਈ ਭੋਰਾ ਵੀ ਦੋਸ਼ ਨਹੀਂ ਜਿਨ੍ਹਾਂ ਵਿੱਚ ਇੰਨੇ ਪਵਿੱਤਰ ਪਾਕ ਨੇ ਜਿਹੜੇ ਜੀ। ਸ੍ਰੀ ਚੰਦ ਜੇ ਰਿਸਕੋ ਧਰੈ। ਕਹਿੰਦੇ ਜੇ ਕਿਤੇ ਆ ਕੇ ਉਹਨਾਂ ਨਾਲ ਸ੍ਰੀ ਚੰਦ ਮੇਰਾ ਪੋਤਾ ਆ ਕੇ ਕਿਤੇ ਲੜਨ ਲੱਗ ਜਾਵੇ ਨਾ ਉਹਨਾਂ ਨਾਲ ਕਿਤੇ ਗੁੱਸੇ ਵੀ ਹੋਵੇ। ਜਦੋਂ ਆ ਦੇਖੋ ਪੜਿਆ ਨਾ ਅੱਜ ਬਹੁਤ ਮਨ ਭਰਿਆ ਮੈਂ ਕਿਹਾ ਦੇਖੋ ਵੀ ਉਵੇਂ ਜਿਵੇਂ ਪੁਰਾਣੇ ਬਜ਼ੁਰਗਾਂ 'ਚ ਨਹੀਂ ਹੁੰਦਾ ਵੀ ਜੇ ਕੋਈ ਗੱਲ ਤੂੰ ਨਾ ਘਬਰਾਈ ਜੇ ਤੈਨੂੰ ਕੋਈ ਬੋਲ ਪਿਆ ਭਾਈ ਕੀ ਕਰਦੀਆਂ ਮਾਵਾਂ ਪੁੱਤ ਪਤਾ ਤੱਤਾ ਨੌ ਨੂੰ ਕਹੀ ਜਾਣਗੇ ਧੀਏ ਤੂੰ ਨਾ ਘਬਰਾਈ ਧੀਏ ਤੇਰੇ ਮੈਂ ਪੈਰੀ ਹੱਥ ਲਾਉਣੀ ਇਹ ਰਸਵਾਈ ਇਹੋ ਜਿਹਾ। ਫੇਰ ਪੋਤਾ ਹੋਵੇ ਧੀਏ ਤੂੰ ਇਹਦੇ ਪਿਓ ਨਾਲ ਰੱਸੀ ਤੂੰ ਇਹਨੂੰ ਪੈਸੇ ਦੇ ਕੇ ਸਾਰਨੀ। ਆ ਜਦੋਂ ਪੜਿਆ ਮੈਂ ਕਿਹਾ ਲੈ ਉਹੀ ਗੱਲਾਂ ਚੱਲਦੀਆਂ ਉਵੇਂ ਪ੍ਰੇਮ ਆ। ਕਹਿੰਦੇ ਜੇ ਪੋਤੇ ਦਾ ਪਿਆਰ ਆ ਰਿਹਾ ਕਿਉਂ ਇਹ ਚਾਚਾ ਲਾਲੂ ਜਦੋਂ ਪਿਤਾ ਜੀ ਆ ਕੇ ਲੜਦੇ ਸਨ ਨਾ ਜਦੋਂ ਮਹਾਰਾਜ ਦੇ ਨਾਲ ਆ ਕੇ ਗੁੱਸੇ ਵੀ ਹੁੰਦੇ ਸਨ ਇਹੀ ਮੂਹਰੇ ਖੜ ਜਾਂਦੇ ਸਨ। ਜਦੋਂ ਇਹਨਾਂ ਦੇ ਸਹੁਰਾ ਸਾਹਿਬ ਆ ਕੇ ਗੁਰੂ ਨਾਨਕ ਪਾਤਸ਼ਾਹ ਦੇ ਆ ਕੇ ਗੁੱਸੇ ਹੁੰਦੇ ਸਨ ਇਹੀ ਚਾਚਾ ਲਾਲੂ ਉਦੋਂ ਵੀ ਮੂਹਰੇ ਆਉਂਦਾ ਸੀ। ਬਹੁਤ ਪਿਆਰ ਕਰਦੇ ਸਨ। ਹੁਣ ਅੱਗੇ ਸ਼੍ਰੀ ਚੰਦ ਦਾ ਪਿਆਰ ਆ ਗਿਆ ਮਨ ਵਿੱਚ ਪੋਤਾ ਤੇ ਕੀ ਕਿਹਾ ਵੀ ਮੇਰੇ ਕੰਨੇ ਇੱਕ ਸੁਨੇਹਾ ਲਾਇਓ ਕੀ ਲਾਇਓ ਇੱਕ ਵਾਰੀ ਬੇਨਤੀ ਸਾਰੇ ਪ੍ਰੇਮ ਵਿੱਚ ਪੜੋ ਜੀ। ਸ੍ਰੀ ਚੰਦ ਜੇ ਰਿਸਕੋ ਧਰੈ। ਤੇ ਜੇ ਆ ਕੇ ਕਦੇ ਗੁੱਸਾ ਮਨ ਵਿੱਚ ਕ੍ਰੋਧ ਲੈ ਕੇ ਆਵੇ ਜੀ ਸੀਮਾ ਧਰਤ ਜਿਉ ਤਹਿ ਪਰ ਕਰੈ। ਬਸ ਉਹਨੂੰ ਮਾਫ ਹੀ ਕਰ ਦਿਓ ਉਹਨੂੰ ਕੁਛ ਸ਼ਰਾਪ ਨਾ ਦਿਓ ਉਹਨੂੰ ਕੋਈ ਉਹੋ ਜਿਹਾ ਬਚਨ ਨਾ ਕਰ ਦਿਓ ਜੀ। ਬਾਲੇ ਬਹਰੋ ਬਚਨ ਉਚਾਰਾ। ਤੇ ਬਾਅਦ ਵਿੱਚ ਭਾਈ ਬਾਲਾ ਸੰਧੂ ਜੀ ਨੇ ਅੱਗੇ ਬੇਨਤੀ ਕੀਤੀ ਜੀ। ਸ੍ਰੀ ਅੰਗਦ ਨਾਨਕ ਅਵਤਾਰਾ। ਕਹਿੰਦੇ ਉਹ ਹੋਰ ਕੋਈ ਨਹੀਂ ਉਹ ਆਪ ਹੀ ਅਵਤਾਰ ਗੁਰੂ ਨਾਨਕ ਪਾਤਸ਼ਾਹ ਖੁਦ ਉਹੀ ਜੋਤ ਬਰਾਜ ਰਹੀ ਉਹਨਾਂ ਵਿੱਚ ਜੀ। ਪੰਚ ਦੋਖ ਨਹਿ ਤਿਨ
ਮਹਿ ਪਾਵਹਿ। ਉਹਨਾਂ ਵਿੱਚ ਪੰਜ ਦੋਖ ਹੈ ਹੀ ਨਹੀਂ, ਨਾ ਕਾਮ ਆ, ਨਾ ਕ੍ਰੋਧ ਆ, ਨਾ ਲੋਭ ਆ, ਨਾ ਮੋਹ ਆ, ਨਾ ਹੰਕਾਰ ਹੈ ਹੀ ਨਹੀਂ ਜੀ। ਨਿਕਟ ਤਰਨ ਜਿਉ ਤਿਮਰ ਨਾ ਆਵਹਿ। ਕਹਿੰਦੇ ਉਹਨਾਂ ਦੇ ਨੇੜੇ ਪਹੁੰਚ ਵੀ ਨਹੀਂ ਸਕਦਾ। ਤੇ ਇਹ ਵੀ ਨਹੀਂ ਕੱਲੀ ਗੱਲ ਦੱਸ, ਇਹ ਵੀ ਬੇਨਤੀ ਕਰ ਦੇਵੇ ਜਿਹੜੇ ਗੁਰੂ ਸਾਹਿਬਾਂ ਦੇ ਕੋਲੇ ਆਉਂਦੇ ਆ ਪ੍ਰੇਮ ਦੇ ਨਾਲ, ਮਾਰੇ ਉਹਨਾਂ ਨੇੜੇ ਵੀ ਨਹੀਂ ਆਉਣ ਦਿੰਦੇ ਜੀ। ਸਮਦਮ ਸੋ ਤਨ ਗਿਆਨ ਸੁਹਾਵਹਿ। ਤੇ ਕਹਿੰਦੇ ਕਿਵੇਂ? ਕਹਿੰਦੇ ਹਮੇਸ਼ਾ ਗਿਆਨ ਦੇ ਸੋਮੇ, ਕਹਿੰਦੇ ਸੋਭਨੀਕ ਨੇ ਜੀ। ਆਤਪ ਭਗਤ ਜਗਤ ਬਿਦਤਾਵਹਿ। ਕਹਿੰਦੇ ਕੀ ਕਰ ਰਹੇ ਨੇ? ਕਹਿੰਦੇ ਖੁਸ਼ੀਆਂ ਖੇੜੇ ਬਖਸ਼ਣ ਵਾਲੇ ਨੇ। ਕਿਵੇਂ ਅੱਗੇ ਪਿੱਛੋਂ ਫੇਰ ਕਰੀ ਪੜੋ ਜੀ। ਸਮਦਮ ਸੋ ਤਨ ਗਿਆਨ ਸੁਹਾਵਹਿ। ਕਹਿੰਦੇ ਇਹੋ ਜਿਹੇ ਗਿਆਨ ਦੇ ਸੋਮੇ ਨੇ, ਜਿਹਨੂੰ ਦੇ ਦਿੰਦੇ ਨੇ ਉਹਦੇ ਨੇੜੇ ਵੀ ਇਹ ਚੀਜ਼ਾਂ ਫੜਕ ਨਹੀਂ ਸਕਦੀਆਂ ਜੀ। ਆਤਪ ਭਗਤ ਜਗਤ ਬਿਦਤਾਵਹਿ। ਕਹਿੰਦੇ ਕੀ ਕਰਦੇ ਨੇ? ਇਹੋ ਜਿਹਾ ਆਤਮ ਗਿਆਨ ਦਿੰਦੇ ਨੇ ਜਿਹਦੇ ਨਾਲ ਆਪਦੇ ਜਪਣ ਵਾਲੇ ਮੰਨਣ ਵਾਲਿਆਂ ਦਾ ਵੀ ਭਲਾ ਕਰਦੇ ਨੇ ਜੀ। ਪੱਤਰੀ ਲੈ ਚੱਲੇ ਤਤਕਾਲ। ਉਸੇ ਸਮੇਂ ਪੱਤਰੀ ਲੈ ਕੇ ਜਦੋਂ ਗਏ ਨੇ ਜੀ, ਜਹ ਖਡੂਰ ਮੈਂ ਗੁਰੂ ਕਿਰਪਾਲਾ। ਜਿੱਥੇ ਕਹਿੰਦੇ ਆਪ ਗੁਰੂ ਸਾਹਿਬ ਖੰਡੂਰ ਸਾਹਿਬ ਵਿੱਚ ਸਜੇ ਹੋਏ ਨੇ, ਜਿੱਥੇ ਜੀ ਦੋਹਰਾ ਬੈਸੇ ਅੰਗਦ ਰਾਜ ਹੀ ਬੰਦੇ ਪਦ ਅਰਬਿੰਦ। ਜਿੱਥੇ ਬੈਠੇ ਸਨ ਦੋਨਾਂ ਨੇ ਜਾ ਕੇ, ਬਾਲਾ ਸੰਧੂ ਜੀ ਨੇ ਤੇ ਲਾਲਾ ਪੰਨੂ ਜੀ ਨੇ ਜਾ ਕੇ ਨਮਸਕਾਰ ਕੀਤੀ ਜੀ। ਹਿਰਦੇ ਪ੍ਰਸੀਦੇ ਸਤਿਗੁਰੂ ਕਹਿ ਰਹਿ ਚਿੱਤ ਗੋਬਿੰਦ। ਤੇ ਖੁਸ਼ ਇੰਨੇ ਹੋਏ, ਮਾਰੇ ਕਹਿੰਦੇ ਜਾਓ ਭਾਈ, ਤੁਹਾਡੇ ਹਿਰਦੇ ਚ ਕਰਤਾਰ ਚਿੱਤ ਆਵੇ, ਤੁਹਾਡੇ ਗੋਬਿੰਦ ਚਿੱਤ ਆਵੇ, ਤੁਹਾਡੇ ਹਰੀ ਚਿੱਤ ਵਿੱਚ ਆਵੇ ਜੀ। ਚੌਪਈ ਖੁਸ਼ੀ ਬਹੁਤ ਬਾਲੇ ਪਰ ਕੀਨੀ। ਬਹੁਤ ਖੁਸ਼ੀ ਕੀਤੀ ਬਾਲਾ ਸੰਧੂ ਜੀ ਦੇ ਉੱਪਰ ਜੀ। ਪੁੰਨ ਪੱਤਰੀ ਆਪਣੇ ਕਰ ਲੀਨੀ। ਤੇ ਇਹ ਕਹਿ ਕੇ ਤੇ ਸਾਧ ਸੰਗਤ ਆ ਦੇਖੋ, ਪੁਨਾ ਇਤਿਹਾਸ ਲਿਖਿਆ। ਗੁਰੂ ਅੰਗਦ ਦੇਵ ਸਾਹਿਬ ਨੇ ਹੱਥਾਂ ਵਿੱਚ ਉਹ ਪੱਤਰੀ ਫੜ ਲਈ ਜੀ। ਸਾਦਰ ਸੋ ਨਿਜ ਸੀਸ ਚੜਾਈ। ਕਹਿੰਦੇ ਇੰਨਾ ਸਤਿਕਾਰ ਕੀਤਾ ਕਿ ਮੇਰੇ ਗੁਰੂ ਨਾਨਕ ਦਾ ਨਾਮ ਲਿਖਿਆ, ਪੱਤਰੀ ਫੜ ਕੇ ਤੇ ਸਿਰ ਦੇ ਉੱਪਰ ਰੱਖ ਲਈ, ਇੱਕ ਵਾਰ ਤੇ ਦਸਤਾਰ ਦੇ ਉੱਪਰ ਜੀ। ਭਾਓ ਬਹੁਤ ਕਰ ਔਰ ਮਹਿਲਾਈ। ਕਹਿੰਦੇ ਫਿਰ ਇੰਨੀ ਭਾਵਨਾ ਕੀਤੀ ਤੇ ਲਿਆ ਕੇ ਫਿਰ ਉਹ ਪੱਤਰੀ ਛਾਤੀ ਨਾਲ ਲਾ ਲਈ ਜੀ। ਦਰਸ਼ਨ ਤੁਮ ਕਰਵਾਇਓ ਗੁਰ ਕਾ। ਕਹਿੰਦੇ ਤੁਸੀਂ ਤਾਂ ਮੈਨੂੰ ਦਰਸ਼ਨ ਹੀ ਕਰਵਾ ਦਿੱਤੇ, ਜਿੱਥੇ ਮੇਰੇ ਗੁਰੂ ਨਾਨਕ ਦਾ ਨਾਮ ਲਿਖਿਆ ਜੀ। ਜਿਸ ਤੇ ਭ੍ਰਮ ਭਾਗਿਓ ਹੈ ਔਰ ਕਾ। ਕਹਿੰਦੇ ਜਿਹਦੇ ਨਾਲ ਹਿਰਦੇ ਦਾ ਕੋਈ ਭ੍ਰਮ ਰਹਿੰਦਾ ਵੀ ਭੱਜ ਜਾਂਦਾ ਜੀ। ਸਹਿਸ ਕ੍ਰਿਤੇ ਅਛਰ ਜਬ ਚੀਨੇ। ਜਦੋਂ ਮਹਾਰਾਜ ਨੇ ਖੋਲ ਕੇ ਦੇਖਿਆ ਤੇ ਸੰਸਕ੍ਰਿਤੀ ਦੇ ਉਹ ਅੱਖਰ ਲਿਖੇ ਹੋਏ ਸਨ, ਸੰਸਕ੍ਰਿਤ ਵਿੱਚ ਲਿਖਿਆ ਸੀ ਜੀ। ਤਬ ਅੰਗਦ ਜੀ ਬਚਨ ਸੁਕੀਨੇ। ਫਿਰ ਗੁਰੂ ਅੰਗਦ ਦੇਵ ਸਾਹਿਬ ਦੇ ਨਾਲ ਬਚਨ ਕੀਤਾ ਜੀ ਗੁਰੂ ਅੰਗਦ ਦੇਵ ਸਾਹਿਬ ਨੇ ਜੀ। ਇਨ ਅਛਰਨ ਕੋ ਜੋ ਜਾਣੈ। ਕਹਿੰਦੇ ਦੱਸੋ ਭਾਈ ਕੌਣ ਜਿਹੜਾ ਸੰਸਕ੍ਰਿਤੀ ਦੇ ਅੱਖਰਾਂ ਨੂੰ ਜਾਣਦਾ? ਭਾਈ ਦੱਸੋ ਕੌਣ ਇੱਥੇ ਜੀ? ਸੋ ਯਾ ਕੋ ਪੜ ਅਰਥ ਬਖਾਨੈ। ਜਿਹੜਾ ਬੋਲ ਕੇ ਸਾਨੂੰ ਇਹਦੇ ਅਰਥ ਦੱਸ ਦਵੇ ਜੀ। ਗੁਰਮੁਖੀ ਚਾਹੀਏ ਕਰਵਾਈ। ਕਹਿੰਦੇ ਇਹਦਾ ਗੁਰਮੁਖੀ ਵਿੱਚ ਲੱਥਾ ਕਰਾਉਣਾ ਚਾਹੁੰਦੇ ਆ ਜੀ। ਪੜ੍ਹੇ ਸੁਨੇ ਸਿੱਖ ਗੁਰਮਤਿ ਪਾਈ। ਕਹਿੰਦੇ ਜਿਹੜਾ ਪੜੂਗਾ ਸੁਣੂਗਾ ਉਹ ਗੁਰਮਤਿ ਪਾ ਜਾਊਗਾ ਜੀ। ਸੋਰਠਾ ਸਤਿਗੁਰ ਕਿਰਪਾ ਨਿਧਾਨ ਸ੍ਰੀ ਨਾਨਕ ਜਗ ਬਿਦਤ ਜਬ। ਸੰਗਤ ਕੀਨ ਮਹਾਨ ਜਾਨੀ ਵਿਦਿਆ ਬਰਨ ਤਬ। ਦੋਹਰਾ ਮਹਿਮਾ ਖਹਿਰਾ ਜਟੇਕ। ਤੇ ਜਦੋਂ ਫਿਰ ਸਾਧ ਸੰਗਤ ਮਾਰੇ ਕਹਿੰਦੇ ਵੀ ਨਹੀਂ, ਇਹਨੂੰ ਗੁਰਮੁਖੀ 'ਚ ਲਿਖਾਉਣਾ, ਅਸੀਂ ਸੰਸਕ੍ਰਿਤੀ ਨਹੀਂ ਪੜਾਉਣੀ, ਪਹਿਲਾਂ ਅਸੀਂ ਗੁਰਮੁਖੀ 'ਚ ਲੱਥਾ ਕਰਾਉਣਾ। ਜਦੋਂ ਸਿੱਖ ਪੜਨਗੇ, ਪ੍ਰੇਮ ਪਾਊਗਾ, ਭਲਾ ਹੋਊਗਾ, ਮੁਕਤੀ ਨੂੰ ਪ੍ਰਾਪਤ ਹੋਣਗੇ, ਖੁਸ਼ੀਆਂ ਨੂੰ ਪਾਉਣਗੇ। ਤੇ ਕਹਿੰਦੇ ਲੱਭੋ ਵੀ ਕੌਣ। ਹੁਣ ਉਹਦਾ ਨਾਂ ਦੱਸਣਗੇ, ਫੇਰ ਪੜੋ ਦੋਹਰਾ ਜੀ। ਦੋਹਰਾ ਮਹਿਮਾ ਖਹਿਰਾ ਜਟੇਕ। ਕਹਿੰਦੇ ਜਿਹੜਾ ਨਾਂ ਮਹਿਮਾ ਤੇ ਖਹਿਰਾ ਜੱਟ ਜ਼ਿਮੀਂਦਾਰ ਹੈ ਜੀ। ਕਹਿ ਸ੍ਰੀ ਅੰਗਦ ਪਾਸ। ਤੇ ਕਹਿੰਦੇ ਜਿਹੜਾ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਕੋਲੇ ਸੀ ਜੀ। ਪੈੜਾ ਮੋਖਾ ਖੱਤਰੀ। ਕਹਿੰਦੇ ਕੋਲੇ ਇੱਕ ਕਹਿੰਦੇ ਕੌਣ ਸੀ? ਪੈੜਾ ਮੋਖਾ ਉਹਨੂੰ ਖੱਤਰੀ ਸੀ ਜਿਹੜਾ ਜੀ। ਸੁਲਤਾਨ ਹੈ ਪੁਰਬਾਸ। ਤੇ ਜਿਹੜਾ ਪੈੜਾ ਮੋਖਾ ਖੱਤਰੀ ਜਿਹੜਾ ਸੀਗਾ ਸੁਲਤਾਨਪੁਰ ਦਾ ਰਹਿਣ ਵਾਲਾ ਸੀ ਜੀ। ਚੌਪਈ ਅਛਰ ਜਾਣਤ ਹੈ ਵਹਿ ਦੋ। ਉਹ ਸਾਰੇ ਦੋਨੇ ਅੱਖਰ ਜਾਣਦਾ, ਗੁਰਮੁਖੀ ਦੇ ਵੀ ਤੇ ਸੰਸਕ੍ਰਿਤੀ ਦੇ ਵੀ ਜੀ। ਪੜ ਲਿਖ ਹੈ ਬੁਲਵਾਈਏ ਸੋ। ਮਾਰੇ ਕਹਿੰਦੇ ਲਿਆਓ ਬਈ ਇਹਨੂੰ ਪੜ ਕੇ ਤੇ ਲਿਖਵਾ ਲਈਏ ਜੀ। ਸ੍ਰੀ ਅੰਗਦ ਕਹਿ ਤੁਮ ਹੀ ਜਾਵੋ। ਮਾਰੇ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮਾਰੇ ਕਹਿੰਦੇ ਭਾਈ ਤੁਸੀਂ ਹੁਣੀ ਜਾਵੋ, ਤੁਸੀਂ ਆਪ ਜਾਵੋ ਜੀ। ਕਰ ਸਤਕਾਰ ਤੁਰਤ ਲੈ ਆਵੋ। ਸਤਕਾਰ ਕਰਕੇ ਤੇ ਪ੍ਰੇਮ ਦਾ ਨਾਲ ਲੈ ਕੇ ਆਉਣਾ ਕਰੋ ਜੀ। ਮਹਿਮਾ ਪਹੁੰਚਿਓ ਤਾਹੇ ਆਵਾਸਾ। ਤੇ ਜਦੋਂ ਉਹਨਾਂ ਦੇ ਘਰੇ ਪਹੁੰਚਿਆ, ਹਾਂਜੀ ਮਹਿਮਾ ਜੀ, ਆਨਿਓ ਜਸਪਦ ਸਤਿਗੁਰ ਪਾਸਾ। ਤੇ ਜਦੋਂ ਸਾਰੀ ਵਡਿਆਈ ਸੁਣਾ ਕੇ ਵੀ ਆਓ ਆਪਾਂ ਗੁਰੂ ਨਾਨਕ ਪਾਤਸ਼ਾਹ ਦੀ ਪੱਤਰੀ ਦੇ ਅਰਥ ਕਰਾਉਣੇ ਨੇ,
ਆ ਕੇ ਤੁਸੀਂ ਸੇਵਾ ਕਰੋ ਜੀ। ਪਰਿਓ ਚਰਨ ਗੁਰ ਆਗਿਆ ਦੀਨੀ। ਤੇ ਜਦੋਂ ਲੈ ਕੇ ਆਇਆ ਤੇ ਆਗਿਆ ਦਿੱਤੀ, ਚਰਨਾਂ ਤੇ ਨਮਸਕਾਰ ਕੀਤੀ ਜੀ। ਪੜੋ ਪਤਰਿਕਾ ਸੁਖ ਪ੍ਰਦ ਚੀਨੀ। ਮਹਾਰਾਜ ਕਹਿੰਦੇ ਪੜੋ ਪੱਤਰਕਾ, ਨਾਲ ਨਾਲ ਇਹਦੇ ਅਰਥ ਕਰਾਓ ਜੀ। ਚੌਪਈ ਕਰ ਮਹਿਲੇ ਪਤਰਿਕਾ ਬਾਚੀ। ਉਸੇ ਟਾਈਮ ਪੱਤਰਕਾ ਹੱਥ ਵਿੱਚ ਪੜ ਕੇ ਤੇ ਉਹਦੇ ਅਰਥ ਕਰਨ ਲੱਗੇ ਜੀ। ਜਨ ਬਾਣੀ ਰਸਨਾ ਪਰ ਨਾਚੀ। ਤੇ ਕਹਿੰਦੇ ਕੀ ਹੋਇਆ, ਜਿਹੜੀ ਉਹ ਬਾਣੀ ਰਸਨਾ ਤੇ ਨੱਚਣ ਲੱਗੀ। ਕਿਉਂ? ਮਹਾਰਾਜ ਨੇ ਵਚਨ ਕਰ ਦਿੱਤਾ ਨਾ, ਮਹਾਰਾਜ ਨੇ ਕਿਰਪਾ ਕਰ ਦਿੱਤੀ ਨਾ, ਮਹਾਰਾਜ ਨੇ ਦ੍ਰਿਸ਼ਟੀ ਪਾ ਦਿੱਤੀ ਜੀ। ਸੁਣ ਕਰ ਖੁਸ਼ੀ ਕਰੀ ਤਹ ਸਿੱਖ ਪਰ। ਮਹਾਰਾਜ ਨੇ ਖੁਸ਼ੀ ਕਰ ਦਿੱਤੀ ਸਿੱਖ ਤੇ ਜੀ। ਗੁਰਮੁਖੀ ਲਿਖੀਏ ਇਹ ਅੱਖਰ। ਹੁਣੇ ਮਹਾਰਾਜ ਕਹਿੰਦੇ ਗੁਰਮੁਖੀ ਦੇ ਅੱਖਰ ਲਿਖਣੇ ਕਰੋ ਜੀ। ਕਹਿ ਕਰ ਕਾਗਰ ਲੀਨ ਮੰਗਾਈ। ਐਂ ਕਹਿ ਕੇ ਤੇ ਨਾਲ ਹੀ ਕਾਗਜ਼ ਕਲਮ ਦਵਾਤ ਮੰਗਾ ਲਈ ਜੀ। ਸ੍ਰੀ ਅੰਗਦ ਸਭ ਹੀ ਲਿਖਵਾਈ। ਮਹਾਰਾਜ ਨੇ ਉਸੇ ਟਾਈਮ ਕਿਹਾ ਬਾਈ ਗੁਰੂ ਅੰਗਦ ਦੇਵ ਸਾਹਿਬ, ਮਹਾਰਾਜ ਕਹਿੰਦੇ ਨਾਲ ਨਾਲ ਹੁਣੇ ਨਾਲ ਨਾਲ ਜਿਵੇਂ ਲਿਖਿਆ ਉਧਰ ਉਵੇਂ ਉਤਾਰਾ ਪੂਰਾ ਕਰੋ ਜੀ। ਆਸਨ ਡਾਰ ਅਸੀਨਹਿ ਦਿਆਲਾ। ਹਾਂਜੀ ਹਾਂ। ਆਨ ਸੁਨੇ ਤਹ ਸਿੱਖ ਬਿਸਾਲਾ। ਕਹਿੰਦੇ ਮਹਾਰਾਜ ਨੇ ਉੱਥੇ ਆਸਣ ਲਵਾ ਦਿੱਤਾ, ਸਾਰੇ ਸਿੱਖਾਂ ਨੂੰ ਬੁਲਾ ਲਿਆ ਤੇ ਸਾਰੇ ਸਿੱਖ ਕੋਲੇ ਬਹਿ ਕੇ ਜਿਸ ਸਮੇਂ ਉਤਾਰਾ ਹੋ ਰਿਹਾ ਨਾਲ ਸਿੱਖ ਸੁਣ ਰਹੇ। ਕਿਹੜੇ ਕਿਹੜੇ ਸਿੱਖ ਸੁਣ ਰਹੇ? ਕਰੋ ਦਰਸ਼ਨ ਜੀ। ਇੱਕ ਬੁੱਢਾ ਜੋ ਹੈ ਤਤਵੇਤਾ। ਕਹਿੰਦੇ ਇੱਕ ਉਸ ਸਮੇਂ ਉੱਥੇ ਕੋਲੇ ਸੀ ਬਾਬਾ ਬੁੱਢਾ ਜੀ, ਜਿਹੜੇ ਤਤਵੇਤੇ ਸਨ, ਉਹ ਵੀ ਉੱਥੇ ਬੈਠੇ ਉਸ ਸਮੇਂ। ਲਿਖ ਰਿਹਾ ਪੁਨਾ ਪੁਨਾ ਇਤਿਹਾਸ ਲਿਖ ਰਹੇ ਨੇ ਤੇ ਕੰਨਾਂ ਨਾਲ ਕੌਣ ਸਰਵਣ ਕਰ ਰਹੇ ਨੇ, ਕੌਣ ਸੁਣ ਰਹੇ ਨੇ? ਇਹ ਕੌਣ ਨੇ? ਪਹਿਲੇ ਬਾਬਾ ਬੁੱਢਾ। ਗੱਜ ਕੇ ਬੋਲੋ ਜੀ। ਬਾਬਾ ਬੁੱਢਾ। ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਗੁਰੂ ਨਾਨਕ ਪਾਤਸ਼ਾਹ ਦਰਸ਼ਨ ਕੀਤੇ। ਕੀ ਉਦੋਂ ਹੋਇਆ ਸੀ? ਕਰੋ ਸਰਵਣ ਜੀ। ਮੋਹ ਆਦ ਜੋਧਾ ਅਤ ਜੇਤਾ। ਜਿਹੜੇ ਇਹੋ ਜਿਹੇ ਯੋਧੇ ਨੇ ਜਿਨ੍ਹਾਂ ਨੇ ਮੋਹ ਤੇ ਜਿੱਤ ਪ੍ਰਾਪਤ ਕੀਤੀ, ਬਾਬਾ ਬੁੱਢਾ ਜੀ ਨੇ ਜੀ। ਬਚਨ ਪਾਏ ਗੁਰ ਸੋ ਸਿਸ ਬੈਸਾ। ਕਹਿੰਦੇ ਇਹੋ ਜਿਹੇ ਸਨ, ਜਦੋਂ ਆਏ ਬੱਚੇ ਸਨ, ਮਹਾਰਾਜ ਨੂੰ ਸਵਾਲ ਕੀਤਾ ਤੇ ਮਹਾਰਾਜ ਕਹਿੰਦੇ ਤੂੰ ਤਾਂ ਬੁੱਢਿਆਂ ਵਾਲੀ ਗੱਲ ਕਰਦਾ, ਤੂੰ ਤਾਂ ਬੁੱਢਾ ਬਈ। ਜਦੋਂ ਬਚਨ ਕੀਤਾ ਤੇ ਸਾਧ ਸੰਗਤ ਸਮਾਂ ਕੀ ਬਣਿਆ? ਬੱਚੇ ਸਨ, ਸਰੀਰ ਬੁੱਢਿਆਂ ਵਰਗਾ ਹੋ ਗਿਆ ਉਸੇ ਸਮੇਂ। ਮਾਂ ਪਿਓ ਲੱਭਦੇ ਆਏ, ਬੱਚਾ ਸਾਡਾ ਦੁੱਧ ਲੈ ਕੇ ਆਇਆ ਸੀ, ਦਿਸਿਆ ਹੀ ਨਹੀਂ। ਸਾਹਮਣੇ ਬੈਠੇ ਬਾਬਾ ਬੁੱਢਾ ਜੀ, ਪਛਾਣ ਹੀ ਨਹੀਂ ਆਉਂਦੀ। ਕਿਉਂ? ਘਰੋਂ ਇੱਕ ਬੱਚਾ ਆਇਆ ਸੀ ਤੇ ਸਾਹਮਣੇ ਕੋਈ ਬਜ਼ੁਰਗ ਬੈਠਾ। ਉਹਦੇ ਬਾਰੇ ਦੱਸਦੇ ਨੇ, ਫੇਰ ਪੜੋ ਅੱਗੇ ਜੀ। ਬਚਨ ਪਾਏ ਗੁਰ ਜੋ ਸਿਸ ਬੈਸਾ। ਤੇ ਕਹਿੰਦੇ ਜਿਹੜਾ ਮਹਾਰਾਜ ਦੇ ਬਚਨ ਪਾ ਕੇ ਉਸ ਸਮੇਂ ਜਿਹੜਾ ਬੱਚਾ ਪਹਿਲਾਂ ਬੈਠਾ ਸੀ ਜੀ, ਭਇਓ ਪਰਮ ਬ੍ਰਿਧਨ ਤਨ ਜੈਸਾ। ਉਸੇ ਸਮੇਂ ਬਜ਼ੁਰਗਾਂ ਵਰਗਾ ਸਰੀਰ ਹੋ ਗਿਆ। ਦੇਖੋ ਆਪ ਜੀ ਨਾਲ ਨਾਲ ਦਰਸ਼ਨ ਕਰ ਰਹੇ ਹੋ ਜੀ। ਹੱਟ ਪਾਤਸ਼ਾਹੀ ਰਹਿਓ ਹਦੂਰਾ। ਹਮੇਸ਼ਾ ਮਹਾਰਾਜ ਦੀ ਹਾਜ਼ਰੀ ਵਿੱਚ ਰਿਹਾ ਜੀ। ਨਿਪੁੰਨ ਸੇਵ ਮਹਿ ਬਚਨਨ ਪੂਰਾ। ਕਹਿੰਦੇ ਨਿਪੁੰਨ ਸਨ ਸੇਵਾ ਵਿੱਚ ਪੂਰੇ। ਇੱਕ ਵਾਰੀ ਕੌਣ ਹੈ ਜੀ? ਨਿਪੁੰਨ ਸੇਵ ਮਹਿ ਬਚਨਨ ਪੂਰਾ। ਤੇ ਕਹਿੰਦੇ ਨਿਪੁੰਨ ਸਨ ਤੇ ਸੇਵਾ ਵਿੱਚ ਹਰ ਸਮੇਂ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਜੀ। ਸੋ ਸ਼ਰੋਤਾ ਬੈਸਿਓ ਮਤ ਧੀਰਾ। ਕਹਿੰਦੇ ਕੀ ਕਹਿੰਦੇ? ਖੱਟ ਪਾਤਸ਼ਾਹ ਭਾਵ ਕਹਿੰਦੇ 6 ਪਾਤਸ਼ਾਹਾਂ ਦੇ ਦਰਸ਼ਨ ਕੀਤੇ ਇਹਨਾਂ ਨੇ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ। ਪਰ ਇਹ ਵੀ ਦੱਸਦੇ ਨੇ, ਜਿਵੇਂ ਅੱਜ ਵੀ ਵਿਚਾਰ ਚੱਲ ਰਹੀ ਸੀ ਤੇ ਬੇਨਤੀ ਕੀਤੀ, ਦੱਸਦੇ ਮੈਂ ਕਿਹਾ ਵੀ ਇਹਨਾਂ ਨੇ 8 ਪਾਤਸ਼ਾਹਾਂ ਦੇ ਦਰਸ਼ਨ ਕੀਤੇ। ਕਹਿੰਦੇ 8 ਪਾਤਸ਼ਾਹਾਂ ਨੇ ਕਿਵੇਂ ਕੀਤੇ? ਮੈਂ ਕਿਹਾ ਜਦੋਂ ਗੁਰੂ ਹਰਿਰਾਏ ਸਾਹਿਬ ਮਾਰੇ ਬਾਲ ਅਵਸਥਾ 'ਚ ਉਦੋਂ ਦਰਸ਼ਨ ਕੀਤੇ ਨੇ। ਤੇ ਸਾਰਿਆਂ ਨੂੰ ਪਹਿਲਾਂ ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਪਹਿਲੀ ਵਾਰ, ਤੇ ਗ੍ਰੰਥੀ ਸਿੰਘ ਕੌਣ ਲੱਗੇ ਸੀ? ਬਾਬਾ ਬੁੱਢਾ ਜੀ। ਗੁਰੂ ਗ੍ਰੰਥ ਸਾਹਿਬ ਦੇ 11ਵੇਂ ਪਾਤਸ਼ਾਹ ਦੇ ਵੀ ਦਰਸ਼ਨ ਕੀਤੇ। ਖੇਡ ਬੜੀ ਵੱਡੀ ਹੈ, ਪਰ ਮਿਲਣੀ ਪ੍ਰੇਮ ਨੇ। ਇੱਕ ਵਾਰੀ ਫੇਰ ਕਰੋ ਸਰਵਣ ਜੀ। ਸੋ ਸ਼ਰੋਤਾ ਬੈਸਿਓ ਮਤ ਧੀਰਾ। ਤੇ ਇਹ ਜਿਹੜੇ ਉਦੋਂ ਧੀਰਜ ਧਰਨ ਵਾਲੇ ਜਿਹੜੇ ਸੁਣ ਰਹੇ ਨੇ ਜੀ, ਸੁਣਨ ਕਥਾ ਜੋ ਹਰ ਹੈ ਭਵ ਪੀਰਾ। ਕਹਿੰਦੇ ਜਿਹੜੇ ਸੁਣ ਕੇ ਕਹਿੰਦੇ ਕੀ? ਕਹਿੰਦੇ ਹਿਰਦੇ ਵਿੱਚ ਪ੍ਰੇਮ ਉਲਾਸ ਤੇ ਹੋਰ ਕੀ ਅੱਗੇ ਕਰੋ ਸਰਵਣ ਜੀ। ਅਮਰਦਾਸ ਤੇ ਜੋ ਕੇ ਨੰਦਨ। ਕਹਿੰਦੇ ਕਿਹੜੇ ਨੇ ਉੱਥੇ? ਕਹਿੰਦੇ ਗੁਰੂ ਅਮਰਦਾਸ ਮਹਾਰਾਜ। ਕਹਿੰਦੇ ਕਿਹਦੇ ਨੇ? ਭਾਈ ਤੇਜਾ ਜੀ ਦੇ ਪੁੱਤਰ ਨੇ ਇਹ। ਕਹਿੰਦੇ ਜਦੋਂ ਇਹ ਸੁਣਾ ਰਹੇ, ਬਾਬਾ ਬੁੱਢਾ ਜੀ ਵੀ ਬੈਠੇ ਨੇ ਤੇ ਦੂਜੇ ਕੌਣ ਨੇ ਜੀ? ਗੁਰੂ ਅਮਰਦਾਸ। ਧੰਨ ਗੁਰੂ ਅਮਰਦਾਸ ਪਾਤਸ਼ਾਹ, ਉਹ ਵੀ ਉਸ ਸਮੇਂ ਉੱਥੇ ਨੇ ਜੀ। ਸੇਵੇ ਜਿਨ ਅੰਗਦ ਦੁਖ ਕੰਦਨ। ਕਹਿੰਦੇ ਉਹ ਨੇ ਜਿਨ੍ਹਾਂ ਨੇ ਅਖੀਰ ਨੂੰ ਫਿਰ ਗੁਰੂ ਅੰਗਦ ਦੇਵ ਸਾਹਿਬ ਨੂੰ ਖੁਸ਼ ਕਰਕੇ ਉਹਨਾਂ ਤੋਂ ਅੱਗੇ ਅੰਗ ਬਣੇ ਨੇ ਤੇ ਤੀਜੇ ਪਾਤਸ਼ਾਹ ਬਣੇ ਸਨ ਜੀ। ਗੁਰਤਾ ਪਾਏ
ਪਾਈ ਜਿਨ ਪਛਚਾਤੀ। ਕਹਿੰਦੇ ਬਾਅਦ ਵਿੱਚ ਜਿਹਨਾਂ ਨੂੰ ਗੁਰਤਾ ਗੱਦੀ ਮਿਲੀ ਗੁਰੂ ਅਮਰਦਾਸ ਮਹਾਰਾਜ, ਉਹ ਵੀ ਉੱਥੇ ਦੂਜੇ ਬੈਠੇ ਸਰਵਣ ਕਰ ਰਹੇ ਨੇ ਇਤਿਹਾਸ ਜੀ। ਸੁਨਤੇ ਭਏ ਸੋ ਕਥਾ ਸੁਹਾਤੀ। ਕਹਿੰਦੇ ਜਿਹੜੇ ਸੁਣ ਕੇ ਉਹ ਸੋਭਨੀਕ ਹੋ ਰਹੇ ਨੇ ਕਥਾ, ਜਿਹੜੀ ਰਸਮਈ ਆ ਰਹੀ ਅੰਮ੍ਰਿਤ ਰੂਪੀ ਜੀ। ਪੁੰਨ ਗੁਰਮੁਖ ਇੱਕ ਜੀਵਾ ਭਾਈ। ਉੱਥੇ ਭਾਈ ਤੀਜੇ ਭਾਈ ਗੁਰਮੁਖ ਬੈਠੇ ਨੇ, ਜਿਨ੍ਹਾਂ ਨੂੰ ਭਾਈ ਜੀਵਾ ਜੀ। ਮਨ ਬਚ ਕਰਮ ਜਿਨ ਸੇਵ ਕਮਾਈ। ਜਿਨ੍ਹਾਂ ਨੇ ਮਨ ਕਰਕੇ ਬਚਨਾ ਕਰਕੇ ਤੇ ਸੇਵਾ ਕਮਾਈ ਗੁਰੂ ਸਾਹਿਬ ਦੀ ਜੀ। ਸ੍ਰੀ ਅੰਗਤ ਹਿਤ ਭੋਜਨ ਤਿਆਰੀ। ਕਹਿੰਦੇ ਜਿਹੜੇ ਕਹਿੰਦੇ ਭਾਈ ਜੀਵਾ ਕੌਣ ਸੀ, ਮਨ 'ਚ ਸਵਾਲ ਆ ਗਿਆ ਸਾਰਿਆਂ ਦੇ। ਕਹਿੰਦੇ ਉਹ ਸੀ ਭਾਈ ਜੀਵਾ ਜਿਹੜੇ ਗੁਰੂ ਅੰਗਦ ਦੇਵ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਕਰਦੇ, ਆਪਦੇ ਹੱਥੀਂ ਪ੍ਰਸ਼ਾਦਾ ਲਾ ਕੇ ਗੁਰੂ ਸਾਹਿਬ ਦੇ ਸੇਵਾ ਕਰਿਆ ਕਰਦੇ ਜੀ। ਕਰਤ ਪ੍ਰੀਤ ਸੋ ਰੁਚਿਰ ਸਵਾਰੀ। ਇੰਨੇ ਪ੍ਰੇਮ ਦੇ ਨਾਲ ਭੋਜਨ ਮੂਹਰੇ ਕਰ ਕਰਕੇ ਆਪ ਨੇੜੇ ਕਰ ਕਰਕੇ ਥਾਲ ਛਕਾਇਆ ਕਰਦੇ ਜੀ। ਪਾਰੋ ਜੁਲਕਾ ਪੁਨ ਸਿੱਖ ਏਕੂ। ਕਹਿੰਦੇ ਹੁਣ ਚੌਥਾ ਕਿਹੜਾ ਸਿੱਖ ਬੈਠਾ, ਉੱਥੇ ਭਾਈ ਪਾਰੋ ਜੁਲਕਾ ਬੈਠਾ ਜੀ। ਪਰਮਹੰਸ ਕੋ ਜਾਸ ਬਿਬੇਕੂ। ਜਿਨ੍ਹਾਂ ਦਾ ਨਾਂ ਇਤਿਹਾਸ ਵਿੱਚ ਆਉਂਦਾ ਪਰਮਹੰਸ, ਉਹ ਵੀ ਚੌਥੇ ਉੱਥੇ ਬੈਠੇ ਨੇ ਜੀ। ਤਜਨ ਅਸਾਰੰਗ ਸਾਰ ਗ੍ਰਹਿਤੀ। ਪੈ ਅਪ ਕੀ ਜਿਉ ਹੰਸਨ ਰੀਤੀ। ਕਹਿੰਦੇ ਉਹਨਾਂ ਦੇ ਕਹਿੰਦੇ ਕਹੇ ਜੀ ਰੀਤੀ ਸੀ, ਕਹਿੰਦੇ ਉਹਨਾਂ ਦੀ ਖੇਡ ਇਹ ਜੀ ਸੰਸਾਰ ਵਿੱਚ ਰਹਿੰਦੇ ਆ ਜਿਵੇਂ ਹੰਸ ਕਰਦਾ। ਕਹਿੰਦੇ ਕਿਵੇਂ, ਕਹਿੰਦੇ ਜਦੋਂ ਦੁੱਧ ਨੂੰ ਚੁੰਝ ਲਾਉਂਦਾ ਤੇ ਪਾਣੀ ਤੇ ਦੁੱਧ ਨੂੰ ਵੱਖਰਾ ਵੱਖਰਾ ਕਰ ਦਿੰਦਾ। ਕਹਿੰਦੇ ਉਵੇਂ ਉਹ ਸੰਸਾਰ ਵਿੱਚ ਰਹਿੰਦੇ ਚੁੰਝ ਇਹੋ ਜੀ ਖੇਡ ਲਾਉਂਦੇ ਸਨ, ਮਾਇਆ ਤੇ ਗੁਰੂ ਦੀ ਖੇਡ ਨੂੰ ਪ੍ਰੇਮ ਨੂੰ ਵੱਖਰਾ ਰੱਖਦੇ ਸਨ ਜੀ। ਚੌਪਈ ਸੈਨ ਸਰਸ ਇੱਕ ਧਿੰਗਾ ਨਾਈ। ਤੇ ਕਹਿੰਦੇ ਇੱਕ ਕਹਿੰਦੇ ਵੀ ਭਗਤ ਸੈਣ ਜੀ ਵਰਗਾ, ਕਹਿੰਦੇ ਉਹਦਾ ਨਾਮ ਕੀ ਹੈਗਾ, ਧਿੰਗਾ ਨਾਈ ਹੈ। ਕਹਿੰਦੇ ਨਾਈ ਜਾਤ ਆ ਉਹਦੀ, ਕੋਈ ਮਹਾਰਾਜ ਦੇ ਘਰ ਵਿੱਚ ਨਰਾਦਰ ਨਹੀਂ ਕਿਸੇ ਦਾ, ਕਿਸੇ ਨੂੰ ਕੋਈ ਆਪਣੇ ਜਾਤ ਕਰਕੇ ਕੋਈ ਗਾਲ ਨਹੀਂ। ਜਿਵੇਂ ਜਿਵੇਂ ਪਿੱਛੋਂ ਵੰਸਾਂ ਚੱਲਦੀਆਂ ਕੁੱਲਾਂ ਚੱਲਦੀਆਂ ਉਸ ਹਿਸਾਬ ਨਾਲ ਦੱਸ ਆਪ ਜੀ ਨੂੰ, ਜਿਵੇਂ ਇਤਿਹਾਸ ਆ ਰਹੇ ਉਵੇਂ ਉਵੇਂ ਬੇਨਤੀ ਕਰ ਰਹੇ। ਕਹਿੰਦੇ ਕਿਵੇਂ ਇਹ ਜਿਹੜਾ ਧਿੰਗਾ ਨਾਈ ਆ ਜਿਹੜਾ, ਤੇ ਕਹਿੰਦੇ ਕਿਹੋ ਜਿਹਾ ਹੈਗਾ, ਕਹਿੰਦੇ ਸੈਣ ਭਗਤ ਵਰਗਾ, ਇੰਨੀ ਬੰਦਗੀ ਵਾਲਾ। ਪੰਜਵਾਂ ਇਹ ਆ ਜੀ ਜਿਨ ਸਿੱਖੀ ਕੀ ਰੀਤ ਕਮਾਈ। ਕਹਿੰਦੇ ਉਹਨਾਂ ਨੇ ਬਹੁਤ ਸਿੱਖੀ ਦੀ ਰੀਤ ਕਮਾਈ। 4 ਪੰਕਤੀਆਂ 5 ਰਹਿ ਗਈਆਂ, ਸਮਾਪਤੀ ਹੋਣ ਵਾਲੀ ਹੈ ਜੀ। ਭਾ ਮੁਰੀਦ ਮੁਰਦੇ ਕੀ ਨਿਆਈ। ਕਹਿੰਦੇ ਉਹਨਾਂ ਦੀ ਕਹਿੰਦੇ ਕਹੇ ਜੀ ਭਾਵਨਾ ਸੀ, ਕਹੇ ਜਿਹਾ ਪ੍ਰੇਮ ਸੀ। ਕਹਿੰਦੇ ਹਮੇਸ਼ਾ ਇਉਂ ਰਹਿੰਦੇ ਸੀ ਜਿਵੇਂ ਕੋਈ ਮਰਿਆ ਮੁਰਦਾ ਫਿਰਦਾ ਹੋਵੇ, ਮਰੇ ਸਰੀਰ ਵਾਂਗੂ। ਭਾਵ ਮਨ ਵਿੱਚ ਕੋਈ ਵਕਾਰ ਨਹੀਂ, ਫੁਰਨਾ ਨਹੀਂ, ਕੋਈ ਹੋਰ ਆਸਾ ਨਹੀਂ ਜੀ। ਗੁਰੂ ਗੋਰ ਮਹਿ ਕੀਨ ਸਮਾਈ। ਕਹਿੰਦੇ ਫੇਰ ਰਹਿੰਦੇ ਕਿੱਥੇ ਸਨ, ਕਹਿੰਦੇ ਗੁਰੂ ਨੂੰ ਗੋਰ ਬਣਾ ਕੇ ਉਹਦੇ ਵਿੱਚ ਰਹਿੰਦੇ ਸਨ ਗੁਰੂ ਦੇ ਜੀ। ਇਤਿਆਦਕ ਜੋ ਸੇਵਕ ਪ੍ਰੇਮੀ। ਇਹੋ ਜਿਹੇ ਇਤਿਆਦਕ ਹੋਰ ਜਿਹੜੇ ਸੇਵਕ ਜਿਹੜੇ ਪ੍ਰੇਮੀ ਮਹਾਰਾਜ ਨੂੰ ਪਿਆਰ ਕਰਨ ਵਾਲੇ ਜੀ। ਭਏ ਕਥਾ ਸੁਣਨੇ ਕੇ ਨੇਮੀ। ਕਹਿੰਦੇ ਜਿਹੜੇ ਅੱਗੇ ਨੇਮੀ ਬਣ ਗਏ, ਹਰ ਰੋਜ਼ ਭੱਜ ਭੱਜ ਕੇ ਕਥਾ ਸੁਣਦੇ ਆ। ਉਧਰੋਂ ਮਹਾਰਾਜ ਜਦੋਂ ਬਿਲਕੁਲ ਐ ਜੁੜ ਜਾਂਦੇ ਆ, ਵਿਰਾਗ ਵਿੱਚ ਚਲੇ ਜਾਂਦੇ, ਕਥਾ ਰੁਕ ਜਾਂਦੀ ਆ। ਫੇਰ ਜਦੋਂ ਸ਼ੁਰੂ ਹੁੰਦੀ ਹੈ ਉਦੋਂ ਸਾਰੇ ਕਾਜਾਂ ਤੋਂ ਵਿਹਲੇ ਹੋ ਕੇ ਫੇਰ ਮਹਾਰਾਜ ਚਰਨਾਂ ਵਿੱਚ ਬੈਠ ਜਾਂਦੇ ਨੇ ਜੀ। ਆਪਰ ਮਨੁਜ ਆਵਹਿ ਕਰ ਹੇਤੂ। ਬਹੁਤ ਪ੍ਰੇਮ ਢਾਰ ਕੇ, ਬਹੁਤ ਹਿਰਦੇ ਵਿੱਚ ਪ੍ਰੇਮ ਰੱਖਦੇ ਮਹਾਰਾਜ ਚਰਨਾਂ ਵਿੱਚ ਹਾਜ਼ਰ ਹੁੰਦੇ ਨੇ ਜੀ। ਸੁਣਹਿ ਕਥਾ ਬੇਦੀ ਕੁਲ ਕੇਤੂ। ਕਹਿੰਦੇ ਬੇਦੀਆਂ ਦੇ ਕੁਲ ਦੇ ਜਿਹੜੇ ਦੀਪ ਨੇ, ਉਥੋਂ ਦੇ ਰਾਜੇ ਨੇ, ਬੇਦੀਆਂ ਦੇ ਕੁਲ ਦੇ ਰੱਬ ਨੇ ਸੰਸਾਰ ਦੇ, ਉਹਨਾਂ ਦੀ ਕਥਾ ਸਰਵਣ ਕਰਨ ਵਾਸਤੇ ਜੀ। ਦੋਹਰਾ ਬਾਲਾ ਕਰਤੇ ਉਚਾਰ ਮੁਖ। ਜਦੋਂ ਮੁਖ ਤੋਂ ਕਹਿੰਦੇ ਉਚਾਰਦੇ ਨੇ ਜੀ। ਪੈੜੇ ਲਿਖੀ ਸੁਧਾਰ। ਕਹਿੰਦੇ ਲਿਖਦਾ ਕੌਣ ਆ, ਲਿਖਾਰੀ ਵੀ ਦੱਸ ਦਿੱਤਾ ਭਾਈ ਪੈੜਾ ਮੁਖਾ, ਇਹ ਲਿਖ ਰਿਹਾ ਨਾਲ ਨਾਲ ਜੀ। ਲਿਖਵਾਈ ਅੰਗਦ ਗੁਰੂ। ਤੇ ਲਿਖਵਾਈ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੇ ਜੀ। ਜਗ ਕੇ ਕਾਜ ਉਧਾਰ। ਕਹਿੰਦੇ ਕਿਉਂ ਲਿਖਵਾਈ ਆ, ਕਹਿੰਦੇ ਇਸ ਜਗ ਦੇ ਕਾਰਜ ਇੱਕ ਕਰਨਾ ਕੀ, ਜਿਹੜਾ ਕਥਾ ਸੁਣੂਗਾ ਇਹ ਉਹਨਾਂ ਨੂੰ ਮੁਕਤੀ ਮਿਲ ਜੂ, ਉਧਾਰ ਹੋ ਜਾਊਗਾ ਜੀ। ਸੋ ਸੁਨ ਵਰਣਨ ਕਰਤ ਕਵ ਛੰਦ ਚੌਪਈ ਬੰਦ। ਕਹਿੰਦੇ ਇਉਂ ਵਰਣਨ ਕਰ ਰਹੇ ਨੇ, ਚੌਪਈਆਂ ਤੇ ਛੰਦਾਂ ਵਿੱਚ ਵਰਣਨ ਕੀਤਾ ਜੀ। ਸ੍ਰੀ ਨਾਨਕ ਪਰਮਾਤਮਾ ਬੰਦਨ ਕਰ ਸੁਖ ਕੰਦ। ਕਹਿੰਦੇ ਬੰਦਨਾ ਕਰੋ, ਇਹ ਸੁੱਖਾਂ ਦੇ ਦਾਤੇ ਨੇ ਕੌਣ, ਧੰਨ ਗੁਰੂ ਨਾਨਕ ਦੇਵ ਮਹਾਰਾਜ। ਕਹਿੰਦੇ ਨਮਸਕਾਰ ਕਰੋ। ਇੱਥੇ ਇਹਦੀ ਸਮਾਪਤੀ ਹੈ ਵਿਚਾਰ ਦੀ। ਤੇ ਵਿਚਾਰ ਕਰਦਿਆਂ ਤੋਂ ਇੱਕ ਨੇ ਬੇਅੰਤ ਭੁੱਲਾਂ ਗਲਤੀਆਂ ਹੋਈਆਂ, ਕੌੜੇ ਬੋਲ ਵੀ ਨਿਕਲੇ ਨੇ, ਤੇ ਥੋੜੀ ਸਪੀਡ ਤਾਂ ਵਧਾਉਣੀ ਪੈ ਗਈ ਕਿ ਸਵੇਰੇ 5 ਵਜੇ ਫਿਰ ਪ੍ਰਭਾਤ ਫੇਰੀ ਵੀ ਆ, ਆਪ ਜੀ ਨੇ ਤੜਕੇ ਅੰਮ੍ਰਿਤ ਵੇਲੇ ਪਹੁੰਚਣਾ ਵੀ ਹੈ। ਤੇ ਸਾਰਿਆਂ ਚਰਨਾਂ ਵਿੱਚ ਇਹ ਵੀ ਬੇਨਤੀ ਹੈ ਕਿ ਸਮੇਂ ਤੋਂ ਲੇਟ ਨਾ ਹੋਇਓ ਆਪ ਜੀ ਕਿਰਪਾ ਕਰਕੇ, ਕਿਉਂ ਕੱਲ ਨੂੰ ਦਿਨ ਦਾ ਤਕਰੀਬਨ ਪ੍ਰੋਗਰਾਮ ਹੈਗਾ ਮੇਰੇ ਖਿਆਲ ਜੇ ਫੰਗਰ ਹੈ।
ਹਾਂਜੀ, ਫਾਂਗਾ ਰਾਈ ਕੱਲ ਨੂੰ ਦਿਨ ਦਾ ਪ੍ਰੋਗਰਾਮ ਆ। ਜਿਹੜੇ ਜਿਹੜੇ ਗੁਰਮੁਖ ਪਿਆਰੇ ਜਾ ਸਕਦੇ ਆ ਉਹ ਵੀ ਜ਼ਰੂਰ ਨਾਲ ਚੱਲੇ। ਫਿਰ ਕੱਲ ਦਾ ਸ਼ਾਮ ਦਾ ਸਿਮਰਨ ਇੱਥੇ ਤੇ ਇਤਿਹਾਦਿਕ, ਫਿਰ ਬਾਕੀ ਦਿਨਾਂ ਦੇ ਐਤਵਾਰ ਦੇ ਪ੍ਰੋਗਰਾਮ। ਤੇ ਵਿਚਾਰ ਕਰਦਿਆਂ ਤੋਂ ਇੱਕ ਨਹੀਂ, ਥੋੜੀ ਸਪੀਡ ਤਾਂ ਵਧਾਉਣੀ ਪੈ ਗਈ ਤੇ ਕੁਛ ਮੈਨੂੰ ਲੱਗਦਾ ਸੁਣਨ ਵਿੱਚ ਇੱਕੋ ਹੁੰਦੀ ਹੈ ਤੇ ਅਰਥਾਂ ਦੇ ਵਿੱਚ ਵੀ ਮੈਨੂੰ ਲੱਗਦਾ ਥੋੜਾ ਫਰਕ ਪਿਆ ਹੋਣਾ ਕਈ ਥਾਵਾਂ ਤੇ ਦੱਸ ਉਹਦੀ ਵੀ ਜਿਹੜੇ ਅੱਖਰਾਂ ਦੇ ਅਰਥਾਂ ਦੇ ਜਿਹੜੇ ਅਨਰਥ ਕੋਈ ਹੋ ਗਏ ਉਹਦੀ ਵੀ ਦੱਸ ਸਾਰੇ ਸੰਗਤ ਦੇ ਚਰਨਾਂ ਦਾੜਾ ਤੇ ਮੱਥਾ ਲਾ ਕੇ ਮਾਫੀ ਆਪ ਜੀ ਚਰਨਾਂ ਤੋਂ ਮੰਗ ਰਿਹਾ। ਨਾਲ ਜਿਹੜੇ ਕੌੜੇ ਬੋਲ ਨਿਕਲੇ ਨੇ ਉਹਦੀ ਵੀ ਦੱਸ ਸਾਰੇ ਸੰਗਤ ਦੇ ਚਰਨਾਂ ਦਾੜਾ ਤੇ ਮੱਥਾ ਲਾ ਕੇ ਮਾਫੀ ਮੰਗਦਾ। ਜਿਹੜੇ ਚੰਗੇ ਸਨ ਉਹ ਗੁਰੂ ਸਾਹਿਬ ਦੇ ਬਚਨ ਜ਼ਰੂਰ ਆਪਦੇ ਜੀਵਨ ਵਿੱਚ ਲੈ ਕੇ ਆਇਓ। ਤੇ ਸੋਮਵਾਰ ਤੋਂ ਫੇਰ ਦੁਬਾਰਾ ਮਹਾਰਾਜ ਦੀ ਕਿਰਪਾ ਨਾਲ ਸਿਮਰਨ 7:30 ਤੋਂ 8 ਹੋਇਆ ਕਰਨ। ਉਹਦੇ ਵਿੱਚ ਵੀ ਜਿਵੇਂ ਪਿਛਲੇ ਦਿਨ ਆਪ ਜੀ ਨੇ ਬੜੀ ਵੱਧ ਚੜ ਕੇ ਆਪ ਜੀ ਨੇ ਹਾਜ਼ਰੀ ਭਰੀ ਹੈ ਤੇ ਬੇਨਤੀ ਆਉਣ ਵਾਲੇ ਦਿਨਾਂ 'ਚ ਹਾਜ਼ਰੀ ਭਰੋ ਕਿ ਆਪਾਂ ਮਹਾਰਾਜ ਚਰਨਾਂ ਦੀ ਖੁਸ਼ੀ ਲੈ ਸਕੀਏ। ਤੇ ਇੱਥੇ ਹੀ ਸਮਾਪਤੀ ਹੈ ਵਿਚਾਰ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।